ਆਊਟਲਾਈਨ ਟੂਡੇ ਤੇ ਤੁਹਾਡਾ ਸਵਾਗਤ ਹੈ ਜੀ। ਵਾਇਸ ਆਫ ਇੰਡੀਆ ਦਾ ਇਹ ਰੈਗੂਲਰ ਫੀਚਰ ਹੈ ਜਿਹਦੇ ਵਿੱਚ ਮੇਰੇ ਨਾਲ ਹਮੇਸ਼ਾ ਵਾਂਗ ਅੱਜ ਵੀ ਪ੍ਰੋਫੈਸਰ ਆਰ.ਐਸ. ਬਰਾੜ ਮੌਜੂਦ ਨੇ, ਜਿਹੜੇ ਇਸ ਗੱਲੋਂ ਪ੍ਰਸਿੱਧ ਨੇ ਕਿ ਹਰ ਘਟਨਾ ਨੂੰ, ਹਰ ਖਬਰ ਨੂੰ ਇੱਕ ਵੱਖਰੇ ਨਿਵੇਕਲੇ ਤਰੀਕੇ ਦੇ ਨਾਲ ਉਹਦੇ 'ਤੇ ਟਿੱਪਣੀ ਕਰਦੇ ਆ। ਅਤੇ ਟਿੱਪਣੀਆਂ ਕਰਨ ਵਾਸਤੇ ਖਬਰਾਂ ਦਾ ਅੱਜ ਬਹੁਤ ਵੱਡਾ ਭੰਡਾਰ ਆ। ਪਰ ਇਸ ਤੋਂ ਪਹਿਲਾਂ ਕਿ ਖਬਰਾਂ ਦਾ ਸਿਲਸਿਲਾ ਸ਼ੁਰੂ ਕਰੀਏ, ਕੁਛ ਜਿਹੜੀਆਂ ਟਿੱਪਣੀਆਂ ਪ੍ਰੋਫੈਸਰ ਸਾਹਿਬ ਕੋਲ ਲਵਾਂਗੇ। ਸਵਾਗਤ ਕਰਦੇ ਪ੍ਰੋਫੈਸਰ ਸਾਹਿਬ। ਸਤਿ ਸ਼੍ਰੀ ਅਕਾਲ ਜੀ ਪ੍ਰੋਫੈਸਰ ਸਾਹਿਬ। ਜੀ ਆਇਆਂ। ਸਤਿ ਸ਼੍ਰੀ ਅਕਾਲ ਐਮ ਪੀ ਸਿੰਘ ਜੀ, ਸਾਰੇ ਵਿਊਅਰਸ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਫੈਸਰ ਸਾਹਿਬ, ਸਭ ਤੋਂ ਪਹਿਲਾਂ ਖਬਰ ਪੰਜਾਬ ਤੋਂ ਸ਼ੁਰੂ ਕਰੀਏ ਜੀ। ਜੀ ਖਬਰਾਂ ਉਂਝ ਪੰਜਾਬ ਨਾਲ ਜੁੜਦੀਆਂ ਵੀ ਬਹੁਤ ਹੈਗੀਆਂ, ਪਰ ਪੰਜਾਬ ਦੀ ਮਹੱਤਵਪੂਰਨ ਖਬਰ ਜਿਹੜੀ ਹੈ ਉਹ ਹੈ ਕਿ ਪੰਜਾਬ ਵਿੱਚ ਭਗਵੰਤ ਮਾਨ ਹੋਰਾਂ ਦੀ ਸਰਕਾਰ ਦਾ ਪਹਿਲਾ ਬਜਟ ਜਿਹੜਾ ਸੀ ਉਹ ਸ਼ੁਰੂ ਹੋਇਆ। ਜੀ ਬਜਟ ਪੇਸ਼ ਕੀਤਾ ਗਿਆ। ਬਜਟ ਇਜਲਾਸ ਦੇ ਵਿੱਚ ਦੋ ਵੱਡੀਆਂ ਗੱਲਾਂ ਜਿਹੜੀਆਂ ਸੀਗੀਆਂ ਉਹ ਕਹੀਆਂ ਗਈਆਂ, ਜਿਹੜੀਆਂ 4-5 ਗਰੰਟੀਆਂ ਦਿੱਤੀਆਂ ਗਈਆਂ ਸੀ, ਉਹਦੇ ਵਿੱਚੋਂ 4 ਗਰੰਟੀਆਂ ਜਿਹੜੀਆਂ ਸੀ ਉਹਨਾਂ ਦਾ ਚਰਚਾ ਹੋਇਆ। ਉਹਦੇ 'ਚ 300 ਜਿਹੜੇ ਬਿਜਲੀ ਦੇ ਯੂਨਿਟ ਸੀ ਉਹ ਮਾफ़ ਕਰਨ ਦੀ ਗੱਲ ਜਾਂ ਫ੍ਰੀ ਕਰਨ ਦੀ ਗੱਲ। ਜੀ ਪਹਿਲੇ ਜਿਹੜੇ ਓਵਰਡਿਊ ਬਿੱਲ ਹੈ ਉਹ ਬਿਲਕੁਲ ਹੀ ਰੱਦੋਂ ਹੀ, 31 ਦਸੰਬਰ ਤੱਕ ਮਾਫ਼ ਕਰਨ ਦੀ ਗੱਲ, ਮੂਲੋਂ ਹੀ ਰੱਦ ਕਰਤੇ, ਖਤਮ ਕਰਤੇ। ਜੀ ਸਕੂਲਾਂ ਦੀਆਂ ਗੱਲਾਂ, ਸਿਹਤ ਦੀਆਂ ਗੱਲਾਂ ਇਹੋ ਜਿਹੀਆਂ ਹੋਈਆਂ। ਪਰ ਨਾਲ ਦੀ ਨਾਲ ਦੋ ਬੜੀਆਂ ਮਹੱਤਵਪੂਰਨ ਹੋਰ ਮਤੇ ਪੇਸ਼ ਕੀਤੇ ਗਏ। ਇੱਕ ਤਾਂ ਪੰਜਾਬ ਯੂਨੀਵਰਸਿਟੀ ਦਾ ਮੁੱਦਾ ਜਿਹੜਾ ਬੜਾ ਚਰਚਾ 'ਚ ਇਸ ਵੇਲੇ ਹੈਗਾ, ਔਰ ਮੈਂ ਸਮਝਦਾ ਕਿ ਪੰਜਾਬ ਸਰਕਾਰ ਨੂੰ ਉਹਦੇ 'ਤੇ ਗੱਲ ਕਰਨੀ ਹੀ ਚਾਹੀਦੀ ਸੀ ਕਿ ਉਹਨਾਂ ਕੀਤੀ, ਪਰ ਕਿਤੇ ਉਹ ਮਤੇ ਤੱਕ ਇੰਨਾ ਸੀਮਤ ਰਹਿ ਜਾਵੇ, ਅੱਧੂ ਗਾਂਹ ਵੀ ਵਧਣ ਦੀ ਲੋੜ ਹੈ। ਜੀ ਦੂਸਰੀ ਗੱਲ ਉਹਨਾਂ ਨੇ ਜਿਹੜੀ ਕੀਤੀ ਜੀ ਉਹ ਸੀਗੀ ਜਿਹੜਾ ਹੈਗਾ ਸੀਗਾ ਜੀ ਮੁੱਦਾ ਅਗਨੀਪਥ ਵਾਲਾ, ਜਿਹਦੇ ਵਿੱਚ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਹੈਗਾ ਕਿ ਇੱਕ ਅਗਨੀਪਥ ਸਕੀਮ ਲਿਆਂਦੀ ਗਈ ਹੈ ਫੌਜ 'ਚ ਭਰਤੀ ਹੋਣ ਦੇ ਲਈ। ਨੌਜਵਾਨਾਂ ਨੇ ਉਸ ਅਗਨੀਪਥ ਨੂੰ ਮੂਲੋਂ ਹੀ ਰੱਦ ਕਰ ਦਿੱਤਾ ਅਤੇ ਸਾਰੇ ਦੇਸ਼ 'ਚ ਅੱਗ ਵੀ ਲੱਗ ਗਈ। ਇਹਦੇ ਖਿਲਾਫ ਵੀ ਮਤਾ ਸਰਬਸੰਮਤੀ ਨਾਲ ਪਾਸ ਹੋਇਆ। ਸਭ ਤੋਂ ਵੱਡੀ ਗੱਲ ਹੈ ਕਿ ਬੀਜੇਪੀ ਦੇ ਉਮੀਦਵਾਰਾਂ ਨੂੰ, ਜਿਹੜੇ MLA, ਉਹਨਾਂ ਨੂੰ ਛੱਡ ਕੇ ਬਾਕੀ ਸਾਰੀਆਂ ਪਾਰਟੀਆਂ, ਭਾਵੇਂ ਅਕਾਲੀ ਦਲ ਦੇ 3 ਹੀ ਸੀ, ਕਾਂਗਰਸ ਦੇ 18 ਹੀ ਸੀ, ਆਜ਼ਾਦ ਉਮੀਦਵਾਰ, ਸਾਰਿਆਂ ਨੇ ਸਪੋਰਟ ਕੀਤੀ, ਸਰਬਸੰਮਤੀ ਨਾਲੇ ਪਾਸ ਹੋ ਗਿਆ। ਈਵਨ ਪੰਜਾਬ ਯੂਨੀਵਰਸਿਟੀ ਵਾਲੇ ਤੇ BJP ਵਾਲਿਆਂ ਦਾ ਵੱਖਰਾ ਵਿਊ ਸੀ। ਹਾਂਜੀ, ਉਹ ਪੰਜਾਬ ਯੂਨੀਵਰਸਿਟੀ ਵਾਸਤੇ ਉਹਨਾਂ ਦਾ ਵੱਖਰਾ, ਕਿਉਂ ਹਰਿਆਣੇ ਵਾਲੇ ਕੁਝ ਹੋਰ ਢੰਗ ਨਾਲ ਬੋਲਦੇ ਆ ਤੇ ਹਰਿਆਣੇ 'ਚ BJP ਦੀ ਸਰਕਾਰ। ਇਹ ਸਾਰੇ ਕੁਝ ਨੂੰ ਆਪਾਂ ਜੇ ਕੰਸੋਲੀਡੇਟ ਕਰਨਾ ਹੋਵੇ ਤੇ ਕਿਵੇਂ ਤੁਸੀਂ ਕਰੋਗੇ? ਦੇਖੋ MP ਸਿੰਘ ਜੀ, ਭਗਵੰਤ ਸਿੰਘ ਮਾਨ ਚੀਫ ਮਿਨਿਸਟਰ ਸਾਹਿਬ ਦੀ ਸਰਕਾਰ ਦਾ ਪਹਿਲਾ ਬਜਟ ਹੈਗਾ। ਹਾਂਜੀ। ਬਜਟ ਦੇ ਵਿੱਚ ਦੋ ਚੀਜ਼ਾਂ ਹੁੰਦੀਆਂ ਨੇ ਜਦੋਂ ਸਰਕਾਰ ਬਣਦੀ ਹੈ। ਇੱਕ ਤਾਂ ਇਹ ਵੀ ਜੋ ਉਹਨਾਂ ਨੇ ਪਹਿਲਾਂ ਵਾਅਦੇ ਕੀਤੇ ਨੇ ਉਹ ਬਜਟ ਦੇ ਵਿੱਚ ਇਨਕੋਰਪੋਰੇਟ ਕੀਤੇ ਕਿ ਨਹੀਂ ਕੀਤੇ। ਇੱਕ ਇਹ ਹੁੰਦਾ ਕਿ ਜੋ ਪਾਲਿਸੀ ਹੈ ਆਪ ਗਵਰਨਮੈਂਟ ਦੀ ਤੇ ਆਪ ਪਾਰਟੀ ਦੀ, ਉਹ ਦੋਨੋਂ ਕੰਪੈਟੀਬਲ ਲੱਗਦੀਆਂ ਕਿ ਨਹੀਂ ਲੱਗਦੀਆਂ। ਜੋ ਮੈਂ ਬਜਟ ਦੇਖ ਰਿਹਾ ਸੀਗਾ ਕਿ ਬਜਟ ਦੇ ਵਿੱਚ ਇਹ ਦੋਨੋਂ ਚੀਜ਼ਾਂ ਨੂੰ ਠੀਕ ਜਗ੍ਹਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਪਹਿਲੀ ਤਾਂ ਇਹ ਵੀ ਜਿਹੜੀਆਂ ਉਹਨਾਂ ਨੇ ਪ੍ਰਾਇਰਟੀਜ਼ ਕਹੀਆਂ ਸੀਗੀਆਂ, ਦੋ ਪ੍ਰਾਇਰਟੀਜ਼ ਬਜਟ ਦੇ ਵਿੱਚ ਜਿਹੜੀਆਂ ਉਹਨਾਂ ਨੇ ਹੈਗੀਆਂ ਨੇ, ਇੱਕ ਹੈਲਥ ਹੈਗੀ ਆ ਤੇ ਇੱਕ ਐਜੂਕੇਸ਼ਨ, ਜਿਹਨੂੰ ਉਹਨਾਂ ਨੇ ਕਿਹਾ ਕਿ ਦਿੱਲੀ ਮਾਡਲ ਹੈ ਸਾਡਾ। ਦੂਸਰੀ ਜਿਹੜੀਆਂ ਪ੍ਰਾਇਰਟੀਜ਼ ਜਿਹੜੀਆਂ ਕਿ ਉਹਨਾਂ ਦੀਆਂ ਮੈਨੀਫੈਸਟੋ ਸੀ ਉਹਨਾਂ ਦਾ ਕਿ ਗਰੰਟੀਜ਼ ਸੀਗੀਆਂ, ਤੇ ਗਰੰਟੀਜ਼ ਦੇ ਉੱਪਰ ਵੀ ਅਸੀਂ ਕਿੰਨੀਆਂ ਗਰੰਟੀਆਂ ਪੂਰੀਆਂ ਕਰ ਲਈਆਂ ਤੇ ਕਿੰਨੀਆਂ ਗਰੰਟੀਆਂ ਅਸੀਂ ਪੂਰੀਆਂ ਕਰਨ ਜਾ ਰਹੇ ਨੇ। ਇਹਦੇ ਉੱਪਰ ਜਿਹੜਾ ਕਿ ਬਜਟ ਦੇ ਵਿੱਚ ਬਜਟ ਦਾ ਬਹੁਤ ਵੱਡਾ ਡੈਫੀਸਿਟ ਹੈਗਾ ਤੇ ਉਹ ਪੈਸੇ ਕਿੱਥੋਂ ਆਉਣੇ ਨੇ, ਇਸ ਕਿਸਮ ਦੇ ਇਸ਼ੂ ਅਜੇ ਪ੍ਰਬੰਧ ਕਰਨੇ, ਉਹ ਪ੍ਰਬੰਧ ਕਰਨੇ ਨੇ। ਦੇਖੋ ਕਿਉਂਕਿ ਇਹ ਪਹਿਲਾ ਬਜਟ ਹੈਗਾ, ਜਿਹੜੀਆਂ ਪੋਲੀਟੀਕਲ ਪਾਰਟੀਆਂ ਹੁੰਦੀਆਂ, ਆਪੋਜੀਸ਼ਨ ਹੁੰਦੀ ਆ, ਉਹਨਾਂ ਨੇ ਆਪਦੀਆਂ ਲਾਈਨਸ ਦੇ ਉੱਪਰ ਇਹ ਕ੍ਰਿਟਿਸਿਜ਼ਮ ਕਰਨਾ ਹੁੰਦਾ ਹੈਗਾ। ਉਹਨਾਂ ਨੇ ਇਹ ਬਹੁਤ ਵੱਡਾ ਸਵਾਲ ਰੇਜ਼ ਕੀਤਾ ਕਿ ਜਿਹੜੇ ਇਹ ਡੈਫੀਸਿਟ ਹੈਗਾ ਇਹ ਕਿੱਥੋਂ ਪੂਰਾ ਹੋਊਗਾ, ਤੇ ਉਹਦੇ ਤੇ ਮਾਨ ਸਾਹਿਬ ਨੇ ਕੋਈ ਜਵਾਬ ਵੀ ਦਿੱਤੇ ਹੈਗੇ ਆ। ਆਪਾਂ ਥ੍ਰੈਡਬੇਅਰ ਕਰ ਲੈਂਦੇ ਹਾਂ ਕਿ ਐਜੂਕੇਸ਼ਨ ਦੇ ਪੱਖ ਤੋਂ ਮੈਨੂੰ ਇਹ ਲੱਗਦਾ ਕਿ ਜੋ ਦਿੱਲੀ ਵਾਲਾ ਮਾਡਲ ਹੈ, ਉਹਨੂੰ ਪੰਜਾਬ ਵਾਲਾ ਮਾਡਲ ਕਹਿ ਲਓ ਜਾਂ ਦਿੱਲੀ ਵਾਲਾ ਮਾਡਲ ਕਹਿ ਲਓ, ਉਹ ਇੱਕ ਰਾਈਟ ਡਾਇਰੈਕਸ਼ਨ ਦੇ ਵਿੱਚ ਹੈ। ਉਹਦੇ 'ਚ ਕਾਰਨ ਇਹ ਹੈਗਾ ਕਿ ਪੰਜਾਬ ਦੇ ਵਿੱਚ ਬਹੁਤ ਵੱਡਾ ਰੈਵਨਿਊ ਜਿਹੜਾ ਹੈਗਾ ਉਹ ਪ੍ਰਾਈਵੇਟ ਸਕੂਲਾਂ ਵਿੱਚ ਜਾਂਦਾ ਹੈ। ਬਿਲਕੁਲ। ਅਗਰ ਪੰਜਾਬ ਦੇ ਵਿੱਚ ਗਵਰਨਮੈਂਟ ਸਕੂਲ ਲੈਵਲ ਪਲੇਇੰਗ ਫੀਲਡ ਦੇ ਜ਼ਰੀਏ ਦੋਨਾਂ ਨੂੰ ਬਰਾਬਰ ਕਰੀਏ, ਉਸ ਕਿਸਮ ਦੇ ਉਸ ਪੱਧਰ ਦੇ ਹੋ ਜਾਣ, ਤੇ ਜਿਹੜਾ ਉਹ ਰੈਵਨਿਊ ਹੈਗਾ ਉੱਧਰੋਂ ਉਹ ਟਰਾਂਸਫਰ ਹੋ ਕੇ ਜਿਹੜਾ ਹੈਗਾ ਪੰਜਾਬ ਦੇ ਸਕੂਲਾਂ ਵਿੱਚ ਆ ਜਾਊਗਾ। ਠੀਕ। ਸੈਕੰਡ ਕੀ ਹੈਗਾ ਕਿ ਉਹ ਬੱਚੇ ਜਿਹੜੇ ਕਿ ਇੰਟੈਲੀਜੈਂਟ ਨੇ, ਇੰਟੈਲੈਕਚੁਅਲਸ ਨੇ, ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਨੂੰ ਜਿਹੜੇ ਕਿ ਅਫੋਰਡ ਨਹੀਂ ਕਰਦੇ ਪੇਰੈਂਟਸ, ਉਹ ਸਾਰੀ ਜਿਹੜੀ ਟੈਲੈਂਟ ਹੈਗੀ ਆ ਉਹ
ਗਵਰਨਮੈਂਟ ਸਕੂਲਾਂ 'ਚ ਆ ਜੂਗੀ ਜੇ ਉੱਥੇ ਇਨਫਰਾਸਟ੍ਰਕਚਰ ਹੈਗਾ, ਜੇ ਇਨਫਰਾਸਟ੍ਰਕਚਰ ਹੈਗਾ, ਕਿਉਂਕਿ ਇਹਨਾਂ ਦੀ ਇਹ ਕਮਿਟਮੈਂਟ ਹੈਗੀ ਹੈ ਇਨਫਰਾਸਟ੍ਰਕਚਰ ਦੀ। ਇਸ ਕਰਕੇ ਇਹ ਮੈਨੂੰ ਲੱਗਦਾ ਕਿ ਆਉਣ ਵਾਲੀ ਜਿਹੜੀ ਜਨਰੇਸ਼ਨ ਹੈ ਯੂਥ ਦੀ, ਜਿਨ੍ਹਾਂ ਨੇ ਪੜ੍ਹਨਾ ਹੈਗਾ, ਉਹਨਾਂ ਵਾਸਤੇ ਇਹ ਬਹੁਤ ਲਾਭਦਾਇਕ ਹੋਗਾ, ਵੈਰੀ ਯੂਸਫੁਲ ਹੋਗਾ ਇਹ ਗੱਲ। ਦੂਸਰੀ ਗੱਲ ਉਹਨਾਂ ਨੇ ਜਿਹੜੀ ਕਹੀ ਹੈਗੀ ਕਿ ਹੈਲਥ ਦੇ ਵਿੱਚ ਵੀ ਉਹਨਾਂ ਨੇ, ਮੈਂ ਦੇਖ ਰਿਹਾ ਸੀ ਉਹਨਾਂ ਨੇ ਕਿਹਾ ਕਿ ਮੁਹੱਲਾ ਕਲੀਨਿਕ ਖੋਲਾਂਗੇ ਅਸੀਂ। ਮੁਹੱਲਾ ਕਲੀਨਿਕ ਦਾ ਜਿਹੜਾ ਕਨਸੈਪਟ ਹੈਗਾ ਨਾ, ਇਹ ਜਿਹਨੂੰ ਕਹਿੰਦੇ ਕਿ ਨੇਬਰਹੁੱਡ ਡਾਕਟਰ ਦਾ, ਕਿ ਤੁਸੀਂ ਡਾਕਟਰ ਕੋਲੇ ਗਏ ਹੋ। ਇਸ ਟਾਈਮ ਨਾ ਪੰਜਾਬ ਦੇ ਵਿੱਚ ਪ੍ਰਾਈਵੇਟ ਡਾਕਟਰਾਂ ਦੀ ਜਿਹੜੀ ਫੀਸ ਹੈ, ਮੈਂ ਕੱਲ੍ਹ ਕਿਸੇ ਨੂੰ ਚੈੱਕ ਕਰ ਰਿਹਾ ਸੀ, ਮੈਂ ਜਦੋਂ ਆਇਆ ਸੀ 2 ਸਾਲ ਪਹਿਲਾਂ, ਉਦੋਂ 500 ਸੀ, ਘੱਟੋ ਘੱਟ 500 ਫੀਸ। ਹੁਣ ਉਹ ਫੀਸ ਜਿਹੜੀ ਕਹਿੰਦੇ 700 ਤੇ 800, ਸਿਰਫ ਉਹਨਾਂ ਨੇ ਪ੍ਰੈਸਕ੍ਰਿਪਸ਼ਨ ਦੇਣ ਦੀ 700-800 ਫੀਸ ਜਿਹੜੀ ਹੈਗੀ ਆ, ਤੇ ਜਿਹੜਾ ਉਹਦੇ ਤੇ ਤੁਸੀਂ 2 ਘੰਟੇ 3 ਘੰਟੇ ਸਪੈਸ਼ਲਿਸਟ ਕੋਲੇ ਬਾਹਰ ਬੈਠਣਾ ਵੀ ਹੈਗਾ। ਤਾਂ ਜਿਹੜਾ ਇਹਨਾਂ ਨੇ ਕਿਹਾ ਵੀ 50 ਰੁਪਏ ਅਸੀਂ ਫੀਸ ਦੇਵਾਂਗੇ, ਠੀਕ ਹੈ, ਫੀਸ ਲਵਾਂਗੇ ਤੇ ਪ੍ਰੈਸਕ੍ਰਿਪਸ਼ਨ ਮਿਲ ਜੂਗੀ। ਜਿਸ ਬੰਦੇ ਨੇ ਖੰਘ ਜ਼ੁਕਾਮ ਦੀ ਦਵਾਈ ਲਿਖਾਉਣੀ ਹੈ, ਉਹ 700 ਦੇ ਕੇ ਵੀ ਲਿਖਾ ਕੇ ਲਿਆਉਂਦਾ ਤੇ ਉਹ 50 ਰੁਪਏ ਦੇ ਨਾਲ। ਉਹਦੇ ਨਾਲ ਇੱਕ ਵੱਡਾ ਜਿਹੜਾ ਸੈਕਸ਼ਨ ਹੈਗਾ, ਜਿਹੜਾ ਕਿ ਹੈਲਥ ਕੇਅਰ ਤੋਂ ਵਾਂਝਾ, ਉਹ ਹੈਲਥ ਕੇਅਰ ਦੇ ਨਾਲ ਜੁੜ ਜੂਗਾ। ਠੀਕ ਹੈ, ਇਹ ਜਿਹੜੀ ਇਹ ਇੱਕ ਰਾਈਟ ਡਾਇਰੈਕਸ਼ਨ ਦੀ ਇਹਦੀ ਗੱਲ ਹੈਗੀ ਆ, ਕਿਉਂਕਿ ਕਾਫੀ ਦੇਰ ਤੋਂ ਹੈਲਥ ਸ਼ਾਇਦ 24% ਜਿਹੜਾ ਇਹਨਾਂ ਨੇ ਐਜੂਕੇਸ਼ਨ ਤੇ ਕੁਝ ਕਾਫੀ ਵੱਡਾ ਜੰਕ ਜਿਹੜਾ ਹੈਗਾ ਟੋਟਲ ਬਜਟ ਦੇ ਵਿੱਚੋਂ ਜਿਹੜਾ ਹੈਗਾ ਉਹ ਦਿੱਤਾ ਇਹਨਾਂ ਨੇ ਸਕੂਲ ਐਜੂਕੇਸ਼ਨ ਤੇ ਹਾਇਰ ਐਜੂਕੇਸ਼ਨ ਤੇ। ਔਰ ਮੈਨੂੰ ਸਭ ਤੋਂ ਵੱਡੀ ਗੱਲ ਇੱਕ ਗੱਲ ਲੱਗੀ ਆ ਕਿ ਪਿਛਲੇ, ਕਿਉਂਕਿ ਮੈਂ ਕਾਲਜ ਟੀਚਰ ਰਿਹਾ, ਕਾਲਜਾਂ ਦੇ ਵਿੱਚ UGC ਪੇ ਸਕੇਲ ਹੁੰਦੇ ਸੀਗੇ। ਤਾਂ ਪਿਛਲੀਆਂ ਦੋਨੋਂ ਸਰਕਾਰਾਂ ਨੇ, ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ ਵੀ, ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਵੀ ਇਸ ਨੂੰ ਡੀਲਿੰਕ ਕਰਨ ਦੀ ਕੋਸ਼ਿਸ਼ ਕੀਤੀ ਕਿ ਇਹਨਾਂ ਦੇ ਡਿਗਰੀ। ਔਰ ਮੈਂ ਆਈ ਵੁੱਡ ਲਾਈਕ ਟੂ ਕੰਪਲੀਮੈਂਟ ਚੀਫ ਮਿਨਿਸਟਰ ਭਗਵੰਤ ਸਿੰਘ ਮਾਨ ਕਿ ਉਹਨਾਂ ਨੇ ਔਨ ਦੀ ਫਲੋਰ ਆਫ ਦੀ ਹਾਊਸ ਕਿਹਾ ਕਿ ਕਾਲਜ ਲੈਕਚਰਰਸ ਨੂੰ ਅਸੀਂ UGC ਦੇ ਪੇ ਸਕੇਲ ਦੇਵਾਂਗੇ। 26 ਸਾਲ ਹੋ ਗਏ ਜੀ ਉਹਨਾਂ ਦੀ ਕੋਈ ਅਪਾਇੰਟਮੈਂਟ ਹੀ ਨਹੀਂ ਹੋਈ, ਉੱਥੇ ਕੋਈ ਭਰਤੀ ਨਹੀਂ ਕੋਈ ਕੀਤੀ ਗਈ। ਕਿਉਂਕਿ ਐਕਚੁਅਲੀ ਕੀ ਸੀਗਾ, ਹਾਇਰ ਐਜੂਕੇਸ਼ਨ ਦੀ ਪਾਲਿਸੀ ਇਹ ਸੀ ਹੌਲੀ ਹੌਲੀ ਇਸ ਨੂੰ ਵੀ ਖਤਮ ਕੀਤਾ ਜਾਵੇ ਤੇ ਪ੍ਰਾਈਵੇਟ ਯੂਨੀਵਰਸਿਟੀਆਂ ਲਿਆਂਦੀਆਂ ਜਾਣ ਤੇ ਪ੍ਰਾਈਵੇਟ ਯੂਨੀਵਰਸਿਟੀ ਜੋ ਮਰਜ਼ੀ ਦੀ ਫੀਸ ਲੈਣ ਜਿਹੜਾ ਹੈਗਾ। ਤਾਂ ਲੈਵਲ ਪਲੇਇੰਗ ਫੀਲਡ ਤੇ ਲਿਆਉਣਾ ਜਿਹੜਾ ਹੈਗਾ ਇਹ ਇੱਕ ਠੀਕ ਡਾਇਰੈਕਸ਼ਨ ਹੈ। ਦੂਸਰੀ ਜਿਹੜੀ ਤੁਸੀਂ ਗਰੰਟੀਜ਼ ਦੀ ਗੱਲ ਕਰਦੇ ਹੋ, ਬਿਲਕੁਲ 1 ਜੁਲਾਈ ਹੋ ਗਈ ਆ ਕਿ 300 ਯੂਨਿਟ ਜਿਹੜੇ ਹੈਗੇ ਆ, ਉਹ ਜਿਨ੍ਹਾਂ ਦਾ 300 ਤੱਕ ਦਾ ਹੈਗਾ ਬਿੱਲ ਆਊਗਾ ਉਹਨਾਂ ਨੂੰ ਮਿਲ। ਇਹਦੇ ਵਿੱਚ ਨਾ ਐਵੇਂ ਲੋਕ ਜਿਨ੍ਹਾਂ ਦੇ 6 AC ਲੱਗੇ ਹੋਏ ਨਾ, ਉਹ ਰੌਲਾ ਪਾਉਂਦੇ ਆ। ਉਹ ਕਹਿੰਦੇ ਵੀ ਸਾਡੇ AC ਚੱਲਣ ਫਰੀ, ਜਿਹੜਾ ਕਿ ਮੈਨੂੰ ਲੱਗਦਾ ਕਿ ਸੋਸ਼ਲ ਜਸਟਿਸ ਦੇ ਅਗੇਂਸਟ ਹੈਗਾ। ਸਪਿਰਿਟ ਇਹੀ ਹੈ ਕਿ ਜਿਹੜਾ ਬੰਦਾ ਬਿੱਲ ਨਹੀਂ ਦੇ ਸਕਦਾ ਗਾ, ਉਸ ਨੂੰ ਉਸ ਦਾ ਬਿੱਲ ਜਿਹੜਾ ਹੈਗਾ ਉਸ ਨੂੰ ਸਬਸਿਡੀ ਦਿੱਤੀ ਜਾਣੀ ਚਾਹੀਦੀ ਆ। ਤਾਂ ਸਾਡੇ ਉਹਨਾਂ ਕੋਲ ਡਾਟਾ ਹੈਗਾ ਕਿ ਕਿੰਨੇ ਕੁ ਲੱਖ ਲੋਕ ਨੇ ਜਿਨ੍ਹਾਂ ਨੂੰ 300 ਯੂਨਿਟ ਦਾ ਫਾਇਦਾ ਹੋਊਗਾ। ਇਹ ਇੱਕ ਦਿਨ ਨੂੰ ਸੋਸ਼ਲ ਵੈਲਫੇਅਰ ਵਾਲਾ ਬਜਟ ਅਸੀਂ ਕਹਿ ਸਕਦੇ ਹੈਗੇ। ਦੂਸਰੀ ਗਰੰਟੀ ਜਿਹੜੀ ਸੀਗੀ ਜਿਹਦੇ 'ਤੇ ਬਹੁਤ ਰੌਲਾ ਪਿਆ ਹੈਗਾ ਉੱਥੇ ਕਿ ਵਿਮਨ ਨੂੰ ਕਿਹਾ ਸੀ ਜੀ ਅਸੀਂ 1 ਜੁਲਾਈ ਤੋਂ ਦੇ ਦਿਆਂਗੇ, ਪਹਿਲੇ ਪੈਨ ਨਾਲ ਕਰ ਦਿਆਂਗੇ 1000। ਤਾਂ ਉੱਥੇ ਉਹਨਾਂ ਨੇ ਮਾਨ ਸਾਹਿਬ ਨੇ ਇਹ ਗੱਲ ਕਹੀ ਆ ਵੀ ਅਸੀਂ ਇਹਦੇ 'ਤੇ ਵਰਕਆਊਟ ਕਰ ਰਹੇ ਹਾਂ। ਸਾਰੀਆਂ ਗਰੰਟੀਆਂ ਨਾ ਕੋਈ ਵੀ ਸਰਕਾਰ ਜਿਹੜੀ ਸਰਕਾਰ 5 ਸਾਲ ਇੱਕਦਮ ਨਹੀਂ ਹੁੰਦੀ, 5ਵੇਂ ਸਾਲ ਹੀ ਕਰਦੇ ਆ, 5 ਸਾਲ ਵਾਸਤੇ ਚੁਣੀ ਜਾਂਦੀ। ਪਰ ਇਹਨਾਂ 'ਚ ਮੈਨੂੰ ਲੱਗਦਾ ਕਿ 5 ਸਾਲ ਵਾਲੀ ਗੱਲ ਨਹੀਂ ਹੈਗੀ। ਇੱਕ ਗੱਲ ਮੈਂ ਸ਼ੇਅਰ ਕਰਨੀ ਚਾਹਾਂਗਾ ਕਿ ਇੱਕ ਨਾ ਡਾਟਾ ਜਿਹੜਾ ਆਇਆ ਹੈਗਾ, ਇਹਨਾਂ ਨੇ ਉਹ ਡਾਟੇ ਨੂੰ ਐਨਾਲਿਸਿਸ ਕਰਕੇ ਇੱਕ ਇਹਨੂੰ ਕਹਿੰਦੇ ਨੇ ਕਿ ਇੰਟੈਲੀਜੈਂਸ ਆਡਿਟ ਕਹਿੰਦੇ ਹੈਗੇ ਆ। ਉਹ ਬੇਸਿਕਲੀ ਕੀ ਹੈਗਾ ਕਿ ਜੇ ਅਸੀਂ ਕੰਪੈਰੀਜ਼ਨ ਕਰਦੇ, ਮੈਂ ਕਿ ਇਕੋਨੋਮਿਸਟ ਨੂੰ ਸੁਣ ਰਿਹਾ ਸੀਗਾ ਕਿ ਹਰਿਆਣੇ ਦੀ ਪਾਪੂਲੇਸ਼ਨ ਜਿਹੜੀ ਹੈਗੀ ਹੈ ਤੇ ਪੰਜਾਬ ਦੀ ਪਾਪੂਲੇਸ਼ਨ ਆਲਮੋਸਟ 3 ਕਰੋੜ ਦੇ ਨੇੜੇ ਤੇੜੇ ਹੈਗੀ। ਹਰਿਆਣੇ ਦਾ ਜਿਹੜਾ ਹੈਗਾ ਉਹ GST ਵਾਲਾ ਉਹ 6000 ਕਰੋੜ ਕਲੈਕਸ਼ਨ ਹੈ ਤੇ ਪੰਜਾਬ ਦੇ ਵਿੱਚ ਉਹ 2000 ਕਲੈਕਸ਼ਨ ਹੈ। ਇਹਦਾ ਮਤਲਬ ਕਿਤੇ ਨਾ ਕਿਤੇ ਲੀਕੇਜ ਹੈਗੀ ਆ। ਤਾਂ ਇੱਕ ਨਾ ਇਹ ਇੰਟੈਲੀਜੈਂਸ ਆਡਿਟ ਹੈ ਜਿਹਨੂੰ ਕਿ ਬੜਾ ਮਿਸਰੀਪ੍ਰੈਜ਼ੈਂਟ ਕੀਤਾ ਜੀ, ਉਹ ਇੰਸਪੈਕਟਰ ਰਾਜ ਲਾਗੂ ਹੋਊਗਾ। ਇਟਸ ਨਾਟ ਲਾਈਕ ਦੈਟ। ਜੋ ਮੈਨੂੰ ਲੱਗ ਰਿਹਾ ਕਿ ਸ਼ਾਇਦ ਇਹਨਾਂ ਨੇ ਦਿੱਲੀ ਵਿੱਚ ਵੀ ਕੀਤਾ ਕਿ ਜਿਹੜੀਆਂ ਵੱਡੀਆਂ ਫਰਮਾਂ ਨੇ ਜਿਨ੍ਹਾਂ ਦੀਆਂ ਬਹੁਤ ਵੱਡੀਆਂ ਟ੍ਰਾਂਜੈਕਸ਼ਨਸ ਨੇ, ਉਹਨਾਂ ਨੂੰ ਇਹਨਾਂ ਨੇ ਕੰਪਿਊਟਰ ਸਿਸਟਮ ਤੇ ਰਡਾਰ ਤੇ ਲਿਆਉਣਾ ਹੈ। ਜਦੋਂ ਰਡਾਰ ਤੇ ਆ ਜਾਣਗੀਆਂ, ਜਦੋਂ ਉਹਨਾਂ ਦੀਆਂ ਕਰੋੜਾਂ ਰੁਪਏ ਦੀਆਂ ਟ੍ਰਾਂਜੈਕਸ਼ਨਸ ਨੇ ਤੇ ਉਹ ਇਨਕਮ ਟੈਕਸ ਦੀਆਂ ਰਿਟਰਨਾਂ ਵੀ ਨਹੀਂ ਭਰਦੇ ਗੇ। ਐਸੇ ਲੋਕ ਵੀ ਹੈਗੇ। ਤਾਂ ਉਹਦੇ ਵਿੱਚੋਂ ਜੇ ਇਹ 2000 ਕਰੋੜ ਨੂੰ 6000 ਯਾਨੀ ਹਰਿਆਣੇ ਦੇ ਜੇ ਅਗਰ ਬਰਾਬਰ ਕਰ ਲੈਣ ਤਾਂ ਕਾਫੀ ਡੈਫਿਸਿਟ ਜਿਹੜਾ ਹੈਗਾ ਇਹਦੇ ਵਿੱਚੋਂ ਕਵਰ ਹੋ ਜਾਊਗਾ। ਲੀਕੇਜ ਤਾਂ ਬਹੁਤ ਹੈਗੀ ਜੀ। ਹਾਂ ਬਿਲਕੁਲ। ਬਾਕੀ ਨਾ ਜੋ ਮੈਨੂੰ ਲੱਗਦਾ ਕਿ ਇਸ ਗਵਰਨਮੈਂਟ ਦੇ ਚੀਫ ਮਿਨਿਸਟਰ ਦੀ ਕਨਵਿੰਸਡ ਨੇ ਉਹ ਕਿ ਮੈਂ ਕਰ ਸਕਦਾ, ਤੇ ਫਿਰ ਉਹਦੇ ਨਾਲ ਕਨਵਿਕਸ਼ਨ ਵੀ ਹੈ ਕਿ ਮੈਨੂੰ ਇਹ ਕਰਨਾ ਚਾਹੀਦਾ, ਕਿ ਮੈਨੂੰ ਲੋਕਾਂ ਨੇ ਵਿਲ ਪਾਵਰ ਹੋਵੇ, ਸਭ ਕੁਝ ਹੋ ਸਕਦਾ। ਤੁਸੀਂ GST ਦੀ ਗੱਲ ਕੀਤੀ ਜਾਂ ਜਿੱਦਾਂ ਕਹ ਲਓ ਟੈਕਸ ਦੀ ਲੀਕੇਜ ਦੀ ਗੱਲ ਕੀਤੀ ਜੀ। ਸੁਖਪਾਲ ਖਹਿਰਾ ਨੇ ਕੱਲ ਪ੍ਰੈਸ ਕਾਨਫਰੰਸ ਕਰਕੇ ਇੱਕ 44,000 ਕਰੋੜ ਦੇ ਟੈਕਸ ਲੀਕੇਜ ਦੀ ਗੱਲ
ਸਾਹਮਣੇ ਲਿਆਂਦੀ ਆ। ਅਜੇ ਉਹਦਾ ਹੋਰ ਰਿਜ਼ਲਟ ਆਉਣ ਵਾਲੇ ਆ ਜੀ। ਡਿਟੇਲ ਤਾਂ ਚਲੋ ਉਹਨਾਂ ਪ੍ਰੈਸ ਕਾਨਫਰੰਸ 'ਚ ਇੱਦਾਂ ਦੱਸੀ ਕਿ ਗਲਤ ਤਰੀਕੇ ਦੇ ਨਾਲ ਸਮਾਨ ਜਿਹੜਾ ਲਿਆਂਦਾ ਜਾਂਦਾ ਸੀਗਾ, ਉਹ ਕਿਹਾ ਕੁਝ ਹੋਰ ਜਾਂਦਾ ਸੀ, ਵਿੱਚੋਂ ਕੁਝ ਹੋਰ ਉਹੀ ਕਹਿ ਰਹੇ ਨੇ ਵੀ ਅਸੀਂ ਇੱਕ ਆਡਿਟ ਕਰਾਂਗੇ ਉਹਦਾ। ਉਹ ਆਡਿਟ ਬਿਲਕੁਲ ਨਾ ਡਿਫਰੈਂਟ ਸੌਫਟਵੇਅਰ ਬੇਸਡ ਆਡਿਟ ਹੈ ਤੇ ਉਹਦੇ ਵਿੱਚ ਉਹ ਸਾਰਾ ਚੈੱਕ ਹੋਣਾ ਹੈ। GST ਦੀ ਗੱਲ ਇੱਕ ਹੋਰ ਮੈਂ ਕਰਨੀ ਚਾਹੁੰਦਾ ਜੀ, ਪਰ ਉਸ ਤੋਂ ਪਹਿਲਾਂ ਮੈਂ ਪੰਜਾਬ ਬਜਟ ਬਾਰੇ ਦੁਬਾਰਾ ਗੱਲ ਲੈ ਕੇ ਆਵਾਂ। ਸਕੂਲਾਂ ਦੀ ਨੁਹਾਰ ਬਦਲਣ ਦੀ ਗੱਲ ਕੀਤੀ ਗਈ ਆ, ਸਕੂਲਾਂ ਦੇ ਬੱਚਿਆਂ ਨੂੰ ਵਰਦੀ ਫ੍ਰੀ ਦੇਣ ਦੀ ਗੱਲ ਕੀਤੀ ਗਈ ਆ। ਇਦੋਂ ਵੀ ਜ਼ਿਆਦਾ ਇੰਪੋਰਟੈਂਟ ਗੱਲ ਜਿਹੜੀ 18 ਮੈਡੀਕਲ ਕਾਲਜ ਖੋਲ੍ਹਣ ਦੀ ਗੱਲ ਕੀਤੀ ਗਈ ਹੈ ਪੰਜਾਬ ਦੇ ਵਿੱਚ, ਇਹ ਮੈਨੂੰ ਲੱਗਦਾ ਕਿ ਇੱਕ ਬਹੁਤ ਵੱਡੇ ਰੈਵੋਲੂਸ਼ਨ ਵਾਲੀ ਗੱਲ ਹੋਊਗੀ। ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈਗੀ ਆ ਕਿ ਬਹੁਤ ਸੈਕਸ਼ਨ ਐਸੇ ਨੇ ਜਿਨ੍ਹਾਂ ਤੇ ਜਿੱਥੇ ਮੈਡੀਕਲ ਕਾਲਜ ਨਹੀਂ ਹੈਗੇ, ਉਹਨਾਂ ਨੂੰ ਸਪੈਸ਼ਲ ਸਰਵਿਸਿਜ਼ ਨਹੀਂ ਮਿਲਦੀਆਂ, 100 ਕਿਲੋਮੀਟਰ ਉਹਨਾਂ ਨੂੰ ਜਾਣਾ। ਔਰ ਇਹ ਜਿਹੜਾ ਨਾ ਵਿਜ਼ਨ ਹੈਗਾ, ਇਹ ਬਿਲਕੁਲ ਠੀਕ ਹੈ ਕਿ ਜੇ ਤੁਸੀਂ ਆਪਦੇ ਲੋਕਾਂ ਨੂੰ ਹੈਲਥ ਦੀਆਂ ਸਰਵਿਸਿਜ਼ ਦੇ ਦਿਓਗੇ ਤਾਂ ਲੋਕ ਖੁਸ਼ਹਾਲ ਹੋਣਗੇ ਤੇ ਤੁਹਾਡੀ ਜਿਹੜੀ ਇਕਨੋਮੀ ਨੂੰ ਕੰਟਰੀਬਿਊਟ ਕਰਨਗੇ। ਬਿਮਾਰ ਬੰਦੇ ਨਾ ਜਿਸ ਉਹਨੇ ਦੇਣਾ ਕੀ, ਉਹਨਾਂ ਨੇ ਕੰਮ ਕੀ ਕੋਈ ਕਰਨਾ, ਉਹਨਾਂ ਨੇ ਕੀ ਕੰਮ ਕਰਨਾ। ਜੇ ਤੁਹਾਨੂੰ ਇਹ ਸਿਕਿਉਰਿਟੀ ਹੋ ਜਾਵੇ ਕਿ ਸਾਡੇ ਬੱਚੇ ਜਿਹੜੇ ਨਾ ਵਧੀਆ ਸਕੂਲਾਂ 'ਚ ਥੋੜੀ ਫੀਸ ਨਾਲ ਪੜ੍ਹ ਜਾਣਗੇ ਤੇ ਜਿਹੜਾ ਸਾਡਾ ਟ੍ਰੀਟਮੈਂਟ ਹੈਗਾ ਉਹ ਥੋੜੇ ਪੈਸੇ ਨਾਲ ਵਧੀਆ ਟ੍ਰੀਟਮੈਂਟ ਹੋ ਜਾਊਗਾ, ਇਹ ਤੋਂ ਵੱਧ ਸੋਸ਼ਲ ਸਿਕਿਉਰਿਟੀ ਕੋਈ ਨਹੀਂ ਹੋ ਸਕਦੀ। ਤੀਜੀ ਸੋਸ਼ਲ ਸਿਕਿਉਰਿਟੀ ਹੁੰਦੀ ਆ ਕਿ ਜਦੋਂ 올ਡ ਏਜ ਹੋ ਜਾਂਦੀ ਹੈਗੀ ਆ ਉਦੋਂ ਕੋਈ ਪੈਨਸ਼ਨਸ ਵਗੈਰਾ। ਹਾਂਜੀ, ਹੈਲਥ ਦੀ ਪ੍ਰਾਇੋਰਟੀ ਹੋਣੀ ਚਾਹੀਦੀ, ਜਿੱਦਾਂ ਐਜੂਕੇਸ਼ਨ ਦੀ ਗੱਲ ਹੈ, ਹੈਲਥ ਵੀ ਪ੍ਰਾਇੋਰਟੀ ਹੋਣੀ ਚਾਹੀਦੀ ਹੈ। ਔਰ ਗਵਰਨਮੈਂਟ ਦੀ ਬੇਸਿਕ ਰਿਸਪੌਂਸਿਬਿਲਿਟੀ ਵੀ ਬਣਦੀ ਹੈ ਕਿ ਉਹਦੇ ਸ਼ਹਿਰੀ ਜਿਹੜੇ ਅਸੀਂ ਟੈਕਸ ਦਿੰਦੇ ਹੀ ਇਸ ਕਰਕੇ ਤੰਦਰੁਸਤ ਰਹਿਣ ਸ਼ਹਿਰੀ ਉਹਦੇ। ਬਿਲਕੁਲ ਠੀਕ ਗੱਲ। GST ਦੀ ਗੱਲ ਤਾਂ ਆਪਾਂ ਵਿੱਚ ਕੀਤੀ ਸੀਗੀ। GST ਬਾਰੇ ਜਿਹੜਾ ਇਹਦਾ ਪਿਛੋਕੜ ਹੈ ਜੀ, ਉਹ ਇਹ ਸੀਗਾ ਕਿ ਕਾਂਗਰਸ ਨੇ ਡਾਕਟਰ ਮਨਮੋਹਨ ਸਿੰਘ ਦੇ ਵੇਲੇ GST ਦਾ ਕਨਸੈਪਟ ਆਇਆ ਸੀਗਾ, ਉਹਨਾਂ ਨੇ ਇਹ 'ਤੇ ਚਰਚਾ ਵੀ ਕੀਤੀ। ਬਾਅਦ ਵਿੱਚ ਉਹ GST ਨੂੰ ਲਾਗੂ ਕਰਨ ਤੋਂ ਆਪ ਹੀ ਨਾ ਕਰਤੀ। ਸ਼ਾਇਦ ਤੁਹਾਨੂੰ ਯਾਦ ਹੋਊਗਾ ਜੀ, GST ਵਾਲੇ ਮੁੱਦੇ ਦੇ ਉੱਤੇ ਰਾਹੁਲ ਗਾਂਧੀ ਨੇ ਇੱਕ ਬਹੁਤ ਜਿਹੜਾ ਅਣਚਾਹਿਆ ਵਰਤਾਰਾ ਵਰਤਾਇਆ ਸੀਗਾ ਕਿ ਉਹਨਾਂ ਨੇ ਉਹ ਪਾੜ ਕੇ ਸੁੱਟਤੀ ਕਿ ਇਹ ਕੀ ਹੈ। ਠੀਕ ਹੈ ਜੀ, ਉਹਦੀ ਚਰਚਾ ਉਦੋਂ ਹੁੰਦੀ ਸੀਗੀ ਕਿ ਰਾਹੁਲ ਗਾਂਧੀ ਕੀ ਪਰਸਨੈਲਿਟੀ ਹੈ, ਜਿਹਨੂੰ ਕੀ ਰਾਈਟ ਹੈ ਕਿ ਗਵਰਨਮੈਂਟ ਕਿੱਦਾਂ ਸੋਚ ਰਹੀ ਹੈ ਤੇ ਰਾਹੁਲ ਗਾਂਧੀ ਉਹਨੂੰ ਪਾੜ ਕੇ ਸੁੱਟ ਰਿਹਾ ਪਾਲਿਸੀ। ਗੈਸ ਦੇ ਸਿਲੰਡਰਾਂ ਦਾ ਕੋਈ ਇਸ਼ੂ। ਠੀਕ ਹੈ ਜੀ, ਪਰ ਉਹ ਨਵੀਂ ਸਰਕਾਰ ਉਦੋਂ ਬਾਅਦ ਬਣੀ ਨਰਿੰਦਰ ਮੋਦੀ ਦੀ, ਉਹਨਾਂ ਨੇ ਉਹਨੂੰ ਲਾਗੂ ਕਰਤਾ। ਠੀਕ ਹੈ ਜੀ, ਜੇ ਹੁਣ ਆਪੋਜੀਸ਼ਨ ਕਰਨ ਦੀ ਗੱਲ ਕਰੀਏ ਵੀ ਕਾਂਗਰਸ ਉਦੋਂ ਆਪੋਜੀਸ਼ਨ ਕਰਦੀ ਸੀ ਜਾਂ ਰਾਹੁਲ ਗਾਂਧੀ ਆਪੋਜੀਸ਼ਨ ਕਰਦੇ ਸੀ, ਤੇ ਪੰਜਾਬ ਦੇ ਜਿਹੜੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਆ ਉਹ GST ਵਾਲੀ ਕਮੇਟੀ ਦੇ ਵਿੱਚ ਮੈਂਬਰ ਆ ਔਰ ਉੱਥੋਂ ਦੀਆਂ ਪਾਲਿਸੀਜ਼ ਨੂੰ ਲਾਗੂ ਕਰਨ ਦੀ ਕਮਿਟਮੈਂਟ ਕਰਕੇ ਆਏ। ਉਹ ਪਾਲਿਸੀ ਲਾਗੂ ਹੋ ਗਈ, ਪਰ ਅਜੇ ਤੱਕ ਬਹੁਤਾ ਸਮਝ ਨਹੀਂ ਸੀ ਆ ਰਹੀ ਵੀ ਕੀ ਹੋਊਗਾ। ਲੱਗਦਾ ਇੱਦਾਂ ਸੀਗਾ ਕਿ ਇੱਕ ਟੈਕਸ ਲੋਕਾਂ ਦਾ ਇਕੱਠਾ ਹੋ ਕੇ ਇੱਕੋ ਥਾਂ ਚੱਲ ਜਾਣਾ, ਉੱਥੋਂ ਮੁੜ ਕੇ ਬਣਦਾ ਹਿੱਸਾ ਜਿਹੜਾ ਵਾ ਉਹ ਸਟੇਟ ਵਾਈਜ਼ ਜਿੰਨਾ ਕਿਸੇ ਦਾ ਹੈਗਾ ਉਹ ਮਿਲ ਜੂਗਾ, ਵਾਪਸ ਆ ਜੂਗਾ। ਹੁਣ ਪਤਾ ਲੱਗਾ ਜੀ ਉਹ ਤਾਂ ਬੰਦ ਹੋ ਗਿਆ। MP ਸਿੰਘ ਜੀ, ਜਿਹੜਾ ਨਾ GST ਵਾਲੀ ਗੱਲ ਹੈਗੀ ਆ, GST ਦਾ ਕਨਸੈਪਟ ਜਿਹੜਾ ਹੈਗਾ ਇਹ ਤਕਰੀਬਨ ਅਸੀਂ ਸਾਰਾ ਡਿਵੈਲਪਡ ਨੇਸ਼ਨਸ ਤੋਂ ਲਿਆ ਹੈਗਾ। ਹਾਂਜੀ, ਕਿ ਇਹਨੂੰ ਇਹਨਾਂ ਰਿਫਾਰਮਸ ਕਹਿੰਦੇ, ਇਕਨੋਮਿਕ ਰਿਫਾਰਮਸ। ਹਾਂਜੀ, ਜਿਵੇਂ ਲੇਬਰ ਰਿਫਾਰਮਸ ਕਰਨੇ ਨੇ ਇਹਨਾਂ ਨੇ, ਬੈਂਕ ਰਿਫਾਰਮਸ ਕਰਨੇ ਨੇ, ਰੈਵਨਿਊ ਰਿਫਾਰਮਸ ਕਰਨੇ ਨੇ, ਰੀਅਲ ਸਟੇਟ ਦੇ ਰਿਫਾਰਮਸ ਕਰਨੇ ਨੇ, ਆ ਲੇਟੈਸਟ ਜਿਹੜੇ ਇਹਨਾਂ ਨੇ ਕਹੇ ਸੀ ਆਰਮੀ 'ਚ ਰਿਫਾਰਮਸ ਕਰਨੇ ਨੇ। ਇਹ ਵਰਲਡ ਬੈਂਕ, IMF ਤੇ ਜਿਹੜੀਆਂ ਵੱਡੀਆਂ ਬਾਡੀਜ਼ ਨੇ, ਇਹ ਉਹਨਾਂ ਦੀ ਡਾਇਰੈਕਸ਼ਨ ਹੁੰਦੀ ਹੈ। ਉਸ ਡਾਇਰੈਕਸ਼ਨ ਦੇ ਵਿੱਚ ਨਾ ਅਸੀਂ ਲੰਬੇ ਟਾਈਮ ਲਈ GST ਨੂੰ ਇਗਨੋਰ ਨਹੀਂ ਸੀ ਕਰ ਸਕਦੇ। ਡਾਕਟਰ ਮਨਮੋਹਨ ਸਿੰਘ ਜੀ ਵੇਲੇ ਵੀ ਇਹ ਗੱਲ ਚੱਲੀ ਸੀ ਕਿ GST ਜਿਹੜੀ ਹੈਗੀ ਆ ਇਹ ਲਾਗੂ ਕਰਨੀ ਚਾਹੀਦੀ ਆ, ਪਰ ਜਦੋਂ ਤੁਹਾਡੇ ਕੋਲ ਨਾ ਸਟੇਟਾਂ ਦੇ ਵਿੱਚ ਸਪੋਰਟ ਨਾ ਹੋਵੇ ਤੇ ਸੈਂਟਰ ਨੂੰ ਇਕੱਲਾ, ਕਿਉਂਕਿ ਸੈਂਟਰ ਇਹਦੇ 'ਚ ਸਟੇਟਾਂ ਦੀ ਕਨਕਰੈਂਸ ਬਹੁਤ ਜ਼ਰੂਰੀ ਸੀਗੀ। ਬਿਲਕੁਲ। ਤਾਂ ਜਦੋਂ ਸਰਕਾਰ ਨੇ 2017 ਦੇ ਵਿੱਚ GST ਇਹ ਲਾਗੂ ਕੀਤੀ ਹੈਗੀ ਆ, ਦੋ ਤਿੰਨ ਗੱਲਾਂ ਦੀ ਇਹਦੇ 'ਤੇ ਕਿੰਤੂ ਪਰੰਤੂ ਹੋਇਆ ਸੀਗਾ। ਇੱਕ ਤਾਂ ਇਹ ਹੈਗਾ ਕਿ ਉਸ ਟਾਈਮ ਇਹ ਡਾਟਾ ਨਹੀਂ ਸੀਗਾ ਕਿ ਜਿਹੜੀ GST ਹੈਗੀ ਆ ਉਹ ਕਿੰਨੇ % ਜਿਹੜੀ ਆ ਸਟੇਟਾਂ ਨੂੰ ਅਸੀਂ ਦੇਣੀ ਹੈਗੀ, ਵਾਪਸ ਕਿੱਦਾਂ ਸਿਸਟਮ ਨਹੀਂ ਸੀ ਪਤਾ। ਨਾ ਹੀ ਇਹ ਗਵਰਨਮੈਂਟ ਨੂੰ ਪਤਾ ਸੀ ਕਿ ਅਸੀਂ ਕਿੰਨੇ ਕਰੋੜ ਰੁਪਈਆ ਇਕੱਠਾ ਕਰਾਂਗੇ। ਤੁਹਾਨੂੰ ਯਾਦ ਹੈ ਕਿ ਇਨੀਸ਼ੀਅਲ ਸਟੇਜ ਦੇ ਉੱਪਰ ਤਾਂ ਬਹੁਤ ਥੋੜ੍ਹੇ ਪੈਸੇ ਇਕੱਠੇ ਹੋ ਰਹੇ ਸੀਗੇ, ਫਿਰ ਹੌਲੀ ਹੌਲੀ ਇਹ GST ਜਿਹੜੀ ਹੈਗੀ ਵੱਧਦੀ ਰਹੀ ਹੈ। ਤਾਂ ਜਦੋਂ GST ਲਾਗੂ ਕੀਤੀ, ਇੱਕ ਤਾਂ ਇਹਦੇ ਨਾਲ ਰੇਟਸ ਜਿਹੜੇ ਸੀਗੇ ਉਹਨਾਂ ਉੱਪਰ ਬਹੁਤ ਕਿੰਤੂ ਪਰੰਤੂ ਹੋਇਆ। ਅਸੀਂ ਬਹੁਤ ਰੇਟਸ ਬਣਾ ਲਏ। ਮੈਨੂੰ ਯਾਦ ਆ ਕਿ ਇੱਕ ਦਿੱਲੀ ਦੇ ਵਪਾਰੀ ਦੀ ਗੱਲ ਸੀਗੀ, ਉਹ ਕਹਿੰਦਾ ਵੇਖੋ ਜੀ ਆਹ ਜਿਹੜਾ ਬੈਗ ਹੈਗਾ ਆਹ ਮੈਂ ਲੈਦਰ ਦਾ ਹੈਗਾ, ਇਹਦੇ ਉੱਪਰ ਕੁੰਡੇ ਲੱਗੇ ਹੋਏ ਆ, ਇਹਦੇ 'ਤੇ ਤਾਂ 13% ਦੇਣੀ ਹੈ। ਇਹਦੇ ਨਾਲ ਦਾ ਹੀ ਲੈਦਰ ਦਾ ਬੈਗ ਹੈ ਜੀ, ਉਹਦੇ ਆਹ ਕੁੰਡੇ ਨਹੀਂ ਲੱਗੇ ਹੋਏ, ਇਹ ਜੀ 5% ਆ। ਕਹਿੰਦਾ ਜਦੋਂ ਗਾਹਕ ਆ ਜਾਂਦਾ ਮੈਨੂੰ ਨਾ ਉਹਨੂੰ ਦੱਸਣਾ ਪੈਂਦਾ ਵੀ ਇਹ 13, ਉਹ ਕਹਿੰਦਾ ਵੀ 13 ਕਿਉਂ ਹੈਗਾ, ਕਿ ਉਹਦੇ ਵਿੱਚ ਇੱਕ ਮੈਸ ਸੀਗਾ ਕਿ ਜਿਹੜੀਆਂ ਦਰਾਂ ਸੀਗੀਆਂ
ਉਹਨਾਂ ਨੂੰ ਇਹਨਾਂ ਨੇ ਕਈ ਬਣਾ ਲਈਆਂ। ਇੱਕ ਜਿਵੇਂ ਸਿਨ ਟੈਕਸ ਲਾ ਦਿੰਦੇ ਹੈਗੇ ਆ, ਕਿ ਕੋਈ ਐਸੀਆਂ ਚੀਜ਼ਾਂ ਸੀ ਜਿਨ੍ਹਾਂ 'ਤੇ ਬਹੁਤ ਜ਼ਿਆਦਾ ਲਾਤਾ, ਉਹਦੇ ਨਾਲ ਕਿਤੇ ਸੌਫਟਵੇਅਰ ਜਿਹੜੇ ਹੈਗੇ ਆ, ਇੱਕ ਵਪਾਰੀ ਤਬਕਾ ਜਿਹੜਾ ਹੈਗਾ, ਫਿਰ ਹੌਲੀ ਹੌਲੀ ਉਹਦੇ 'ਚ ਇਹਨਾਂ ਨੂੰ ਕਰੈਕਸ਼ਨਸ ਕਰਨੀਆਂ ਸ਼ੁਰੂ ਕੀਤੀਆਂ ਹੈਗੀਆਂ ਕਿਉਂਕਿ ਕਈ ਐਸੇ ਦੇਸ਼ ਨੇ ਜਿੱਥੇ 2 ਜਾਂ 3 ਨੇ ਇਹ ਰੇਟਸ ਜਿਹੜੇ 6.5 ਸੀ ਪਹਿਲਾਂ ਸ਼ੁਰੂ ਦੇ ਵਿੱਚ, ਫਿਰ ਉਹ 12 ਤੋਂ 18 ਕਰ ਲਿਆ, ਕਦੇ ਚੱਪਲਾਂ ਦੇ ਉੱਪਰ 5 ਕਰ ਦਿੱਤਾ, ਉਹਦੇ ਨਾਲ ਦੀਆਂ ਚੱਪਲਾਂ ਜਿਹੜੀਆਂ ਸੀ ਉਹਨਾਂ 'ਤੇ 18 ਕਰ ਦਿੱਤਾ। ਤਾਂ ਇਸ ਕਿਸਮ ਦਾ ਸੀਗਾ। ਉਦੋਂ ਇੱਕ ਨਾ ਇਹ ਅੰਡਰਸਟੈਂਡਿੰਗ ਸਟੇਟਾਂ ਨਾਲ ਬਣੀ ਸੀਗੀ ਕਿ 5 ਸਾਲ ਤੱਕ ਜਿੰਨੀ ਤੁਹਾਡੀ ਇਨਕਮ ਹੈਗੀ ਆ ਉਨੀ ਅਸੀਂ ਤੁਹਾਨੂੰ ਰੀਪੇ ਕਰਾਂਗੇ, ਸੈਂਟਰ ਰੀਪੇ ਕਰੂਗਾ ਜੇ GST ਘੱਟ ਹੋ, ਜਿੰਨਾ ਟੈਕਸ ਇਕੱਠਾ ਕਰੋ। ਮੈਨੂੰ ਯਾਦ ਆ ਕਿ ਉਦੋਂ ਮਨਪ੍ਰੀਤ ਸਿੰਘ ਬਾਦਲ ਜਦੋਂ ਗਏ ਸੀਗੇ, ਉਦੋਂ ਬਾਅਦ ਇੱਕ ਕੁਐਸਚਨ ਹੋਇਆ ਸੀਗਾ, ਤਾਂ ਮਨਪ੍ਰੀਤ ਸਿੰਘ ਬਾਦਲ ਨੇ ਵੀ ਇਹ ਗੱਲ ਕਹੀ ਸੀਗੀ ਕਿ ਵੀ ਜਿੰਨੇ ਪੈਸੇ ਸਾਨੂੰ ਮਿਲਦੇ ਹੈਗੇ ਆ ਵੀ 5 ਸਾਲ ਦਾ ਸਾਨੂੰ ਘੱਟੋ ਘੱਟ ਮਿਲਣਗੇ, ਕਿਉਂਕਿ ਨਾ ਗਵਰਨਮੈਂਟ ਇਹ ਸੋਚ ਰਹੀ ਸੀ ਕਿ ਜਦੋਂ ਟ੍ਰਾਂਜੀਸ਼ਨ ਦਾ ਟਾਈਮ ਹੈ, ਟ੍ਰਾਂਜੀਸ਼ਨ ਦੇ ਟਾਈਮ ਦੇ ਵਿੱਚ ਜੇ ਪੈਸੇ ਘੱਟ ਹੋਏ, ਸੈਂਟਰਲ ਗਵਰਨਮੈਂਟ ਕੋਲ ਤਾਂ ਬਹੁਤ ਰਿਸੋਰਸਿਸ ਨੇ, ਸਾਰੇ ਟੈਕਸ ਸਟੇਟਾਂ ਦੇ ਉੱਪਰ ਲੈ ਲਏ ਉਹਨਾਂ ਨੇ, ਤੇ ਬਾਹਲੀਆਂ ਸਟੇਟਾਂ BJP ਰੂਲਡ ਵੀ ਸੀਗੀਆਂ ਵੀ ਉਹ ਚੱਲੂਗਾ ਕੰਮ ਕਿਵੇਂ, ਤੇ ਸਟੇਟਾਂ ਦੇ ਵਿੱਚ ਰੌਲਾ ਪੈ ਜਾਊਗਾ। ਇਹ 2022 ਆ ਗਿਆ ਤਾਂ ਮੈਨੂੰ ਲੱਗਦਾ ਕਿ ਇਹ ਉਹ ਜਿਹੜਾ ਪਾਰਟ ਹੈਗਾ, ਇਹ ਫਾਰ ਐਗਜ਼ਾਮਪਲ ਤੁਹਾਡੀ ਸਟੇਟ ਨੂੰ 10,000 ਕਰੋੜ ਮਿਲਣਾ ਹੈਗਾ, ਜਿਹੜਾ ਕਿ 2017 'ਚ ਮਿਲਣਾ ਸੀਗਾ, ਉਹ 5 ਸਾਲ ਦਾ ਤੁਹਾਨੂੰ ਉਹਨਾਂ ਨੇ ਦਿੱਤਾ, ਹੁਣ 5 ਸਾਲ ਤੁਹਾਨੂੰ ਉਹਨਾਂ ਨਹੀਂ ਦੇਣਗੇ। ਨਹੀਂ ਜੀ, ਪਤਾ ਲੱਗਾ 30 ਜੂਨ 2022 ਨੂੰ GST ਜਿਹੜੀ ਸਟੇਟਾਂ ਨੂੰ ਵਾਪਸ ਆਉਂਦੀ ਸੀ। ਨਹੀਂ ਉਹਦੀ ਗੱਲ ਇਹ ਇੰਜ ਨਹੀਂ ਹੈਗੀ, ਉਹ ਸ਼ਾਇਦ ਮੇਰੀ ਅੰਡਰਸਟੈਂਡਿੰਗ ਡਿਫਰੈਂਟ ਹੈ ਇਹਦੇ 'ਤੇ। ਉਹ ਬੇਸਿਕ ਗੱਲ ਕੀ ਆ ਕਿ 5 ਸਾਲ ਤਾਂ ਉਹਨਾਂ ਨੇ GST ਉਨੀ ਹੀ ਦੇਣੀ ਸੀ ਜਿੰਨੀਆਂ ਕਿ 100%। ਹਾਂ 100% ਜਿੰਨਾ ਡੈਫਿਸਿਟ ਸੀਗਾ। ਠੀਕ। ਹੁਣ ਉਹ ਦੇਣਗੇ ਉਹ ਫਾਰਮੂਲੇ ਮੁਤਾਬਕ, ਫਾਰਮੂਲੇ 'ਚ ਜਿੰਨਾ GST ਤੁਸੀਂ ਕੰਟਰੀਬਿਊਟ ਕੀਤਾ ਹੈਗਾ ਉਹਦੇ 'ਚ ਤੁਹਾਨੂੰ ਵੱਧ ਵੀ ਮਿਲ ਸਕਦਾ, ਜੇ GST ਕੰਟਰੀਬਿਊਟ ਘੱਟ ਕੀਤਾ ਤਾਂ ਤੁਹਾਨੂੰ ਘੱਟ ਵੀ ਹੋ ਸਕਦਾ। ਪੰਜਾਬ ਹੋ ਸਕਦਾ ਇਹਦੇ ਵਿੱਚ ਘਾਟੇ ਵੱਲ ਜਾ ਸਕਦਾ ਹੈ, ਤੇ ਬੰਦ ਹੋਣ ਵਾਲੀ ਇਹ ਜਿਹੜੀ ਗੱਲ ਹੈਗੀ ਆ, ਦੇਖੋ ਇਹਦੇ 'ਚ ਮੈਨੂੰ ਲੱਗਦਾ। ਹਾਂ ਜੀ ਪ੍ਰੋਫੈਸਰ, ਤੁਹਾਨੂੰ ਯਾਦ ਕਰਾਉਣਾ ਚਾਹੁੰਦਾ ਜੀ, ਮੈਂ ਪੰਜਾਬ ਦੇ ਵਿੱਚ ਚੁੰਗੀਆਂ ਹੁੰਦੀਆਂ ਸੀਗੀਆਂ ਮਿਊਨਿਸਪੈਲਿਟੀਆਂ ਦੀਆਂ, ਚੁੰਗੀਆਂ ਦੇ ਵਿੱਚ ਉਹ ਚੁੰਗੀ ਇਸ ਕਰਕੇ ਲੱਗਦੀ ਸੀਗੀ ਕਿ ਸ਼ਹਿਰ ਦੀ ਡਿਵੈਲਪਮੈਂਟ ਕਰਨੀ ਆ, ਜਿਹੜਾ ਉੱਥੇ ਇਨਫਰਾਸਟ੍ਰਕਚਰ ਹੈਗਾ ਉਹਦਾ ਖਰਚਾ ਕੱਢਣਾ ਜੀ, ਬਾਹਰ ਭਾਵੇਂ ਨਹੀਂ ਕਿਤੇ ਭੇਜਣੀਆਂ, ਯਾਨੀ ਉਹ ਫੰਡਸ ਜਿਹੜੇ ਸੀਗੇ ਮਿਊਨਿਸਪੈਲਿਟੀ ਤੋਂ ਟ੍ਰਾਂਸਫਰ ਨਹੀਂ ਸੀ ਕਿਸੇ ਨੂੰ ਹੁੰਦੇ, ਉੱਥੇ ਖਰਚੇ ਜਾਂਦੇ ਸੀ। ਲੋਕਲ ਬੋਡੀ ਜਿਹੜਾ ਹੁੰਦਾ ਸੀ ਡਿਪਾਰਟਮੈਂਟ, ਉਹਦੀ ਟੇਕ ਕੇਅਰ ਕਰਦਾ ਸੀਗਾ। ਹੁਣ ਵੀ ਇਹ ਕਿਹਾ ਜਾਂਦਾ ਸੀਗਾ ਕਿ ਜਿਹੜਾ ਉਹ ਲੋਕਲ ਬੋਡੀ ਤਾਂ ਹੁਣ ਵੀ ਹੈਗੀ, ਮਿਊਨਿਸਪੈਲਿਟੀਆਂ ਤਾਂ ਹੁਣ ਵੀ ਹੈਗੀਆਂ, ਉਹਨਾਂ ਕੋਲ ਇਨਕਮ ਦਾ ਸਾਧਨ ਕੋਈ ਨਹੀਂ, ਗਰੰਟਾਂ ਹੀ ਆ ਨਾ ਸਰਕਾਰ ਦੀਆਂ ਡਿਵੈਲਪਮੈਂਟ ਵਾਸਤੇ, ਜਿਹੜੀ ਗਰਾਂਟ ਆ ਜਾਵੇ, ਇਨਕਮ ਦੀ ਕੋਈ ਪੋਟੈਂਸ਼ੀਅਲ ਵੀ ਹੈ ਨਹੀਂ ਤੇ ਸਾਧਨ ਵੀ ਹੈ ਨਹੀਂ। ਉਹ ਜਿਹੜਾ ਕਿਹਾ ਜਾਂਦਾ ਜੀ, ਜਿਹੜੇ ਮੁਲਾਜ਼ਮ ਤਬਕਾ ਇਹਦਾ ਮਿਊਨਿਸਪੈਲਿਟੀਆਂ ਦਾ ਜਾਂ ਲੋਕਲ ਬੋਡੀਜ਼ ਦਾ, ਉਹਨਾਂ ਦਾ 11% ਤਨਖਾਹਾਂ ਦਾ ਜਿਹੜਾ ਖਰਚਾ ਸੀ ਉਹ GST ਤੋਂ ਪੇ ਹੁੰਦਾ ਸੀ। ਜਦੋਂ ਉਹ ਘਟ ਜਾਊਗਾ ਜਾਂ ਬੰਦ ਹੋ ਜਾਊਗਾ ਤੇ ਉਹ ਤਾਂ EMPLOYEES ਨੂੰ ਬੜਾ ਨੁਕਸਾਨ ਹੋ ਸਕਦਾ। ਕੱਲ੍ਹ ਨੂੰ ਸਟੇਟ ਗਵਰਨਮੈਂਟ ਕਵੇ ਕਿ ਜੀ ਉੱਤੋਂ ਆਏ ਨਹੀਂ ਪੈਸੇ ਜਾਂ ਘੱਟ ਆਏ, ਹੁਣ ਤੁਹਾਡੀ ਤਨਖਾਹਾਂ ਘੱਟ ਹੈ। ਦੇਖੋ ਕਿਉਂਕਿ ਅਸੀਂ ਨਾ GST ਐਕਸੈਪਟ ਕਰ ਲਈ ਹੈ, ਸਟੇਟ ਗਵਰਨਮੈਂਟ ਦੀ ਇਹ ਰਿਸਪੋਂਸੀਬਿਲਿਟੀ ਹੈ ਕਿ ਆਪਦੇ ਟੈਕਸ ਸਿਸਟਮ ਨੂੰ ਬਿਲਕੁਲ ਸਟ੍ਰੀਮਲਾਈਨ ਕਰਨ ਔਰ GST ਦੀ ਕੰਟਰੀਬਿਊਸ਼ਨ ਵਧਾਉਣ ਉੱਥੇ, ਤੇ ਉਹਦੇ ਵਿੱਚੋਂ ਆਪਦਾ ਜਿਹੜਾ ਸ਼ੇਅਰ ਲੈਣ। ਕਿਉਂਕਿ ਜੇ ਅਸੀਂ ਪਿਛਲੱਗ ਹੋ ਗਏ ਨਾ ਤੇ ਇੱਕ ਦੂਜੇ ਦੇ ਕਹੀਏ ਵੀ ਉਹਦੇ ਕਰਕੇ ਹੋ ਗਿਆ, ਉਹਦੇ ਕਰਕੇ ਹੋ ਗਿਆ, ਅਸੀਂ ਗਵਰਨਮੈਂਟ ਨਹੀਂ ਰਨ ਕਰ ਪਾਵਾਂਗੇ। ਕੋਈ ਗਵਰਨਮੈਂਟ ਇਸ ਟਾਈਮ ਅਫੋਰਡ ਨਹੀਂ ਕਰ ਪਾਊਗੀ ਕਿ ਉਹ ਇਹ ਗੱਲ ਕਹਿ ਦੇ ਜੀ ਸਾਡੀ GST ਘੱਟ ਸੀ, ਕਿਉਂਕਿ ਸੈਂਟਰਲ ਗਵਰਨਮੈਂਟ ਨੇ ਤੁਹਾਨੂੰ ਸਪੋਰਟ ਨਹੀਂ ਦੇਣੀ। ਸੈਂਟਰਲ ਗਵਰਨਮੈਂਟ ਨੇ ਇੱਕ ਫਾਰਮੂਲਾ ਬਣਾਇਆ ਹੋਇਆ, ਫਾਰਮੂਲੇ ਦੇ ਉੱਪਰ ਸਾਡੀ ਕਨਕਰੈਂਸ ਹੋਈ ਹੈਗੀ ਆ। ਅਸੀਂ ਪੋਲੀਟੀਕਲੀ ਤਾਂ ਕਹੀ ਜਾਵਾਂਗੇ ਵੀ ਸੈਂਟਰ ਨੇ ਪੈਸੇ ਨਹੀਂ ਦਿੱਤੇ ਗਏ, ਪਰ ਅਸੀਂ ਭੱਜ ਨਹੀਂ ਸਕਦੇ। ਆਪਦੀ ਜਿਹੜੀ ਕਮਿਟਡ ਐਕਸਪੈਂਡੀਚਰ ਹੈ, ਸਾਡੀ ਕੰਟਰੀਬਿਊਸ਼ਨ ਵੀ ਵਧਣੀ ਚਾਹੀਦੀ ਹੈ, ਸਾਡੀ ਕੰਟਰੀਬਿਊਸ਼ਨ ਵਧਣੀ ਚਾਹੀਦੀ ਹੈ। ਸਾਨੂੰ ਜਿੰਨਾ ਜਿਹੜਾ ਟੈਕਸ ਦੀ ਜਿਹੜੀ ਚੋਰੀ ਹੈ ਨਾ ਉਹ ਰੋਕਣੀ ਪਊਗੀ। ਔਰ ਜੇ ਹਰਿਆਣਾ ਜਿਹੜਾ ਹੈਗਾ ਸਾਡੇ ਤੋਂ ਅੱਗੇ ਜਾ ਸਕਦਾ ਹੈਗਾ ਤੇ ਪੰਜਾਬ ਘੱਟੋ ਘੱਟ ਉਹਦੇ ਬਰਾਬਰ ਤਾਂ। ਹਰਿਆਣੇ ਦੇ ਵਿੱਚ ਰੀਜ਼ਨ ਤੁਹਾਨੂੰ ਕੀ ਲੱਗਦਾ ਕਿ ਇੰਡਸਟਰੀ ਜ਼ਿਆਦਾ ਨਹੀਂ ਹੈਗੀ? ਫਰੀਦਾਬਾਦ ਇੰਡਸਟਰੀ ਵੀ ਹੈ, ਜੋ ਮੈਨੂੰ ਲੱਗਦਾ ਕਿ ਉਹਨਾਂ ਨੇ ਪਿਛਲੇ ਸਾਡੇ ਇੰਡਸਟਰੀ ਬਹੁਤ ਘਟ ਗਈ, ਮਾਈਗ੍ਰੇਟ ਕਰ ਗਈ। ਸੈਕੰਡਲੀ ਉਹਨਾਂ ਨੇ ਰਿਫਾਰਮਸ ਸਾਡੇ ਨਾਲੋਂ ਜ਼ਿਆਦਾ ਕੀਤੇ ਨੇ। ਪਹਿਲਾਂ ਉਹਨਾਂ ਦੇ ਐਡਮਿਨਿਸਟ੍ਰੇਟਿਵ ਰਿਫਾਰਮਸ ਜਿਹੜੇ ਹੈਗੇ ਆ ਸਾਡੇ ਨਾਲੋਂ ਬੈਟਰ ਨੇ। ਇਸ ਕਰਕੇ ਅਸੀਂ ਤਾਂ ਪਿਛਲੇ 10-20 ਸਾਲ ਦੇ ਵਿੱਚ ਸਾਡੀਆਂ ਸਰਕਾਰਾਂ ਨੇ ਇੱਧਰ ਧਿਆਨ ਹੀ ਨਹੀਂ ਦਿੱਤਾ ਕਿ ਐਡਮਿਨਿਸਟ੍ਰੇਟਿਵ ਰਿਫਾਰਮਸ ਦੀ ਜ਼ਰੂਰਤ ਹੈਗੀ ਆ। ਠੀਕ ਹੈ। ਤੇ ਨਾ ਸਾਡਾ ਜਿਹੜਾ ਵਪਾਰੀ ਨੇ ਟੈਕਸ ਦੇਣਾ, ਨਾ ਸਾਡਾ ਵਪਾਰੀ ਸੰਤੁਸ਼ਟ ਹੈ ਕਿਸੇ ਸਰਕਾਰ ਤੋਂ। ਉਹ ਖੁਸ਼ ਹੋਣਾ ਨਹੀਂ। ਉਹਦੇ ਸਾਡੇ ਅੱਛਾ ਐਗਰੀਕਲਚਰ ਸਾਡੀ ਇਕਨੋਮੀ ਸੀ, ਐਗਰੀਕਲਚਰ ਦਾ ਸਾਡਾ ਕਿਸਾਨ ਸੰਤੁਸ਼ਟ ਨਹੀਂ ਹੈਗਾ। ਉੱਥੇ ਤੁਹਾਨੂੰ ਐਗਰੀਕਲਚਰ ਦੀ ਤੁਸੀਂ ਦੇਖੋ, ਸਾਡੇ ਕਿਸਾਨੀ ਦੀ ਕਿੱਡੀ ਐਜੀਟੇਸ਼ਨ ਸੀ, ਹਰਿਆਣੇ 'ਚ ਨਹੀਂ ਸੀ। ਸਾਨੂੰ ਦੇਖ ਕੇ ਚੱਲੀ ਹੋਈ। ਬਿਲਕੁਲ। ਤਾਂ ਉਹਨਾਂ ਨੇ ਆਪਦੇ ਰਿਫਾਰਮਸ ਕਰ ਲਏ ਸੀਗੇ, ਤਾਂ ਸਾਡੇ ਨਾਲ ਅੱਗੇ ਜਾ ਰਹੇ ਸੀ। ਚਲੋ ਦੂਜੇ ਪਾਸੇ ਜਾਈਏ ਜੀ, ਹੁਣ ਥੋੜ੍ਹੀਆਂ ਗੱਲਾਂ ਕਰ ਲਈਏ ਰਾਜਨੀਤੀ ਦੀਆਂ।
ਜ਼ਰੂਰ ਕਰਨੀਆਂ ਚਾਹੀਦੀਆਂ। ਰਾਜਨੀਤੀ ਗੱਲ ਇਹ ਹੈ ਜੀ ਵੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕਾਂਗਰਸ ਨੂੰ ਅਲਵਿਦਾ ਕਹਿ ਕੇ ਤੇ ਪੰਜਾਬ ਲੋਕ ਕਾਂਗਰਸ ਬਣਾਈ ਸੀ। ਪਹਿਲਾਂ ਚਰਚਾ ਇਹ ਸੀ ਕਿ ਭਾਜਪਾ 'ਚ ਜਾਣਾ, ਫਿਰ ਕਹਿੰਦੇ ਨਹੀਂ ਜੀ ਅਸੀਂ ਆਜ਼ਾਦ ਆਪਦੀ ਹੋਂਦ ਰੱਖਣੀ ਹੈ। ਉਹ ਆਜ਼ਾਦ ਹੋਂਦ ਬਾਰੇ ਪਤਾ ਲੱਗਾ ਜੀ ਕਿ ਉਹ ਹੁਣ ਉਹਨਾਂ ਨੇ ਕਿਸੇ ਮੌਕੇ ਦੀ ਤਾੜ 'ਚ ਵੀ ਕਦੋਂ ਅਨਾਊਂਸ ਕਰਤਾ ਜਾਵੇ ਕਿ ਅਸੀਂ ਭਾਜਪਾ 'ਚ ਆਪਣੇ ਆਪ ਨੂੰ ਸ਼ਾਮਲ ਕਰ ਲਿਆ। ਇਹਦੇ ਪਿੱਛੇ ਵੀ ਗੱਲਾਂ ਚੱਲੀਆਂ ਜੀ ਵੀ ਇੱਦਾਂ ਕਿਉਂ ਕਰਨ ਜਾਇਆ ਜਾ ਰਿਹਾ। ਉਹ ਗੱਲ ਇਹ ਪਤਾ ਲੱਗੀ ਜੀ ਕਿ ਅਸਲ ਵਿੱਚ ਕਿਸੇ ਖਾਸ ਮੌਕੇ ਦੀ ਉਡੀਕ ਕੀਤੀ ਜਾ ਰਹੀ ਸੀਗੀ ਤੇ ਹੁਣ ਕਿਉਂਕਿ ਰਾਸ਼ਟਰਪਤੀ ਤੇ ਉਪ ਰਾਸ਼ਟਰਪਤੀ ਦੀ ਚੋਣ ਹੋਣ ਜਾ ਰਹੀ ਹੈ ਤੇ ਕਿਹਾ ਜਾਂਦਾ ਕਿ ਬੀਜੇਪੀ ਕਿਉਂਕਿ ਸਿੱਖਾਂ ਨੂੰ ਖੁਸ਼ ਕਰਨ ਤੇ ਪੂਰਾ ਜ਼ੋਰ ਲਾਉਂਦੀ ਪਈ, ਪੂਰੀ ਵਾਹ ਲਾਉਂਦੀ ਪਈ, ਪਰ ਖੁਸ਼ ਹੋ ਨਹੀਂ ਰਹੇ। ਉਹ ਸੋਚਦੇ ਸੀ ਪਹਿਲਾਂ ਬੀਜੇਪੀ ਵਾਲੇ ਵੀ ਬਾਦਲ ਸਾਹਿਬ ਰਾਹੀਂ ਅਸੀਂ ਸਿੱਖਾਂ ਨੂੰ ਖੁਸ਼ ਕਰ ਲਾਂਗੇ ਤੇ ਪੰਜਾਬ ਵਿੱਚ ਆਪਦੇ ਪੈਰ ਜਮਾ ਲਾਂਗੇ। ਫਿਰ ਹੁਣ ਸੋਚਦੇ ਆ ਚਲੋ ਕੈਪਟਨ ਸਾਹਿਬ ਨੂੰ ਕੋਈ ਬਹੁਤ ਵੱਡਾ ਅਹੁਦਾ ਦੇ ਦਿੱਤਾ ਜਾਵੇ, ਗਵਰਨਰ ਬਣਾ ਦਿੱਤਾ ਜਾਵੇ ਜਾਂ ਮੰਤਰੀ ਰਾਜ ਸਭਾ 'ਚ ਭੇਜ ਕੇ ਤੇ ਮਿਨਿਸਟਰ ਬਣਾ ਲਿਆ ਜਾਵੇ, ਜਾਂ ਫਿਰ ਸੋਚਦੇ ਆ ਕਿ ਅਸੀਂ ਉਪ ਰਾਸ਼ਟਰਪਤੀ ਦਾ ਜਿਹੜਾ ਐਡਾ ਵੱਡਾ ਰੁਤਬੇ ਵਾਲਾ ਅਹੁਦਾ ਹੈਗਾ ਉਹ ਦੇ ਦਈਏ ਤੇ ਸ਼ਾਇਦ ਸਿੱਖ ਕਮਿਊਨਿਟੀ ਖੁਸ਼ ਹੋ ਜਾਊ। ਕੀ ਲੱਗਦਾ ਇਹਦੇ 'ਚੋਂ? ਦੇਖੋ, ਜਦੋਂ ਨਾ ਪੰਜਾਬ ਲੋਕ ਕਾਂਗਰਸ ਬਣੀ ਸੀਗੀ ਉਦੋਂ ਹੀ ਲੱਗਦਾ ਸੀਗਾ ਕਿ ਇਹਦੀ ਕੋਈ ਜੜ ਨਹੀਂ ਹੈਗੀ, ਇੱਕ ਸਪਲਿੰਟਰ ਗਰੁੱਪ ਵਾਂਗ ਸੀ। ਤਾਂ ਉਹਨਾਂ ਨੂੰ ਲੱਗਦਾ ਸੀਗਾ ਵੀ ਬੀਜੇਪੀ ਨੂੰ ਇਹ ਸੂਟ ਕਰਦੀ ਸੀ ਗੱਲ ਤੇ ਇਹਨਾਂ ਨੇ ਕਿਹਾ ਵੀ ਤੁਸੀਂ ਬਣਾ ਲਓ। ਇਹਨਾਂ ਨੇ ਬਣਾ ਲਈ। ਤੁਹਾਨੂੰ ਯਾਦ ਹੋਣਾ ਕਿ ਕੋਈ ਇਹਨਾਂ ਕੋਲ ਟਿਕਟਾਂ ਨਹੀਂ ਸੀ, ਕੋਈ ਥੱਲੇ ਇਨਫਰਾਸਟ੍ਰਕਚਰ ਨਹੀਂ ਸੀ। ਹੁਣ ਸਥਿਤੀ ਇਹ ਹੈਗੀ ਆ ਕਿ ਨਾ ਤਾਂ ਇਹਦੇ ਕੋਈ ਵਾਈਸ ਪ੍ਰੈਜ਼ੀਡੈਂਟ ਹੈ, ਨਾ ਇਹਦਾ ਕੋਈ ਜਨਰਲ ਸੈਕਟਰੀ ਹੈ, 2-4 ਸਪੋਕਸ ਪਰਸਨ ਨੇ, ਯਾਨੀ ਇੱਕ ਪੇਪਰ ਪਾਰਟੀ ਹੈ, ਇੱਕ ਤਰ੍ਹਾਂ ਪੇਪਰ ਪਾਰਟੀ ਹੈ, ਰਜਿਸਟਰਡ ਪਾਰਟੀ ਆ ਲੋਕ ਚੋਣ ਕਮਿਸ਼ਨ ਵੱਲੋਂ। ਹਾਂ, ਰਜਿਸਟਰਡ ਪਾਰਟੀ ਆ। ਜਿਹੜੇ ਇਹਦੇ 'ਚੋਂ ਕੁਝ ਬੰਦੇ ਸੀਗੇ ਉਹ ਪਹਿਲਾਂ ਹੀ ਬੀਜੇਪੀ ਚਲੇ ਗਏ ਹੈਗੇ। ਤਾਂ ਹੁਣ ਕੀ ਹੁੰਦਾ ਨਾ, ਮੈਨੂੰ ਤੁਹਾਨੂੰ ਮੈਂ ਹਾਸੇ ਵਾਲੀ ਗੱਲ ਸੁਣਾ ਦਿੰਦਾ ਕਿ ਜਦੋਂ ਸਟੇਟਾਂ ਜਿਹੜੀਆਂ ਸੀਗੀਆਂ ਉਦੋਂ ਸਰਦਾਰ ਪਟੇਲ ਨੇ ਯੂਨੀਅਨ ਆਫ ਇੰਡੀਆ ਇੰਡੀਆ 'ਚ ਬਣਾਇਆ ਸੀ, ਹਾਂਜੀ, ਲੈਂਦੀਆਂ। ਉਦੋਂ ਜਿਹੜੇ ਉਸ ਟਾਈਮ ਦੇ ਬਾਦਸ਼ਾਹ ਸੀ ਉਹਨਾਂ ਨੇ ਕਿਹਾ ਸੀ ਕਿ ਜਿਹੜੇ ਸਾਡੇ ਮੁਲਾਜ਼ਮ ਨੇ ਇਹਨਾਂ ਸਾਰਿਆਂ ਨੂੰ ਨਾ ਤੁਸੀਂ ਇੱਕ ਸਟੈਪ ਫਾਰਵਰਡ ਕਰਕੇ ਅਪ ਦੇ ਕੇ ਤੇ ਅਬਜ਼ੌਰਬ ਕਰ ਲਓ, ਤਰੱਕੀਆਂ ਦੇ ਦਿਓ। ਇਹ ਮੈਨੂੰ ਲੱਗਦਾ ਸਥਿਤੀ ਹੋਈ ਹੈ। ਠੀਕ ਹੈ ਕਿ ਜਿੰਨੇ ਮੇਰੇ ਕੋਲੇ ਬੰਦੇ ਹੈਗੇ ਨੇ, ਕਿਉਂਕਿ ਕਈ ਸਪੋਕਸ ਪਰਸਨ ਨੇ ਵਿਚਾਰੇ ਉਧਰੋਂ ਇੱਧਰ ਆਏ ਹੋਏ ਨੇ ਤੇ ਉਹਨਾਂ ਦੀ ਫਿਊਚਰ ਕੀ ਹੈਗਾ, ਤਾਂ ਆਪਦੇ ਬੰਦਿਆਂ ਨੂੰ ਐਡਜਸਟ ਕਰਾਉਣ ਲਈ ਇਹ ਬੀਜੇਪੀ, ਇਹ ਸਮਝ ਲਓ ਬੀਜੇਪੀ 'ਚ ਚਲੇ ਹੀ ਜਾਣਗੇ। ਰਹੀ ਗੱਲ ਤੁਹਾਡੀ ਵਾਈਸ ਪ੍ਰੈਜ਼ੀਡੈਂਟ ਜਾਂ ਗਵਰਨਰ ਵਾਲੀ ਗੱਲ ਜਿਹੜੀ ਹੈਗੀ ਆ, ਇਹ ਕਾਫੀ ਵੈਸੇ ਚਰਚਾ ਦਾ ਵਿਸ਼ਾ ਹੈਗਾ। ਜਿਹੜੀ ਨਾ ਬੀਜੇਪੀ ਹੈਗੀ ਆ, ਇਹ ਕੁਝ ਸਿੱਖ ਲੀਡਰਸ ਨੂੰ, ਜਿਹਦੇ 'ਚ ਸਿਰਸਾ ਸਾਹਿਬ ਨੂੰ ਵੀ ਲੈ ਕੇ ਆਏ ਸ਼ਾਇਦ, ਉਹਨਾਂ ਨੂੰ ਵੀ ਬਹੁਤ ਵੱਡੀ ਕਮਿਟਮੈਂਟ ਹੋਊਗੀ ਕਿਤੇ ਨਾ ਕਿਤੇ, ਉਹਨਾਂ ਬਿਲਕੁਲ ਤਕੜੀ ਵੱਡੀ ਕਮਿਟਮੈਂਟ ਹੋਈ। ਅਦਰਵਾਈਜ਼ ਤਾਂ ਇੰਨਾ ਪੈਰਾਫਰਨੇਲੀਆ ਅਕਾਲੀ ਦਲ ਦਾ ਛੱਡ ਕੇ ਉਹ ਗਏ ਨੇ, ਸੁਖਬੀਰ ਸਿੰਘ ਬਾਦਲ ਦੀ ਨਾਰਾਜ਼ਗੀ ਲਈ ਆ ਉਹਨਾਂ ਨੇ, ਤੇ ਕੈਪਟਨ ਸਾਹਿਬ ਨੇ ਤਾਂ ਅਜੇ ਕੋਈ ਬੜੀ ਨਾਰਾਜ਼ਗੀ ਕਿਸੇ ਦੀ ਲਈ ਨਹੀਂ। ਤੋ ਬੀਜੇਪੀ ਮੈਨੂੰ ਲੱਗਦਾ ਨਹੀਂ ਵੀ ਸੌਖੇ ਤਰੀਕੇ ਦੇ ਨਾਲ ਬਹੁਤ ਵੱਡੇ ਅਹੁਦੇ ਜਿਹੜੇ ਵੱਡਾ ਉਹਦਾ ਦੇਣ ਦੇ ਲਈ ਨਹੀਂ, ਮੈਨੂੰ ਨਹੀਂ ਲੱਗਦਾ, ਕਿਉਂਕਿ ਉਹਨਾਂ ਦੇ ਆਪਸ ਦੇ ਵਿੱਚ ਵੀ ਲੋਕ ਨੇ ਜਿਨ੍ਹਾਂ ਨੇ ਕਿ ਵਾਈਸ ਪ੍ਰੈਜ਼ੀਡੈਂਟ ਬਣਨਾ। ਕੈਪਟਨ ਸਾਹਿਬ ਦੇ ਬਾਰੇ ਜਿਹੜੀ ਗੱਲ ਹੈਗੀ ਜੀ, ਇਹ ਵੀ ਉਹ ਆਪਦੀ ਗੱਲ ਅੜ ਕੇ ਪਾਸ ਕਰਾਉਂਦੇ ਆ, ਅੜ ਕੇ ਮਨਾਉਂਦੇ ਆ। ਹੁਣ ਤੁਸੀਂ ਦੇਖੋ, ਜਦੋਂ ਇਹਨਾਂ ਨੇ ਪੰਜਾਬ ਦੇ ਪਾਣੀਆਂ ਵਾਲੀ ਗੱਲ ਸੀਗੀ ਤੇ ਉਦੋਂ ਸੈਂਟਰ ਦੇ ਵਿੱਚ ਮਨਮੋਹਨ ਸਿੰਘ ਹੋਰਾਂ ਦੀ ਗਵਰਨਮੈਂਟ ਸੀ। ਹਾਂਜੀ, ਬਿਲਕੁਲ ਠੀਕ। ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਸੀ, ਸੋਨੀਆ ਗਾਂਧੀ ਭਾਵੇਂ ਚਲਾਉਂਦੇ ਜਿੱਦਾਂ ਮਰਜ਼ੀ ਕਹਿ ਲਓ, ਕਾਂਗਰਸੀ ਸਰਕਾਰ ਸੀ ਤੇ ਪੰਜਾਬ ਵਿੱਚ ਕਾਂਗਰਸ ਸਰਕਾਰ ਦੇ ਹੋਣ ਦੇ ਬਾਵਜੂਦ ਉਹਨਾਂ ਨੇ ਇੱਕ ਮਤਾ ਲੈ ਆਂਦਾ ਕਿ ਸਾਰੇ ਜਿਹੜੇ ਹੁਣ ਤੱਕ ਅਵਾਰਡ ਹੈਗੇ ਆ ਉਹ ਕੈਂਸਲ। ਠੀਕ ਹੈ ਜੀ, ਇੱਕ ਮਤਲਬ ਬਗਾਵਤ ਵਾਲੀ ਗੱਲ ਸੀ। ਬਿਲਕੁਲ ਸਹੀ। ਠੀਕ ਹੈ ਜੀ। ਹੁਣ ਤੁਸੀਂ ਦੇਖੋ, ਜੇ ਬੀਜੇਪੀ ਅਸੀਂ ਸੋਚਦੇ ਹਾਂ, ਪੋਲੀਟੀਕਲ ਹਲਕਿਆਂ ਦੇ ਵਿੱਚ ਇਹ ਗੱਲ ਚੱਲ ਰਹੀ ਹੈ ਕਿ ਬੀਜੇਪੀ ਕੈਪਟਨ ਅਮਰਿੰਦਰ ਸਿੰਘ ਦੇ ਰਾਹੀਂ ਪੰਜਾਬ ਦੇ ਵਿੱਚ ਆਪਣੇ ਪੈਰ ਪੱਕੇ ਕਰਨ ਦੀ ਕੋਸ਼ਿਸ਼ ਵਿੱਚ ਹੈ ਤਾਂ ਉਹਨੂੰ ਵੱਡਾ ਅਹੁਦਾ ਦੇ ਦੂ। ਅਜੇ ਕੱਲ੍ਹ ਤਾਂ ਉਹਨਾਂ ਨੇ ਅਗਨੀਪਥ ਦੇ ਖਿਲਾਫ ਬਿਆਨ ਦਿੱਤਾ। ਮੈਂ ਤੁਹਾਡੀ ਗੱਲ ਜਿਹੜਾ ਵੇਖੋ, ਪੱਕੇ ਤਾਂ ਉਹਨਾਂ ਨੇ ਬਹੁਤ, ਦੇਖੋ ਸੁਖਦੇਵ ਸਿੰਘ ਢੀਂਡਸਾ ਜਿਹੜੇ 4 ਕਾਂਗਰਸ ਚੋਂ ਗਏ ਹੋਏ ਨੇ, ਉਹਨਾਂ ਨੇ ਇੱਕ ਟੀਮ ਤਾਂ ਬਣਾਈ ਹੋਈ ਆ, ਪਰ ਨਾ ਉਹ ਸਿੱਖਾਂ ਨੂੰ ਨਹੀਂ ਨਾ ਰਿਪਰੈਜ਼ੈਂਟ ਕਰਦੇ। ਠੀਕ ਹੈ। ਇਹ ਟੀਮ ਸਿੱਖਾਂ ਨੂੰ ਰਿਪਰੈਜ਼ੈਂਟ ਨਹੀਂ ਕਰਦੀਗੀ। ਚਿਹਰਾ ਜਿਹੜਾ ਇਹ ਚਿਹਰੇ ਸਾਰੇ ਸਿੱਖ ਨੇ, ਕਿਉਂਕਿ ਅਕਾਲੀ ਦਲ ਤਾਂ ਕਹਿੰਦਾ ਵੀ ਸਿੱਖਾਂ ਨੂੰ ਅਸੀਂ ਰਿਪਰੈਜ਼ੈਂਟ ਕਰਦੇ ਹਾਂ। ਹੁਣ ਮਾਨ ਸਾਹਿਬ ਇੱਕ ਬਹੁਤ ਵੱਡਾ ਚਿਹਰਾ ਹੈਗਾ, ਉਹ ਕਹਿੰਦੇ ਵੀ ਮੈਂ ਸਿੱਖਾਂ ਨੂੰ ਰਿਪਰੈਜ਼ੈਂਟ ਕਰਦਾ ਹੈਗਾ। ਤਾਂ ਸਾਰਾ ਇਹ ਰਾਜਨੀਤੀ 'ਚ ਹੋ ਕੁਝ ਵੀ ਸਕਦਾ, ਵਾਈਸ ਪ੍ਰੈਜ਼ੀਡੈਂਟ ਵੀ ਬਣ ਸਕਦੇ ਨੇ, ਗਵਰਨਰ ਵੀ ਬਣ ਸਕਦੇ ਨੇ, ਕਿਉਂਕਿ
ਜਦੋਂ ਉਹਨਾਂ ਨੂੰ ਲੱਗਦਾ ਹੁੰਦਾ ਕੋਈ ਬੰਦਾ ਜਿਹਨੇ ਸਾਡੀ ਖਾਤਰ ਕੁਰਬਾਨੀ ਕੀਤੀ ਆ ਤੇ ਲਾਈਫ ਦੇ ਫੈਗ ਐਂਡ ਤੇ ਆ, ਉਹਨਾਂ ਨੂੰ ਕੋਈ ਆਨਰ ਦੇਣੀ ਬਣਦੀ ਹੈਗੀ ਆ, ਤਾਂ ਇਹ ਰਾਜਨੀਤੀ 'ਚ ਹੋ ਜਾਂਦਾ ਹੈਗਾ, ਐਸੀ ਕੋਈ ਗੱਲ ਨਹੀਂ ਹੈਗੀ। ਪਰ ਜੇ ਤੁਸੀਂ ਕਹੋ ਨਾ ਵੀ ਇਹਨਾਂ ਦੇ ਜਿਹੜੇ ਸਿੱਖ ਖੁਸ਼ ਹੋ ਜਾਣਗੇ, ਇਹ ਮੈਨੂੰ ਲੱਗਦਾ ਕਿ ਇਹ ਉਹਨਾਂ ਦੀ ਕੈਲਕੂਲੇਸ਼ਨ ਜਿਹੜੀ ਬੀਜੇਪੀ ਦੀ ਗਲਤ ਹੋਊਗੀ। ਸਿੱਖ ਨਹੀਂ ਖੁਸ਼ ਹੋਣ। ਇਹ ਤਾਂ ਤੁਸੀਂ ਦੇਖੋਗੇ ਜਦੋਂ ਅਗਲੀਆਂ ਇਲੈਕਸ਼ਨਾਂ ਹੋਣਗੀਆਂ, ਇਹਨਾਂ ਵਿੱਚ ਉਹਦੇ ਵਾਪਸ ਆਉਣਗੇ। ਜਦੋਂ ਟਿਕਟਾਂ ਨਾ ਮਿਲੀਆਂ ਉੱਥੋਂ, ਅਕਾਲੀ ਦਲ ਵਾਲੇ ਅਕਾਲੀ ਦਲ 'ਚ ਜਾਣਗੇ, ਕਾਂਗਰਸ ਵਾਲੇ ਕਾਂਗਰਸ 'ਚ ਜਾਣਗੇ, ਕਿਉਂਕਿ ਅਗਲੀ ਜਦੋਂ ਇਲੈਕਸ਼ਨ ਹੋਣੀ ਆ, ਬੀਜੇਪੀ ਦੇ ਜਿਹੜੇ ਆਪ ਦਾ ਕੇਡਰ ਹੈਗਾ, ਉਹ ਕਹਿਣਗੇ ਜਦੋਂ ਸਾਡਾ ਮੌਕਾ ਜਿੱਤਣ ਦਾ, ਹੁਣ ਤੁਸੀਂ ਟਿਕਟਾਂ ਇਹਨਾਂ ਨੂੰ ਦੇਈ ਜਾਂਦੇ। ਬਿਲਕੁਲ। ਤਾਂ ਇਹ ਇੱਕ ਮੈਸ ਹੈ ਇਸ ਟਾਈਮ ਪੋਲੀਟੀਕਲ ਜਿਹੜਾ ਹੈਗਾ। ਉਸ ਮੈਸ ਦੇ ਵਿੱਚ ਉਹ ਕਰੀਮ ਜਿਹੜੀ ਹੈਗੀ ਆ, ਉਹ ਕਿੱਧਰ ਨੂੰ ਲੈਣੀ ਹੈ। ਤੁਸੀਂ ਬਾਦਲ ਦਲ ਦੀ ਗੱਲ ਕੀਤੀ ਸੀ। ਬਾਦਲ ਦਲ ਕਹਿੰਦਾ ਵੀ ਮੈਂ ਸਿੱਖਾਂ ਦਾ ਨੁਮਾਇੰਦਾ ਜਿਹੜਾ ਅਦਾਰਾ ਵਾ, ਤੇ ਉਹਨਾਂ ਨੇ ਕਿਸਾਨੀ ਅੰਦੋਲਨ ਦੇ ਸੰਬੰਧ ਦੇ ਵਿੱਚ ਜਿਹੜੇ 3 ਕਾਨੂੰਨ ਸੀਗੇ, ਉਹਨਾਂ ਤੇ ਬੜਾ ਘਟੀਆ ਜਿਹੜਾ ਸਟੈਂਡ ਲਿਆ ਸੀਗਾ। ਮੂੰਹ ਦੀ ਖਾਧੀ, ਅਖੀਰ ਉਹਨਾਂ ਨੂੰ ਉਹ ਸਰਕਾਰ ਵਿੱਚੋਂ ਬਾਹਰ ਆਉਣਾ ਪਿਆ। ਇੰਨੀ ਲੰਬੀ ਜਿਹੜੀ ਸੀ ਕਮਿਟਮੈਂਟ ਉਹ ਤੋੜਨੀ ਪਈ। ਹੁਣ ਪਤਾ ਲੱਗਾ ਜੀ ਜਿਹੜੀ ਰਾਸ਼ਟਰਪਤੀ ਚੋਣ ਦੇ ਵਿੱਚ ਅਕਾਲੀ ਦਲ ਨੇ ਅਨਾਉਂਸ ਨਹੀਂ ਕੀਤਾ ਇਕੱਲਾ, ਸਗੋਂ ਉੱਥੇ ਜਾ ਕੇ ਉੱਥੇ ਸਰਸਾ ਸਾਹਿਬ ਦੀ ਮੌਜੂਦਗੀ ਉੱਥੇ ਹੈਗੀ ਆ। ਉਸ ਮੌਜੂਦਗੀ ਦੇ ਵਿੱਚ ਉਹਨਾਂ ਨੇ ਕਹਿ ਦਿੱਤਾ ਅਕਾਲੀ ਦਲ ਨੇ ਕਿ ਅਸੀਂ ਆਪਦੀ ਪਾਰਟੀ ਵੱਲੋਂ ਸਪੋਰਟ ਕਰਾਂਗੇ। ਹਾਲਾਂਕਿ ਵਿਧਾਇਕ 3 ਹੀ ਹੈ ਤੇ ਪਾਰਲੀਮੈਂਟ ਵਿੱਚ 2 ਹਸਬੈਂਡ ਵਾਈਫ ਹੈਗੇ ਆ ਬਾਦਲ ਹੋਰੀ। ਤੇ ਇਹ ਕੀ ਲੱਗਦਾ ਕਿ ਥੁੱਕ ਕੇ ਚੱਟਣ ਵਾਲੀ ਗੱਲ ਆ ਜਾਂ ਰਾਜਨੀਤਿਕ ਮਜਬੂਰੀਆਂ? ਦੇਖੋ ਨਾ, ਅਕਾਲੀ ਦਲ ਕਾਫੀ ਦੇਰ ਤੋਂ ਬੀਜੇਪੀ ਦੇ ਨਾਲ ਹੀ ਰਿਹਾ ਹੈਗਾ, ਤੇ ਜਦੋਂ ਸਟੇਟਾਂ ਦੀਆਂ ਪਾਵਰਸ ਦੀ, ਫੈਡਰਲ ਗਵਰਨਮੈਂਟ ਦੀ ਗੱਲ, ਫੈਡਰਲ ਪਾਵਰਸ ਦੀ ਗੱਲ ਹੁੰਦੀ ਸੀਗੀ, ਉਦੋਂ ਇੱਕ ਵੱਖਰਾ ਸਟੈਂਡ ਰੱਖਦੇ ਸੀਗੇ। ਇੱਕ ਹੁਣ ਕਾਫੀ ਦੇਰ ਤੋਂ ਇਹਨਾਂ ਨੇ ਕੋਈ ਸਟੈਂਡ ਨਹੀਂ ਲਿਆ ਗਾ, ਕਿਸੇ ਗੱਲ ਦੇ ਉੱਪਰ ਸਟੈਂਡ ਨਹੀਂ ਲਿਆ ਗਾ। ਹੁਣ ਇਸ ਸਥਿਤੀ ਇਹਨਾਂ ਨੇ ਨਾ ਸਪੋਰਟ ਤਾਂ ਬੀਜੇਪੀ ਦੀ ਕਰਨੀ ਸੀਗੀ, ਪਰ ਜਿਹੜਾ ਇਹਨਾਂ ਨੇ ਨਾ ਤਰੀਕਾ ਵਰਤਿਆ ਹੈਗਾ, ਇਹ ਗੱਲ ਕਹਿ ਕੇ ਜੀ ਉਹ ਕਾਂਗਰਸ ਦੇ ਕੈਂਡੀਡੇਟ ਨੇ। ਕਾਂਗਰਸ ਦਾ ਕੈਂਡੀਡੇਟ ਕਿਵੇਂ ਹੈ ਜੀ? ਉਹ ਦੇਖੋ ਨਾ, ਇੱਕ ਆਪੋਜੀਸ਼ਨ ਦਾ ਕੈਂਡੀਡੇਟ ਹੈਗਾ, ਉਹ ਬੀਜੇਪੀ 'ਚ ਸੀ ਪਹਿਲਾਂ। ਹਾਂਜੀ, ਬੀਜੇਪੀ ਛੱਡ ਕੇ ਉਹਨਾਂ ਨੇ ਤ੍ਰਿਮੂਲ ਕਾਂਗਰਸ ਜੁਆਇਨ ਕੀਤੀ। ਨਵੀਂ ਗੱਲ ਨਾ ਵੀ ਇਹ ਸਾਰੀ ਗੱਲ ਕੁੱਲ ਮਿਲਾ ਕੇ ਅਕਾਲੀ ਦਲ ਨੂੰ ਨਾ ਜਿਵੇਂ ਇੱਕ ਫੋਬੀਆ ਹੁੰਦਾ ਹੈ ਵੀ ਕੋਈ ਗੱਲ ਜੇ ਕਹਿਣੀ ਹੈ ਵੀ ਜੋ ਅਸੀਂ ਕਹਿਣਾ ਮੰਨ ਹੀ ਜਾਣਾ ਲੋਕਾਂ ਨੇ, ਕਾਂਗਰਸ ਨੂੰ, ਕਾਂਗਰਸ ਦਾ ਨਾਂ ਜ਼ਰੂਰ ਲਓ। ਵੈਸੇ ਜੇ ਤੁਸੀਂ ਸਪੋਰਟ ਕਰਨੀ ਹੈ, ਤੁਸੀਂ ਗ੍ਰੇਸਫੁਲੀ ਸਪੋਰਟ ਸੀ ਇਹ ਗੱਲ ਕਰ ਕਿ ਅਸੀਂ ਸਪੋਰਟ ਕਰਾਂਗੇ, ਇਹ ਵਿਮਨ ਕੈਂਡੀਡੇਟ ਨੇ ਜਾਂ ਮਾਈਨੋਰਿਟੀ ਨੇ, ਇਹ ਗੱਲ ਕਹਿਣੀ, ਕਿਉਂਕਿ ਅਸੀਂ ਇਹਦਾ ਮਤਲਬ ਕਿ ਤੁਸੀਂ ਮਨੋ ਸਪੋਰਟ ਨਹੀਂ ਕਰ ਰਹੇ, ਤੁਸੀਂ ਕਾਂਗਰਸ ਦੀ ਆਪੋਜੀਸ਼ਨ ਕਰ ਰਹੇ। ਤਾਂ ਮੈਨੂੰ ਲੱਗਦਾ ਕਿ ਪੋਲੀਟੀਕਲੀ ਇਹ ਸਟੇਟਮੈਂਟ ਜਿਹੜੀ ਹੈਗੀ ਆ, ਇਹ ਬੜੀ ਵਧੀਆ ਸਟੇਟਮੈਂਟ, ਸਿਆਣਪ ਵਾਲੀ ਨਹੀਂ ਹੈਗੀ। ਸੁਖਬੀਰ ਸਿੰਘ ਬਾਦਲ ਜੀ ਦੀ ਸਟੇਟਮੈਂਟ, ਮੈਨੂੰ ਉਹਨਾਂ ਦੀ ਪ੍ਰੈਸ ਕਾਨਫਰੰਸ ਸੁਣੀ ਸੀਗੀ, ਉਹਦੇ ਵਿੱਚ ਉਹਨਾਂ ਨੇ ਇਹੀ ਗੱਲ ਕਹੀ ਹੈਗੀ। ਤਾਂ ਇਹ ਸਪੋਰਟ ਤਕਰੀਬਨ ਸਾਰੀਆਂ ਪਾਰਟੀਆਂ ਜਿਹੜੀਆਂ ਸਪੋਰਟ ਕਰ ਰਹੀਆਂ ਨੇ, ਉਹ ਡਿਫਰੈਂਟ ਐਂਗਲਸ ਤੋਂ ਸਪੋਰਟ ਕਰ ਰਹੀਆਂ। ਬਿਲਕੁਲ। ਤੇ ਕਿਉਂਕਿ ਜਦੋਂ ਪ੍ਰੈਜ਼ੀਡੈਂਟ ਬੀਜੇਪੀ ਸੁਖਬੀਰ ਸਿੰਘ ਬਾਦਲ ਜੀ ਨੂੰ ਟੈਲੀਫੋਨ ਕਰ ਦੇਣ, ਤਾਂ ਮੈਨੂੰ ਲੱਗਦਾ ਕਿ ਬਹੁਤ ਔਖਾ ਹੁੰਦਾ ਨੋ ਕਰਨੀ ਅੱਗੋਂ, ਪਰ ਉਹ ਕਹਿੰਦੇ ਵੀ ਅਸੀਂ ਕੋਈ ਨਾ ਕੋਈ ਬਹਾਨਾ ਬਣਾਵਾਂਗੇ, ਤੁਹਾਡੀ ਮਦਦ ਕਰਾਂਗੇ। ਉਹਦੇ ਗੋਡੇ ਜਾ ਚੜ ਕੇ ਆਉਣਾ ਜਦੋਂ। ਇੱਕ ਹੋਰ ਵੀ ਮੈਨੂੰ ਲੱਗਦਾ ਕਿ ਇਸ ਟਾਈਮ ਅਕਾਲੀ ਦਲ ਬਿਲਕੁਲ ਅਲੱਗ ਥਲੱਗ ਹੈ, ਅਲੱਗ ਥਲੱਗ ਹੈਗਾ, ਔਰ ਇਹ ਆਪਦੀ ਇੱਕ ਪੋਲੀਟੀਕਲ ਸਪੇਸ ਜਿਹੜੀ ਹੈਗੀ ਆ, ਉਹਦੀ ਖਾਤਰ ਹੋ ਸਕਦਾ ਕਿ ਕਿਸੇ ਟਾਈਮ ਬੀਜੇਪੀ ਦੇ ਨਾਲ ਜਿਹੜੇ ਹੈਗੇ ਆ ਪਛਤਾਵਾ ਵੀ ਕਰਦੇ ਹੋਣਗੇ ਵੀ ਅਸੀਂ ਕਿਸਾਨੀ ਅੰਦੋਲਨ ਦੀ ਹਮਾਇਤ ਕਰਕੇ ਜਾਂ ਉਹਦੇ 'ਚੋਂ ਮਿਨਿਸਟਰੀ 'ਚੋਂ ਬਾਹਰ ਆ ਕੇ ਕੀ ਖੱਟ ਲਿਆ, ਤੇ ਹੁਣ ਸਗੋਂ ਮੌਕਾ ਮਿਲ ਗਿਆ, ਤੇ ਅੰਦਰੋਂ ਤਾਂ ਮਨ ਖੁਸ਼ ਹੀ ਹੁੰਦਾ ਹੋਊ ਵੀ ਬੀਜੇਪੀ ਦੇ ਨੈਸ਼ਨਲ ਪ੍ਰੈਜ਼ੀਡੈਂਟ ਨੇ ਫੋਨ ਕੀਤਾ ਹੈਗਾ, ਤੇ ਕਿਉਂ ਨਾ ਹਾਂ ਕੀਤੀ ਜਾਵੇ। ਨਹੀਂ, ਰਾਜਨੀਤੀ ਨਹੀਂ, ਅੱਜ ਨਹੀਂ ਕੀਤਾ, ਇਹ ਤਾਂ ਤਕਰੀਬਨ ਆਪ ਵਿੱਚ ਗੱਲਬਾਤ ਹੁੰਦੀ ਰਹਿੰਦੀ ਆ। ਇਹ ਤਾਂ ਉਵੇਂ ਲੱਗਦਾ ਵੀ ਵੱਖਰੀ ਵੱਖਰੀ ਕੁਰਸੀ ਤੇ ਬੈਠੇ ਆ, ਇਹ ਗੱਲ ਨਹੀਂ ਹੈਗੀ। ਉਹਨਾਂ ਨੂੰ ਡਰ ਇਹ ਹੈਗਾ ਵੀ ਕਿਤੇ ਸਿਮਰਜੀਤ ਸਿੰਘ ਮਾਨ ਜਿਹੜੇ ਹੈਗੇ ਆ, ਉਹ ਸਿੱਖਾਂ ਦਾ ਫੇਸ ਬਣ ਕੇ ਅਕਾਲੀ ਦਲ ਨੂੰ ਨਾ ਕਰ, ਕਿਉਂਕਿ ਉਹਨਾਂ ਨੇ ਸਿਮਰਜੀਤ ਸਿੰਘ ਮਾਨ ਦੇ ਵਿਰੁੱਧ ਕਾਫੀ ਗੱਲਾਂ ਕਹੀਆਂ ਹੋਈਆਂ ਨੇ ਪਹਿਲਾਂ। ਠੀਕ। ਇਸ ਕਰਕੇ ਉਹਨਾਂ ਨੇ ਉਹ ਲੱਗਦਾ ਕਿ ਸਿੱਖਾਂ ਦਾ ਫੇਸ ਉਹ ਨਾ ਦੁਬਾਰਾ ਮੁੜ ਕੇ ਬਣ ਜਾਏ। ਤਾਂ ਉਹ ਇਸ ਕਰਕੇ ਬੀਜੇਪੀ 'ਚ ਜਿਹੜੀ, ਚਲੋ ਸਿਮਰਜੀਤ ਸਿੰਘ ਮਾਨ ਹੋਣਾ ਦੀ ਗੱਲ ਕੀਤੀ, ਮੈਂ ਉਹ ਵੀ ਚਾਹੁੰਦਾ ਕਿ ਉੱਤੇ ਕੋਈ ਚਰਚਾ ਜ਼ਰੂਰ ਕੀਤੀ ਜਾਵੇ। ਸੰਗਰੂਰ ਪਾਰਲੀਮੈਂਟ ਇਲੈਕਸ਼ਨ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਜਿੱਤ ਗਏ ਜੀ। ਇਹ ਵੈਸੇ ਤਾਂ ਹੈਰਾਨੀ ਵਾਲੀ ਗੱਲ ਹੈਗੀ ਆ ਕਿ 3 ਮਹੀਨੇ ਪਹਿਲਾਂ ਉਹ ਸਾਰੀਆਂ ਵਿਧਾਨ ਸਭਾ ਜਿਹੜੀਆਂ ਸੀਗੀਆਂ ਸੀਟਾਂ, ਉਹ ਆਮ ਆਦਮੀ ਪਾਰਟੀ ਨੇ ਜਿੱਤੀਆਂ। 3 ਮਹੀਨਿਆਂ ਬਾਅਦ ਹੀ ਪਲਟਾ ਵੱਜ ਗਿਆ ਤੇ ਉੱਥੋਂ ਸੰਗਰੂਰ ਤੋਂ ਪਾਰਲੀਮੈਂਟ ਵਿੱਚ ਸਿਮਰਨਜੀਤ ਸਿੰਘ ਮਾਨ ਪਹੁੰਚ ਗਏ। ਇਹ ਕੀ ਹੋਇਆ ਸਾਰਾ ਕੁਝ ਰਾਜਨੀਤਿਕ ਸੰਦਰਭ ਵਿੱਚ, ਇਹਦੇ ਤੇ ਮੈਂ ਜ਼ਰੂਰ ਟਿੱਪਣੀ ਚਾਹੂੰਗਾ। ਤੇ ਫਿਰ ਉਸ ਤੋਂ ਬਾਅਦ ਜਿਹੜੇ ਤੁਸੀਂ ਸਿੱਖ ਚਿਹਰੇ ਦੀ ਗੱਲ ਕਰਦੇ ਆ, ਤੇ ਉਹਨਾਂ ਨੇ ਜਿਹੜੀ ਆਪਦੀ ਇਲੈਕਸ਼ਨ ਲੜੀ ਸੀਗੀ ਅਕਾਲੀ ਦਲ ਬਾਦਲ ਵੱਲੋਂ,
ਉਹ ਇਸ ਮੁੱਦੇ ਤੇ ਲੜੀ ਸੀ ਕਿ ਬੰਦੀ ਸਿੰਘ ਜਿਹੜੇ ਆ ਉਹ ਰਿਹਾ ਕਰਾਉਣੇ ਆ ਤੇ ਬੰਦੀ ਸਿੰਘਾਂ ਦੀ ਫੈਮਿਲੀ ਵਿੱਚੋਂ ਕੈਂਡੀਡੇਟ ਨੂੰ ਇਸ ਚੋਣ ਮੈਦਾਨ 'ਚ ਉਤਾਰਨਾ। ਉਹੀ ਕੈਂਡੀਡੇਟ ਭਾਵੇਂ ਉਹਦੀ ਜ਼ਮਾਨਤ ਜ਼ਬਤ ਹੋ ਗਈ, ਉਹੀ ਕੈਂਡੀਡੇਟ ਨੇ ਅੱਜ ਨਸੀਹਤ ਦੇ ਦਿੱਤੀ ਸੁਖਬੀਰ ਸਿੰਘ ਬਾਦਲ ਨੂੰ। ਇਹ ਮਤਲਬ ਕਿ ਤੁਸੀਂ ਜਿਹੜੀ ਬੀਜੇਪੀ ਨਾਲ ਸਾਂਝੀ ਭੈਲੀ ਕਰ ਰਹੇ ਆ, ਕੀ ਤੁਸੀਂ ਇਹ ਮੁੱਦਾ ਰੱਖਿਆ ਕਿ ਅਸੀਂ ਤੁਹਾਡੇ ਨਾਲ ਸਾਂਝ ਦੁਬਾਰਾ ਫੇਰ ਪਾਵਾਂਗੇ ਜੇ ਬੰਦੀ ਸਿੰਘਾਂ ਨੂੰ ਰਿਹਾ ਕਰੋਗੇ? ਇਹ ਦੋਨੋਂ ਗੱਲਾਂ ਨੂੰ ਤੁਸੀਂ ਕਿਵੇਂ ਲੈਂਦੇ ਹੋ? ਦੇਖੋ, ਜਿਹੜੀ ਸੰਗਰੂਰ ਆਪਾਂ ਲਾਸਟ ਟਾਈਮ ਵੀ ਨਾ ਡਿਸਕਸ਼ਨ ਕੀਤੀ ਸੀਗੀ, ਸੰਗਰੂਰ ਪਾਰਲੀਮੈਂਟਰੀ ਜਿਹੜੀ ਇਲੈਕਸ਼ਨ ਸੀਗੀ, ਇਹਦੇ ਵਿੱਚ ਮੈਨੀਫੈਸਟੋ ਤਾਂ ਕਿਸੇ ਦਾ ਕੋਈ ਨਹੀਂ ਸੀਗਾ। ਇੱਕ ਇਮੋਸ਼ਨਲ ਕਾਰਡ ਸੀਗਾ ਬੰਦੀ ਸਿੰਘਾਂ ਵਾਲਾ, ਜਿਹੜਾ ਕਿ ਅਕਾਲੀ ਦਲ ਦਾ ਸੀਗਾ। ਬੀਜੇਪੀ ਦਾ ਕੋਈ ਨਹੀਂ ਸੀ। ਬੀਜੇਪੀ ਨੂੰ ਤਾਂ ਇਹ ਸੀਗਾ ਵੀ ਜੀ ਇੱਕ MP ਹੈ ਜੀ, ਤੁਸੀਂ ਦਿਓਗੇ ਤਾਂ ਅਸੀਂ ਪੰਜਾਬ ਨੂੰ ਹੋਰ ਫੰਡ ਲੈ ਕੇ ਦੇਵਾਂਗੇ। ਕਾਂਗਰਸ ਕੋਲੇ ਕੋਈ ਨਹੀਂ ਸੀ। ਸਿਮਰਜੀਤ ਸਿੰਘ ਮਾਨ ਲੰਬੇ ਟਾਈਮ ਤੋਂ ਸਿੱਖ ਕਾਰਡ ਜਿਹੜਾ ਪਲੇ ਕਰਦੇ ਆ ਰਹੇ ਨੇ ਲੰਬੇ ਸਮੇਂ ਲਈ, ਔਰ ਇਹਦੇ 'ਚ ਜਿਹੜੇ ਦੋ, ਇੱਕ ਤਾਂ ਸਿੱਧੂ ਮੂਸੇਵਾਲਾ ਜਿਹੜੇ ਸੀਗੇ, ਉਹਨਾਂ ਦਾ ਜਿਹੜਾ ਇੱਕ ਮਰਡਰ ਹੋ ਜਾਣਾ, ਤੇ ਦੀਪ ਸਿੱਧੂ ਦਾ ਜਿਹੜਾ ਐਕਸੀਡੈਂਟ ਹੋਣਾ ਹੈਗਾ, ਜਿਹੜਾ ਨੌਜਵਾਨ ਸੀ ਸਾਰਾ ਜਿਹੜਾ ਹੈਗਾ। ਕਿਉਂਕਿ ਜਦੋਂ ਕੋਈ ਮੁੱਦਾ ਨਾ ਹੋਵੇ ਤਾਂ ਇਮੋਸ਼ਨਲ ਕਾਰਡ ਹੁੰਦਾ, ਤਾਂ ਉਹ ਇਮੋਸ਼ਨਲ ਕਾਰਡ ਜਿਹੜਾ ਸੀ ਉਹ ਯੂਜ਼ ਕਰ ਲਿਆ ਨਾ ਪੂਰਾ, ਉਹ ਆਟੋਮੈਟਿਕਲੀ ਯੂਜ਼ ਹੋਇਆ। ਹਾਂਜੀ, ਉਹਨਾਂ ਨੇ ਨਹੀਂ ਯੂਜ਼, ਕਿਉਂਕਿ ਜਦੋਂ ਉਹਨਾਂ ਨੇ ਕਿਹਾ ਕਿ ਵੀ ਮੈਂ ਸਿੱਖਾਂ ਦਾ ਚਿਹਰਾ ਹੈਗਾ, ਵੀ ਮੈਨੂੰ ਸਿੱਖ ਕਰਕੇ ਤੁਸੀਂ ਵੋਟ ਪਾ ਦਿਓ। ਤੁਹਾਨੂੰ ਯਾਦ ਹੋਣਾ ਕਿ ਕਈ ਵਾਰੀ ਇਸ ਗੱਲ ਤੇ ਵੋਟ ਪੈਂਦੀ ਹੁੰਦੀ ਸੀ ਕਿ ਪੰਥ ਖਤਰੇ 'ਚ ਆ, ਮੁੱਦੇ ਪਿੱਛੇ ਹੋ ਜਾਂਦੇ ਸੀ। ਇੱਥੇ ਐਕਚੁਅਲੀ ਮੁੱਦਾ ਹੀ ਨਹੀਂ ਸੀ। ਕਾਂਗਰਸ ਦੇ ਤਾਂ ਬਾਹਲੇ ਮਿਨਿਸਟਰ ਗਏ ਹੀ ਨਹੀਂ ਉੱਥੇ ਸਪੋਰਟ ਕਰਨ। ਸੁਖਬੀਰ ਸਿੰਘ ਬਾਦਲ ਜੀ ਦੀ ਵੀ ਕੰਪੇਨ ਜਿਹੜੀ ਬਹੁਤ ਪੂਰ ਉੱਥੇ ਸੀਗੀ, ਅਕਾਲੀ ਦਲ ਦੀ ਕੰਪੇਨ, ਕਿਉਂਕਿ ਲੋਕਾਂ ਕੋਲੇ ਮੁੱਦਾ ਕੋਈ ਨਹੀਂ ਸੀ। ਨੌਜਵਾਨ ਅੱਗੇ ਆ ਗਏ। ਜਦੋਂ ਤੁਸੀਂ ਦੇਖੋ ਮੈਕਸੀਮਮ ਵੋਟ ਜਿਹੜੀ ਹੈਗੀ ਮਲੇਰਕੋਟਲੇ ਤੋਂ ਪਈ ਹੈ। ਜਿਹੜੀ ਮਲੇਰਕੋਟਲੇ ਦੀ ਵੋਟ, ਕਿਉਂਕਿ ਮਾਈਨੋਰਿਟੀ ਵੋਟ ਸੀਗੀ, ਉਹਨਾਂ ਨੂੰ ਲੱਗਦਾ ਹੈਗਾ ਕਿ ਇਹ ਸਿੱਖ ਨੇ, ਇਹ ਮਾਈਨੋਰਿਟੀ ਨੇ, ਇਹ ਸਾਡੀ ਸਪੋਰਟ ਕਰ ਸਕਦੇ ਨੇ, ਹਾਂ ਦਾ ਨਾਰਾ ਮਾਰ ਸਕਦੇ ਨੇ। ਤਾਂ ਹਾਂ ਦੇ ਨਾਰੇ ਦੇ ਵਿੱਚ ਮੈਕਸੀਮਮ ਵੋਟ ਪਈ ਹੈਗੀ। ਤਾਂ ਜਿਹੜੀ ਡਿੜਬੇ ਵਾਲੇ ਏਰੀਏ ਦੀ ਜਿਹੜੀ ਵੋਟ ਹੈਗੀ, ਉਹ ਮੈਕਸੀਮਮ ਵੋਟ ਉਧਰ ਨੂੰ ਪਏਗੀ। ਆਪ ਵਾਲਿਆਂ ਦੇ ਕੋਲੇ ਨਾ ਤਾਂ ਕੋਈ ਏਜੰਡਾ ਸੀਗਾ ਸੈਂਟਰ ਵਾਸਤੇ। ਇੱਕ ਜਿਹੜਾ ਇਹਨਾਂ ਨੇ ਰਾਜ ਸਭਾ ਦੇ ਵਿੱਚ ਬੰਦੇ ਦੂਸਰੇ ਲੈ ਕੇ ਗਏ, ਉਹ ਥੱਲੇ ਗੱਲ ਜਿਹੜੀ ਹੈਗੀ ਆ ਕਾਮਨ ਮੈਨ ਨੂੰ ਲੱਗਣ ਲੱਗ ਗਿਆ ਯਾਰ ਇਹ ਤਾਂ ਪੰਜਾਬ ਦੇ ਬੰਦੇ ਨਹੀਂ ਸੀ, ਇਹ ਤਾਂ ਪੰਜਾਬ ਦੇ ਬੰਦੇ ਨਹੀਂ ਸੀਗੇ। ਤਾਂ ਉਹ ਲੋਕਾਂ ਨੇ ਉਹਨਾਂ ਤੋਂ ਥੋੜਾ ਜਿਹਾ ਪਿੱਛਾ ਕੀਤਾ ਤੇ ਪਿੱਛੇ ਹਟਣਾ ਹੈ ਉਹ ਸਿੱਖ ਜਿਹੜਾ। ਦੂਸਰੀ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ ਵੀ ਕਮਲਜੀਤ ਤੇ ਬੰਦੀ ਸਿੰਘਾਂ ਵਾਲੀ, ਇਹ ਗੱਲ ਬਿਲਕੁਲ ਦਰੁਸਤ ਹੈ। ਇਹ ਡਾਇਮੈਟ੍ਰਿਕਲੀ ਅਪੋਜ਼ਡ ਪੋਲੀਟਿਕਸ ਕਰਦੇ ਆ। ਕਦੇ ਖੱਬੇ ਜਾਂਦੇ ਆ, ਕਦੇ ਸੱਜੇ ਜਾਂਦੇ ਆ, ਕਦੇ ਸੈਂਟਰਿਸਟ ਹੋ ਜਾਂਦੇ ਹੈਗੇ ਆ। ਕਿਸੇ ਮੁੱਦੇ ਤੇ ਕਿਵੇਂ ਹੁੰਦੇ ਹੈਗੇ ਆ। ਜਦੋਂ ਇਹ ਕਿਸਾਨੀ ਦੀ ਸਟਰਗਲ ਦੇ ਵਿੱਚ ਸੀਗੇ, ਇਹ ਬਿਲਕੁਲ ਬੀਜੇਪੀ ਦੀ ਲਾਈਨ ਤੇ ਸੀਗੇ, ਬੀਜੇਪੀ ਦੀ ਲਾਈਨ ਤੇ ਸੀ। ਫਿਰ ਉਹਨਾਂ ਨੂੰ ਲੱਗਿਆ ਕਿ ਸਾਡੀ ਸਪੇਸ ਜਿਹੜੀ ਇਹ ਖਤਮ ਹੋਊਗੀ ਪੋਲੀਟੀਕਲ, ਇੱਕਦਮ ਇਹਨਾਂ ਨੇ ਯੂ ਟਰਨ ਮਾਰੀ ਤੇ ਸੈਂਟਰ ਦੇ ਵਿੱਚ ਆ ਗਏ। ਸੈਂਟਰ ਤੋਂ ਫਿਰ ਹਾਰ ਗਏ। ਹਾਰਨ ਤੋਂ ਬਾਅਦ ਜਿਹੜੀ ਹੁਣ ਸਥਿਤੀ ਇਹ ਹੈਗੀ ਆ, ਤਾਂ ਹੁਣ ਬਿਲਕੁਲ ਐਕਸਟ੍ਰੀਮ ਕਿ ਪੰਥਕ ਕਾਰਡ, ਪੰਥਕ ਕਾਰਡ ਤੇ ਬੀਜੇਪੀ ਦੋਨੋਂ ਤਾਂ ਇਕੱਠੀਆਂ ਨਹੀਂ ਨਾ ਹੋ ਸਕਦੀਆਂ ਜੀ। ਪੰਥਕ ਕਾਰਡ ਜੇ ਤੁਸੀਂ ਕਰ ਰਹੇ ਹੋ ਤਾਂ ਬੀਬੀ ਨੇ, ਕਮਲਦੀਪ ਨੇ ਬਿਲਕੁਲ ਕੁਐਸਚਨ ਹੈ ਬਣਦਾ ਹੈਗਾ ਵੀ ਜੇ ਤੁਸੀਂ ਇਹਨਾਂ ਦੀ ਸਪੋਰਟ ਕਰ ਰਹੇ ਹੋ ਫਿਰ ਇਹ ਤੋਂ ਲੈ ਕੇ ਰਹੇ ਹੋ ਤੁਸੀਂ। ਇਹ ਠੀਕ ਗੱਲ ਬਣਦੀ ਹੈਗੀ। ਜਿਹੜੀ ਇਹਨਾਂ ਦੀ ਕੋਰ ਕਮੇਟੀ ਹੈ ਨਾ, ਜੋ ਮੈਨੂੰ ਲੱਗਦਾ ਕੋਰ ਕਮੇਟੀ ਕੋਲੇ ਇਨਬਾਕਸ ਸੋਲਿਊਸ਼ਨਸ ਆ ਸਾਰੇ। ਜਿਵੇਂ ਰੌਲਾ ਪਿਆ ਜੀ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਅਸਤੀਫਾ ਦੇਣਗੇ, ਤਾਂ ਭੁੰਦੜ ਸਾਹਿਬ ਜਲਦੀ ਆਏ ਵੀ ਜੀ ਅਫਵਾਹ। ਇਨਬਾਕਸ ਸੋਲਿਊਸ਼ਨਸ ਨੇ ਕਿ ਆਪਦੇ ਲੀਡਰ ਨੂੰ ਕਿਵੇਂ ਤੁਸੀਂ ਪ੍ਰੋਟੈਕਟ ਕਰਨਾ। ਅਜੇ ਤੱਕ ਉਹਨਾਂ ਨੇ ਕੋਈ ਨਵੀਂ ਪਾਲਿਸੀ ਜਿਹੜੀ ਕਿ ਯੂਥ ਨੂੰ ਤੇ ਆਉਣ ਵਾਲੀਆਂ ਜਨਰੇਸ਼ਨਸ ਨੂੰ ਐਡਰੈਸ ਕਰੇ, ਉਹ ਉਹਨਾਂ ਕੋਲੇ ਪੋਲੀਟੀਕਲ ਉਹੀ 10 ਬੰਦੇ ਪੁਰਾਣੇ ਹੈਗੇ ਨੇ, ਉਹੀ ਆਪਦੀਆਂ ਗੱਲਾਂ ਇੱਧਰ ਉੱਧਰ ਕਰਕੇ ਦੱਸ ਰਹੇ ਨੇ। ਤੇ ਸਥਿਤੀ ਇਸ ਤਰ੍ਹਾਂ ਦੀ ਬਣਦੀ ਜਾ ਰਹੀ। ਉਹ ਜਿਹੜਾ ਪੰਥਕ ਮੁੱਦਾ ਉਭਾਰਨ ਦੀ ਕੋਸ਼ਿਸ਼ ਵੀ ਕੀਤੀ ਉਹਨਾਂ ਨੇ, ਉਹਦੇ ਵਿੱਚ ਕੋਈ ਉਹਨਾਂ ਨੂੰ ਪ੍ਰਾਪਤੀ ਨਾ ਹੋਣ ਵਾਲੀ ਗੱਲ ਹੀ ਹੋਈ ਹੈ ਇਸ ਇਲੈਕਸ਼ਨ ਨਹੀਂ ਦੱਸਦਾ। ਨਹੀਂ, ਉਹ ਵੈਸੇ ਮੈਂ ਸਮਝਦਾ ਕਿ ਮੁੱਦਾ ਹੀ ਗਲਤ ਸੀ। ਇਹ ਕਿਤੇ ਨਹੀਂ ਲਿਖਿਆ ਕਿ ਤੁਸੀਂ ਮੈਂਬਰ ਪਾਰਲੀਮੈਂਟ ਬਣ ਕੇ ਬੰਦੀ ਸਿੰਘ ਰਿਹਾ ਕਰਾ ਲਓਗੇ। ਤੁਸੀਂ ਸਾਰੀ ਕੋਰ ਕਮੇਟੀ ਜਾ ਕੇ ਬੀਜੇਪੀ ਕੋਲ ਬਹਿ ਜਾਓ, ਬਿਲਕੁਲ ਵੀ ਸਾਨੂੰ ਪੋਲੀਟੀਕਲ ਸਾਡਾ ਮੁੱਦਾ ਹੈ, ਸਾਨੂੰ ਪੋਲੀਟੀਕਲ ਸਪੇਸ ਹੈ ਸਾਡੀ। ਇਹ ਸਾਡੇ ਸਿੱਖਾਂ ਦੇ ਸਿੱਖ ਲੋਕ ਨੇ ਜਿਹੜੇ ਕਿ ਉਹਨਾਂ ਦੀ ਮਾਨਸਿਕਤਾ ਇਹ ਵੀ ਉਹ ਅੰਦਰ ਬੈਠੇ ਨੇ, ਉਹ ਆਪਦੀ ਸਜ਼ਾ ਪੂਰੀ ਕਰ ਰਹੇ। ਤੁਸੀਂ ਕਾਨੂੰਨ ਬਦਲੋ, ਇਹਨਾਂ ਨੂੰ ਛੱਡੋ। ਸਾਰੀ ਕੋਰ ਕਮੇਟੀ ਜਾ ਸਕਦੀ ਸੀ, ਬਜਾਏ ਕਿ ਬੀਬੀ ਕਮਲਦੀਪ ਨੂੰ ਭੇਜਣਾ, ਮੁੜ ਕੇ ਕਹਿਣਾ ਕਿ ਜੇ ਅਸੀਂ ਬੀਬੀ ਕਮਲਦੀਪ ਨੂੰ ਉੱਥੇ ਭੇਜ ਦਿੱਤਾ ਸੀ। ਉਹ ਇਹ ਮੈਨੂੰ ਲੱਗਦਾ ਨਾ ਇਹ ਪੋਲੀਟੀਕਲ ਵਾਈਜ਼ ਨਹੀਂ ਸੀ। ਇਹਨੂੰ ਅਸੀਂ ਕਹਿ ਸਕਦੇ ਕਿ ਇੱਕ ਅਪਰਚੁਨਿਟੀ ਹੈ ਕਿ ਪੰਥਕ ਕਾਰਡ ਅਸੀਂ ਕਿੰਨਾ ਕੁ ਖੇਡ ਸਕਦੇ ਹਾਂ। ਆਉਣ ਵਾਲੇ ਸਮੇਂ ਵਿੱਚ ਨਾ MP ਸਿੰਘ ਜੀ, ਜੋ ਮੈਂ ਮਹਿਸੂਸ ਕਰਦਾ ਕਿ ਰਿਲੀਜਨ ਵਾਲਾ ਕਾਰਡ ਵਾਲਾ ਟਾਈਮ ਅਕਾਲੀ ਦਲ ਦਾ ਚੱਲਣਾ ਨਹੀਂ।
ਕਿਉਂਕਿ ਇਹ ਕਾਰਡ ਐਕਸਪੋਜ਼ ਹੋ ਚੁੱਕਿਆ ਹੈਗਾ। ਹੁਣ ਇਹਨਾਂ ਨੂੰ ਨਵੇਂ ਜਿਹਨੂੰ ਕਹਿ ਸਕਦੇ ਜਿਹੜੇ ਕਿ ਨਵੀਂ ਜਨਰੇਸ਼ਨ ਨੂੰ ਐਡਰੈਸ ਕਰਨ ਵਾਲੇ ਇਸ਼ੂਜ਼ ਜਿਹੜੇ ਹੈਗੇ, ਨਵੇਂ ਮੁੱਦੇ ਉਭਾਰਨੇ ਪੈਣਗੇ ਇਹਨਾਂ ਨੂੰ। ਤਾਂ ਦੋ ਗੱਲਾਂ ਵਿੱਚ ਤੁਹਾਡੀਆਂ ਸੱਚ ਰਹਿ ਗਈਆਂ ਸੀਗੀਆਂ। ਇੱਕ ਤੁਸੀਂ ਪੰਜਾਬ ਯੂਨੀਵਰਸਿਟੀ ਵਾਲੀ ਗੱਲ ਕੀਤੀ ਸੀ, ਤੇ ਇੱਕ ਅਗਨੀਪਥ ਤੇ ਦੋ ਰੈਜ਼ੋਲੂਸ਼ਨ ਜਿਹੜੇ ਸੀਗੇ ਉਹ ਵੀ ਪਾਰਟੀ ਲਾਈਨ ਤੇ ਹੋਏ ਨੇ ਕਿ ਬੀਜੇਪੀ ਨੇ ਉਹਨਾਂ ਦਾ ਅਪੋਜ਼ ਕੀਤਾ ਹੈਗਾ। ਪਰ ਮੈਨੂੰ ਲੱਗਦਾ ਕਿ ਪੰਜਾਬ ਗਵਰਨਮੈਂਟ ਨੂੰ ਥੋੜੀ ਜਿਹੀ ਸੁਰਤ ਆਈ ਹੈਗੀ ਆ ਕਿ ਇਹਨਾਂ ਨੂੰ ਸਮਝ ਆਈ ਆ ਕਿ ਰੈਜ਼ੋਲੂਸ਼ਨ ਪਾਉਣਾ ਚਾਹੀਦਾ ਹੈਗਾ। ਅਦਰਵਾਈਜ਼ ਤਾਂ 5 ਜੁਲਾਈ ਨੂੰ ਕੋਈ ਨਾ ਕੋਈ ਹੋ ਜਾਣਾ ਸੀਗਾ। ਹੁਣ ਇਹ ਰੈਜ਼ੋਲੂਸ਼ਨ ਜਾਊਗਾ, ਹਰਿਆਣੇ ਵਾਲਿਆਂ ਨੇ ਆਪਦੇ ਕਲੇਮ ਕਰਨੇ ਸ਼ੁਰੂ ਕਰ ਦਿੱਤੇ ਆ। ਹਾਲਾਂਕਿ ਹਰਿਆਣੇ ਦਾ ਕੋਈ ਕਲੇਮ ਨਹੀਂ, ਉਹਨਾਂ ਦਾ ਇੱਕ ਵੀ ਕਾਲਜ ਪੰਜਾਬ ਯੂਨੀਵਰਸਿਟੀ ਨਾਲ ਅਟੈਚਡ ਨਹੀਂ ਹੈਗਾ। 1973 ਦੇ ਵਿੱਚ ਮੋਸਟ ਪ੍ਰੋਬੇਬਲੀ ਉਹਨਾਂ ਨੇ ਆਪਦੇ ਆਪ ਨੂੰ ਪਾਸੇ ਕਰ ਲਿਆ ਸੀਗਾ, ਆਪਦੀ ਯੂਨੀਵਰਸਿਟੀ ਬਣਾ ਲਈ ਹੈਗੀ ਆ। ਤਾਂ ਉਹਨਾਂ ਦਾ ਤਾਂ ਕਿੰਤੂ ਪਰੰਤੂ ਕਰਨਾ ਬਣਦਾ ਹੀ ਨਹੀਂ ਹੈਗਾ। ਸਾਡਾ ਕਿੰਤੂ ਪਰੰਤੂ ਕਰਨਾ ਬਣਦਾ। ਸਾਡੇ ਯੂਥ ਪੰਜਾਬ ਦੀ ਐਕਚੁਅਲੀ ਕਿ ਪੰਜਾਬ ਯੂਨੀਵਰਸਿਟੀ ਜਿਹੜੀ ਹੈ ਪੰਜਾਬ ਕਲਚਰ ਨੂੰ ਰਿਪਰੈਜ਼ੈਂਟ ਕਰਦੀ ਹੈਗੀ ਆ। ਰਾਈਟ ਫਰੋਮ ਫਿਰੋਜ਼ਪੁਰ, ਅੰਮ੍ਰਿਤਸਰ, ਬਠਿੰਡਾ ਸਾਰੇ ਕਲਚਰ ਨੂੰ ਰਿਪਰੈਜ਼ੈਂਟ ਕਰਦੀ ਹੈਗੀ। ਤਾਂ ਇਹ ਇੱਕ ਅੱਛਾ ਕੰਮ ਕੀਤਾ ਇਹਨਾਂ ਨੇ। ਦੂਸਰਾ ਅਗਨੀਪਥ ਵਾਲਾ ਉਹ ਵੀ ਪਾਰਟੀ ਲਾਈਨਸ ਦੇ ਉੱਪਰ ਹੀ ਆ ਕਿ ਆਪ ਨੇ ਉਹਦਾ ਵਿਰੋਧ ਕਰਨਾ ਸੀਗਾ ਤੇ ਉਹ ਕਰ ਰਹੇ ਨੇ। ਜਿਹਨੂੰ ਕਹਿ ਸਕਦੇ ਹਾਂ ਕਿ ਸਿਧਾਂਤਕ ਤੌਰ ਦੇ ਉੱਪਰ ਉਹ ਠੀਕ ਨੇ ਕਿ ਮਿਲਟਰੀ ਆਫੀਸਰਸ ਵੀ ਇਹ ਕਹਿ ਰਹੇ ਕਿ ਟੈਂਪਰੇਰੀ ਡੌਕ ਅਰੇਂਜਮੈਂਟ ਹੈਗਾ, ਪਰ ਗਵਰਨਮੈਂਟ ਬਾਜ਼ੇਦਾ ਇਸ ਗੱਲ ਉੱਪਰ ਲਾਗੂ ਕਰ ਲਗੇ। ਲਗਭਗ ਸਾਰੀਆਂ ਪਾਰਟੀਆਂ ਜੀ ਬੇਅਦਬੀ ਵਾਲੇ ਮਾਮਲੇ ਦੇ ਵਿੱਚ ਪੋਲਿਟਿਕਸ ਕਰਦੀਆਂ ਦਿਸੀਆਂ ਜੀ। ਪਿਛਲੇ ਸਮੇਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਵੇਲੇ ਵੀ ਤੇ ਉਸ ਤੋਂ ਬਾਅਦ ਚੰਨੀ ਸਾਹਿਬ ਦੇ ਟਾਈਮ ਤੇ ਵੀ। ਕੈਪਟਨ ਅਮਰਿੰਦਰ ਸਿੰਘ ਦੇ ਵੇਲੇ ਤਾਂ ਇੱਕ ਬੜੀ ਵੱਡੀ ਘਟਨਾ ਵਾਪਰੀ ਕਿ ਜਿਹੜੀ ਉਹ SIT ਬਣੀ ਸੀ, ਉਹਨਾਂ ਦਾ ਇੱਕ ਬਹੁਤ ਐਕਟਿਵ ਮੈਂਬਰ ਜਿਹੜੇ ਉਹਨਾਂ ਨੂੰ ਅਸਤੀਫਾ ਦੇਣਾ ਪਿਆ। ਹਾਂਜੀ, ਕੰਵਰ ਵਿਜੇ ਪ੍ਰਤਾਪ ਨੂੰ ਉਹਨੂੰ ਅਸਤੀਫਾ ਦੇਣਾ ਪਿਆ ਤੇ ਕਿਉਂਕਿ ਹਾਈ ਕੋਰਟ ਨੇ ਕਮੈਂਟੀ ਉਹਨਾਂ ਦੇ ਖਿਲਾਫ ਇਸ ਤਰੀਕੇ ਦੇ ਦਿੱਤੇ ਸੀਗੇ। ਅਸਤੀਫਾ ਦੇ ਕੇ ਉਹਨਾਂ ਨੇ ਬਹੁਤਾ ਚਿਰ ਚੁੱਪ ਨਹੀਂ ਰਹੇ, ਫਿਰ ਉਹਨਾਂ ਨੇ ਸਿਆਸਤ ਜਿਹੜੀ ਜੁਆਇਨ ਕਰ ਲਈ। ਹੁਣ ਇਸ ਮੁੱਦੇ ਦੇ ਉੱਤੇ ਕੰਵਰ ਵਿਜੇ ਪ੍ਰਤਾਪ ਨੂੰ ਪੰਜਾਬ ਵਿਧਾਨ ਸਭਾ ਦੇ ਵਿੱਚ ਇਹ ਗੱਲ ਬੜੇ ਗੁੱਸੇ ਨਾਲ ਕਹਿਣੀ ਪਈ ਕਿ ਬੇਅਦਬੀਆਂ ਦੇ ਮਾਮਲੇ ਤੇ ਸਰਕਾਰ ਕੋਈ ਸਟੈਂਡ ਕਿਉਂ ਨਹੀਂ ਲੈਂਦੀ। ਉਹ ਪਤਾ ਨਹੀਂ ਸਟੈਂਡ ਲੈਣ ਦੇ ਪਿੱਛੇ ਕਿਹੜੀ ਗੱਲ ਸੀਗੀ। ਤੇ ਕੱਲ ਇਹ ਖਬਰ ਆ ਗਈ ਕਿ ਭਗਵੰਤ ਮਾਨ ਦੀ ਸਰਕਾਰ ਨੇ ਉਹ ਜਿਹੜੀ ਰਿਪੋਰਟ SIT ਦੀ ਆ ਉਹ ਸਿੱਖ ਜਥੇਬੰਦੀਆਂ ਨੂੰ ਸੌਂਪ ਦਿੱਤੀ ਜੀ। ਸਿੱਖ ਜਥੇਬੰਦੀਆਂ ਕਿਹੜੀਆਂ ਜੀ ਜਿਹਨੂੰ ਸੌਂਪ ਦਿੱਤੀ? ਦੂਜੀ ਗੱਲ, ਕੀ ਇਹ ਜਨਤਕ ਹੋਣੀ ਚਾਹੀਦੀ ਸੀਗੀ ਜਾਂ ਉਹਦੇ 'ਚ ਕੀ ਕੰਵਰ ਵਿਜੇ ਪ੍ਰਤਾਪ ਨੂੰ ਹੀ ਉਹ ਜਿਹੜਾ ਅਸੀਂ ਮਾਣ ਦੇ ਦੇਣਾ ਚਾਹੀਦਾ ਸੀਗਾ ਕਿ ਜਿਹੜੀ ਰਿਪੋਰਟ ਤੁਸੀਂ ਤਿਆਰ ਕੀਤੀ ਹੈਗੀ ਲੋਕਾਂ ਨੂੰ ਦੱਸ ਦਿਓ? ਦੇਖੋ, ਇਹ MP ਸਿੰਘ ਜੀ ਬਹੁਤ ਇਹਨਾਂ ਸੈਂਸਿਟਿਵ ਜਿਹਾ ਇਸ਼ੂ ਹੈਗਾ ਕਿਉਂਕਿ ਇਹਦੇ 'ਚ ਗੁਰੂ ਗ੍ਰੰਥ ਸਾਹਿਬ ਜਿਹਦੀ ਬੇਅਦਬੀ ਹੋਈ ਹੈਗੀ ਆ ਤੇ ਤਕਰੀਬਨ 7 ਸਾਲ ਉੱਪਰ ਲੰਘ ਚੁੱਕੇ। 7 ਸਾਲ ਦੇ ਵਿੱਚ ਕਈ ਸਿੱਟ ਬਣੀਆਂ ਨੇ। ਹਰ ਸਿੱਟ ਨੇ ਆਪਦੀ ਜਿਹੜੀ ਹੈਗੀ ਆ ਉਹਦੀ ਇਨਵੈਸਟੀਗੇਸ਼ਨ ਕੀਤੀ ਹੈਗੀ ਆ। ਅਜੇ ਤੱਕ ਇਨਸਾਫ ਨਹੀਂ ਮਿਲਿਆ। ਉਸ ਤੋਂ ਬਾਅਦ ਜਿਹੜਾ ਕੋਟਕਪੂਰੇ ਜਿਹੜੇ ਗੋਲੀकांड ਹੋ ਗਿਆ ਉਹ ਵੀ ਇਹਦੇ ਨਾਲ ਰਿਲੇਟਡ ਕਰ ਹੈਗੇ ਆ। ਇਹਦੇ ਦੋ ਹਿੱਸੇ ਹੈਗੇ ਆ, ਇੱਕ ਬੇਅਦਬੀ ਵਾਲਾ ਹਿੱਸਾ ਹੈ, ਇੱਕ ਗੋਲੀकांड ਦਾ ਹਿੱਸਾ ਜਿਹੜਾ ਹੈਗਾ। ਇਨਸਾਫ ਅਜੇ ਤੱਕ ਕਿਸੇ ਨੂੰ ਨਹੀਂ ਮਿਲਿਆ ਹੈਗਾ। ਜਿਹੜੀ ਆਪ ਗਵਰਨਮੈਂਟ ਦੀ ਇੱਕ ਇਹ ਪਾਲਿਸੀ ਸੀਗੀ ਜੋ ਇਹਨਾਂ ਨੇ ਆਪਦੇ ਇਲੈਕਸ਼ਨ ਕੰਪੇਨ ਵਿੱਚ ਕਹੀ ਸੀ ਕਿ ਅਸੀਂ ਇਸ ਨੂੰ ਟਰਾਂਸਪੇਰੈਂਟ ਰੱਖਾਂਗੇ ਸਿਸਟਮ ਨੂੰ। ਅੱਜ ਜਿਹੜੀ ਉਹਨਾਂ ਨੇ ਰਿਪੋਰਟ 467 ਪੰਨਿਆਂ ਦੀ ਹੈਗੀ ਆ, ਉਹ ਕੁਝ ਸਿੱਖ ਪਰਸਨੈਲਿਟੀਜ਼ ਬੁਲਾ ਕੇ ਉਹਨਾਂ ਨੇ ਹੈਂਡ ਓਵਰ ਕਰ ਦਿੱਤਾ। ਕੰਡੀਸ਼ਨ ਇਹ ਹੈਗੀ ਆ ਉਹਨਾਂ ਦੇ ਕਿ ਇਸ ਨੂੰ ਤੁਸੀਂ ਪਬਲਿਕ ਕਰ ਦਿਓ। ਇਹ ਨਹੀਂ ਵੀ ਉਹਨਾਂ ਜਥੇਬੰਦੀਆਂ ਨੂੰ, ਕੁਝ ਬੰਦਿਆਂ ਨੇ ਵਿਰੋਧ ਵੀ ਕੀਤਾ ਜੀ, ਸਾਨੂੰ ਕਿਉਂ ਨਹੀਂ ਬੁਲਾਇਆ ਉੱਥੇ। ਇਹਦੇ 'ਚ ਇਹ ਇਸ਼ੂ ਨਹੀਂ ਹੈਗਾ ਕਿ ਬੁਲਾਇਆ ਕਿਹਨੂੰ ਹੈ ਜਾਂ ਕਿਹਨੂੰ ਨਹੀਂ ਬੁਲਾਇਆ ਹੈਗਾ। ਇਸ਼ੂ ਇਹ ਹੈਗਾ ਕਿ ਆਪ ਦੀ ਗਵਰਨਮੈਂਟ ਜਿਹੜੀ ਹੈਗੀ ਆ, ਭਗਵੰਤ ਸਿੰਘ ਮਾਨ ਚੀਫ ਮਿਨਿਸਟਰ, ਇਸ ਗੱਲ 'ਤੇ ਕਮਿਟਡ ਨੇ ਕਿ ਜੋ ਵੀ ਇਨਵੈਸਟੀਗੇਸ਼ਨ ਹੋਈ ਆ ਉਹ ਲੋਕਾਂ ਨੂੰ ਪਤਾ ਹੋਣੀ ਚਾਹੀਦੀ ਹੈਗੀ ਆ। ਤਾਂ 467 ਪੇਜ ਦੀ ਹੈਗੀ ਆ, ਉਹ ਪਬਲਿਕ ਕਰ ਦਿੱਤੀ ਹੈਗੀ ਆ। ਉਹਦੇ ਵਿੱਚ ਜੋ ਸ਼ੁਰੂ ਤੋਂ ਲੱਗਦਾ ਸੀਗਾ ਕਿ ਇਨਵੋਲਵ ਕੌਣ ਹੈ, ਕਿਉਂਕਿ ਕਿਸੇ ਵੀ ਮਾਸਟਰ ਮਾਈਂਡ ਤੋਂ ਬਿਨਾਂ ਇੰਨਾ ਪੈਟਰਨ ਜਿਹੜਾ ਹੈਗਾ ਇਸ ਬੇਅਦਬੀਆਂ 'ਚ ਨਹੀਂ ਹੋ ਸਕਦਾ। ਸੌਖੀ ਗੱਲ ਨਹੀਂ ਸੀ ਇਹ, ਸੌਖੀ ਗੱਲ ਨਹੀਂ। ਇੱਕ ਤਾਂ ਹੁੰਦਾ ਵੀ ਬੰਦੇ ਦਾ ਦਿਮਾਗ ਖਰਾਬ ਹੈ, ਉਹਨੂੰ ਨਹੀਂ ਪਤਾਗਾ, ਉਹ ਕਮਲਾ, ਉਹ ਕੋਈ ਗਲਤੀ ਕਰ ਜਾਂਦਾ ਆ ਕੇ, ਠੀਕ ਹੈ ਨਾ, ਉਹ ਤਾਂ ਸਮਝ ਆਉਂਦੀ ਆ। ਪਰ ਜੇ ਤੁਸੀਂ ਢੰਗ ਦੇ ਨਾਲ ਪਲਾਨ ਕਰਕੇ ਗਲਤੀ ਕਰਦੇ ਉਹਦੇ 'ਚ ਫਿਰ ਇੱਕ ਪੈਟਰਨ ਹੁੰਦਾ। ਤਾਂ ਜਿਹੜੀਆਂ ਇਨਵੈਸਟੀਗੇਸ਼ਨ ਟੀਮਸ ਹੁੰਦੀਆਂ ਨਾ, ਉਹ ਫੋਰੈਂਸਿਕ ਵੀ ਹੁੰਦੀਆਂ, ਉਹਨਾਂ ਦੇ ਵਿੱਚ ਉਹਨਾਂ ਦਾ ਆਪਦਾ ਐਕਸਪੀਰੀਅੰਸ ਵੀ ਹੁੰਦਾ ਹੈਗਾ। ਤਾਂ ਉਹਨਾਂ ਨੇ ਬਹੁਤ ਜ਼ੋਰ ਲਾ ਕੇ ਕਿਹੜੇ ਸਵਾਲ ਪੁੱਟ ਕੀਤੇ ਆ, ਬੰਦਾ ਉਹ ਗੱਲ ਨੂੰ ਮੰਨਦਾ ਕਿ ਨਹੀਂ ਮੰਨਦਾ। ਤਾਂ ਉਹ ਸਾਰੀ ਗੱਲ ਜਿਹੜੀ ਹੈਗੀ ਆ ਉਹਨਾਂ ਨੇ ਉਹਦੇ 'ਚ
ਦਰਜ ਕਰ ਦਿੱਤੀ ਹੈਗੀ ਹੈ। ਤਿੰਨ FIR ਦੇ ਵਿੱਚ ਜਿਹੜੀ ਉਹਦੇ 'ਚ ਮੈਂ ਸੁਣ ਰਿਹਾ ਸੀ ਕਿ ਲੇਟੈਸਟ ਕਨਕਲੂਡ ਜੋ ਕੀਤਾ ਹੈਗਾ ਕਿ ਦੇਰ ਇਜ਼ ਮਾਸਟਰ ਮਾਈਂਡ ਬਿਹਾਈਂਡ ਇਟ। ਮਾਸਟਰ ਮਾਈਂਡ ਜਿਹੜਾ ਹੈਗਾ ਉਹ ਡੇਰਾ ਸਰਸਾ ਵਾਲਾ ਗੁਰਮੀਤ ਰਾਮ ਰਹੀਮ ਜਿਹੜਾ ਹੈਗਾ। ਇਹ ਤੋਂ ਗਾਂ ਫਿਰ ਗੱਲ ਜਾਊਗੀ ਵੀ ਜੇ ਉਹ ਸੀ ਤਾਂ ਫਿਰ ਉਹਨੂੰ ਕਿਹਦੀ ਪ੍ਰੋਟੈਕਸ਼ਨ ਹੈ। ਲੋਕੀ ਇਹ ਗੈਸ ਉਹਨੂੰ ਮਾਫੀ ਦੇਣ ਵਾਲਾ ਮੁੱਦਾ ਵੀ ਸਾਹਮਣੇ ਆ, ਉਹ ਮਾਫੀ ਦੇਣ ਵਾਲਾ ਮੁੱਦਾ ਵੀ ਹੋਊਗਾ। ਇਹ ਸਾਰੇ ਮੁੱਦੇ ਪਬਲਿਕ ਹੋਣਗੇ। ਹੁਣ ਤੱਕ ਸਰਕਾਰਾਂ ਜਿਹੜੀਆਂ ਸੀਗੀਆਂ ਨਾ ਰਿਪੋਰਟ ਨੂੰ ਦੱਬੀ ਰੱਖਦੀਆਂ ਸੀਗੀਆਂ। ਤੁਹਾਨੂੰ ਯਾਦ ਹੋਣਾ ਕਿ ਜਦੋਂ ਐਂ ਤਾਂ ਨਹੀਂ ਹੋ ਸਕਦਾ ਵੀ ਜਿਹੜੀ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਦੀ ਰਿਪੋਰਟ ਹੈਗੀ ਆ ਉਹਦੇ 'ਚ ਤੱਥ ਨਾ ਹੋਣ, ਪਰ ਹਾਈ ਕੋਰਟ ਵੱਲੋਂ ਬਿਲਕੁਲ ਰਿਜੈਕਟ ਕਰ ਦਿੱਤੀ ਗਈ। ਤੱਥ ਤਾਂ ਹੋਣਗੇ ਨਾ, ਆਪਣੇ ਐਡੇ ਵੱਡੇ ਆਫੀਸਰ ਨੇ, ਓਨੈਸਟ ਆਫੀਸਰ ਨੇ, ਤਾਂ ਉਹ ਰੱਦ ਹੋ ਗਈ ਤਾਂ ਉਹ ਤੱਥ ਵੀ ਕਿਤੇ ਨਾ ਕਿਤੇ ਉਹਦੇ 'ਚ ਇਨਕਾਰਪੋਰੇਟ ਹੋਏ ਹੋਣਗੇ। ਤਾਂ ਪਹਿਲਾਂ ਤਾਂ ਇਹ ਹੁੰਦਾ ਨਾ ਵੀ ਜਿਵੇਂ ਇੱਕ ਇਤਿਹਾਸ ਹੈ, ਇਹਨੂੰ ਐਂ ਕਹਿ ਸਕਦੇ ਹਾਂ ਕਿ ਦਿਸ ਇਜ਼ ਦੀ ਹਿਸਟਰੀ ਆਫ ਦੈਟ ਇਨਸੀਡੈਂਟ ਜਿਹੜਾ ਹੈਗਾ, ਜਿਹਨੂੰ ਅਨਫੋਰਚੂਨੇਟ ਇਨਸੀਡੈਂਟ ਜਿਹਨੂੰ ਮੈਂ ਕਹਿ ਸਕਦਾ ਹੈਗਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਇਹਦੋਂ ਉੱਪਰ ਤਾਂ ਜਾਣੀ ਸ਼ਬਦ ਹੀ ਨਹੀਂ ਹੈਗੇ ਵੀ ਇਹਨੂੰ ਕਿਵੇਂ ਕੰਡੈਮ ਕੀਤਾ ਜਾ ਸਕਦਾ ਹੈਗਾ। ਅਤੇ ਜੇ ਉਹਨੂੰ ਮਾਸਟਰ ਮਾਈਂਡ ਆਇਡੈਂਟੀਫਾਈ ਹੋਇਆ ਹੈਗਾ ਤਾਂ ਇਹਦੇ ਨਾਲ ਉਹ ਫੋਰਸਿਸ ਜਿਹੜੀਆਂ ਕਿ ਉਸ ਮਾਸਟਰ ਮਾਈਂਡ ਨੂੰ ਲੰਬੇ ਟਾਈਮ ਲਈ ਪ੍ਰੋਟੈਕਟ ਕਰਦੀਆਂ ਆ ਰਹੀਆਂ, ਚਾਹੇ ਉਹ ਕੋਈ ਵੀ ਪੋਲੀਟੀਕਲ ਪਾਰਟੀ ਹੋਵੇ। ਜਿਹੜੀ ਪੋਲੀਟੀਕਲ ਪਾਰਟੀ ਨੂੰ ਉਹਨਾਂ ਦਾ ਫਾਇਦਾ ਹੋਇਆ ਹੈਗਾ, ਜਿਨ੍ਹਾਂ ਨੇ ਉਹਨਾਂ ਦੇ ਹੱਕ 'ਚ ਫਤਵੇ ਪਾਸ ਕੀਤੇ ਹੋਏ ਨੇ, ਉਹ ਪੋਲੀਟੀਕਲ ਪਾਰਟੀਆਂ ਦੇ ਚਿਹਰੇ ਜਿਹੜੇ ਆ ਉਹ ਜਨਤਾ ਵਿੱਚ ਨੰਗੇ ਹੋਣਗੇ। ਦੂਜਾ ਹੋਊਗਾ ਕਿ ਹੌਲੀ ਹੌਲੀ ਇਹਦੇ 'ਤੇ ਇਨਵੈਸਟੀਗੇਸ਼ਨ ਹੋਊਗੀ, ਕੇਸ ਚੱਲੂਗਾ ਅਤੇ ਕੇਸ ਚੱਲ ਕੇ ਜਿਹੜਾ ਹੈਗਾ ਕੋਈ ਇਸ ਤਰੀਕੇ ਨਾਲ ਜਨਤਕ ਕਰਨੀ ਜਿਹੜੀ ਗੱਲ, ਜੇ ਤਾਂ ਉਹ ਰਿਪੋਰਟ ਹੈ ਜੀ ਉਹਨੂੰ ਕੰਸੋਲੀਡੇਟ ਕਰਕੇ ਜਾਂ ਉਹਦੇ ਵਿੱਚੋਂ ਜਿਹੜੀਆਂ ਕੁਛ ਇੰਪੋਰਟੈਂਟ ਗੱਲਾਂ ਹੈਗੀਆਂ ਉਹਨੂੰ ਕੰਸੋਲੀਡੇਟ ਕਰਕੇ ਅਦਾਲਤ ਵਿੱਚ ਅਦਾਲਤੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇ, ਕਾਨੂੰਨੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇ। ਇੱਕ ਰਿਪੋਰਟ ਦੇ ਵਿੱਚ ਬਹੁਤ ਸਾਰੇ ਬਿਆਨ ਹੁੰਦੇ ਆ, ਬਹੁਤ ਸਾਰੀਆਂ ਟਿੱਪਣੀਆਂ ਹੁੰਦੀਆਂ ਅਫਸਰਾਂ ਦੀ ਜਿਨ੍ਹਾਂ ਨੇ ਇਨਵੈਸਟੀਗੇਸ਼ਨ ਕੀਤੀ, ਉਹਨਾਂ ਦੇ ਵਿਊਜ਼ ਹੁੰਦੇ ਆ, ਬਹੁਤ ਸਾਰੇ ਲੋਕਾਂ ਦੇ ਕੋਲੋਂ ਇਨਫੋਰਮੇਸ਼ਨ ਜਿਹੜੀ ਕਲੈਕਟ ਕੀਤੀ, ਗੈਦਰ ਕੀਤੀ ਹੋਈ ਹੁੰਦੀ ਹੈ। ਇਸ ਤਰੀਕੇ ਨਾਲ ਜਿਹੜੀ ਰਿਪੋਰਟ ਆਮ ਲੋਕਾਂ ਨੂੰ ਦੇ ਦੇਣੀ ਜਿਹੜੀ ਇਹ ਕੋਈ ਇਹੋ ਜਿਹਾ ਮਾਹੌਲ ਤਾਂ ਨਹੀਂ ਬਣ ਸਕੂਗਾ ਜਿਹਦੇ 'ਚ ਅਫਰਾ ਤਫਰੀ ਫੈਲ ਜਾਏ। ਦੇਖੋ ਕੰਟਰੀ ਦੇ ਵਿੱਚ ਨਾ ਰਾਈਟ ਟੂ ਇਨਫੋਰਮੇਸ਼ਨ ਐਕਟ ਹੈਗਾ, ਜੇ ਆਪਾਂ ਨੂੰ ਉਸ ਐਂਗਲ ਤੋਂ ਲੈਂਦੇ ਹੈਗੇ ਆ। ਜਿਹੜੀਆਂ FIRs ਨੇ ਦਰਜ ਹੋਈਆਂ ਜਿਹਦੇ 'ਚ ਬੰਦੇ ਨਾਮਜ਼ਦ ਨੇ ਉਹੀ ਇਹਦੇ 'ਚ ਕਨਕਾਰ, ਮੇਰਾ ਖਿਆਲ ਇਹਦੇ 'ਚ ਉਹ ਕੋਈ ਐਸਾ ਡਾਕੂਮੈਂਟ ਨਹੀਂ ਹੋਊਗਾ ਜਿਹੜਾ RTI ਤੋਂ ਬਾਹਰ ਹੋਊਗਾ। ਅਤੇ ਜੇ ਬੰਦਾ RTI ਦੇ ਥੱਲੇ ਉਹ ਡਾਕੂਮੈਂਟ ਲੈ ਸਕਦਾ ਹੈਗਾ ਤਾਂ ਉਹ ਕਿਤਾਬ 'ਚ ਵੀ ਪੜ੍ਹ ਸਕਦਾ ਹੈਗਾ, ਫਿਰ ਤਾਂ ਕੋਈ ਗੱਲ ਨਹੀਂ ਹੈਗੀ ਇਹਦੇ 'ਚ। ਬਾਕੀ ਪੋਲੀਟੀਕਲ ਪਾਰਟੀਆਂ ਜੇ ਕੋਈ ਹਿੱਟ ਹੋ ਰਹੀਆਂ ਨੇ ਅਤੇ ਉਹ ਮਾਹੌਲ ਖ਼ਰਾਬ ਕਰਨਾ ਚਾਹੁੰਦੀਆਂ ਨੇ, ਇਹ ਫਿਰ ਗੌਰਮੈਂਟ ਦੀ ਜ਼ਿੰਮੇਵਾਰੀ ਹੈ ਕਿ ਉਹਨਾਂ ਨੇ ਰਿਲੀਜ਼ ਕੀਤੀ ਰਿਪੋਰਟ ਅਤੇ ਉਹਨੂੰ ਲਾਅ ਐਂਡ ਆਰਡਰ ਪ੍ਰੋਬਲਮ ਸਮਝਣਗੇ। ਅਤੇ ਇਹਦੇ ਨਾਲ ਕੀ ਹੋਊਗਾ, ਜੇ ਕੋਈ ਪੋਲੀਟੀਕਲ ਪਾਰਟੀ ਕਰੂਗੀ ਨਾ ਐਕਸਪੋਜ਼ ਜ਼ਰੂਰ ਹੋ ਜੂਗੀ ਲੋਕਾਂ ਸਾਹਮਣੇ। ਜਿਹੜਾ ਬੰਦਾ ਇਹਦੇ 'ਤੇ ਕਿੰਤੂ ਪਰੰਤੂ ਕਰਕੇ ਇਹਨੂੰ ਮੈਨੀਪੂਲੇਟ ਕਰਨ ਦੀ ਕੋਸ਼ਿਸ਼ ਕਰੂਗਾ ਉਹ ਲੋਕਾਂ ਸਾਹਮਣੇ, ਘੱਟੋ ਘੱਟ ਸਿੱਖਾਂ ਦੇ ਸਾਹਮਣੇ ਉਹ ਬੰਦੇ ਦਾ ਚਿਹਰਾ ਹੋ ਜਾਊਗਾ ਵੀ ਇਹ ਬੰਦੇ ਦਾ ਕੀ ਇੰਟਰਸਟ ਹੈ। ਤਾਂ ਹੀ ਜੇ ਮੇਰਾ ਇੰਟਰਸਟ ਨਹੀਂ ਆ ਮੈਂ ਆਪਦੀ ਰਿਪੋਰਟ ਪੜ੍ਹ ਲਈ, ਪਰ ਜੇ ਮੈਂ ਰਿਪੋਰਟ ਦੇ ਵਿੱਚੋਂ ਨੁਕਸ ਕੱਢਦਾ ਇਹਦੇ ਵਿੱਚੋਂ ਕਿੰਤੂ ਪਰੰਤੂ ਕਰਕੇ ਇਹਦੇ ਅਰਥ ਹੋਰ ਬਣਾਉਣ ਦੀ ਕੋਸ਼ਿਸ਼ ਕਰਦਾ ਤਾਂ ਮੇਰੀ ਕੋਈ ਨਾ ਕੋਈ ਇੰਟੈਂਸ਼ਨ ਹੈ। ਆਮ ਤੌਰ 'ਤੇ ਇੱਦਾਂ ਦੀ ਗੱਲ ਹੁੰਦੀ ਹੈ ਜਾਂ ਸੰਭਾਵਨਾ ਬਣੀ ਰਹਿੰਦੀ ਹੈ ਕਿ ਲੋਕੀ ਆਪਣੇ ਢੰਗ ਨਾਲ ਇੰਟਰਪ੍ਰੀਟੇਸ਼ਨ ਕਰਦੇ। ਬਿਲਕੁਲ ਰਾਜਨੀਤੀ ਹੁੰਦੀ ਹੈ ਇਹਦੇ 'ਚ, ਇੰਟਰਪ੍ਰੀਟੇਸ਼ਨ ਕਰਦੇ ਹੈਗੇ। ਨਹੀਂ ਕਾਮਨ ਮੈਂ ਨਹੀਂ ਕਰਦਾ, ਬਿਲਕੁਲ ਇਹ ਰਾਜਨੀਤੀ ਵਾਲੀ। ਇਹ ਹੁਣ ਸਾਰੇ ਪੋਲੀਟੀਕਲ ਪਾਰਟੀਆਂ ਆਪਦੇ ਵਕੀਲਾਂ ਨੂੰ ਫੜਾ ਦੇਣਗੀਆਂ ਅਤੇ ਕੱਲ੍ਹ ਤੋਂ ਇਹਦੇ 'ਤੇ ਡਿਬੇਟ ਸ਼ੁਰੂ ਹੋ ਜੂਗੀ। ਉਹ ਆਪਦੇ ਪੱਖ ਰੱਖੀ ਜਾਣਗੇ, ਨਾਲੇ ਲੋਕੀ ਆਰੇ ਲੱਗੇ ਰਹਿਣ, ਹਾਂ ਨਾਲੇ TV 'ਤੇ ਹੱਸੀ ਜਾਣਗੇ ਕਿਉਂਕਿ ਉਹਨਾਂ ਨੂੰ ਵੀ ਪਤਾ ਵੀ ਇਹ ਡਾਕੂਮੈਂਟ ਜਿਹੜਾ ਹੈਗਾ ਨਾ ਇਹ ਪਬਲਿਕ ਕੰਜ਼ੰਪਸ਼ਨ ਵਾਸਤੇ ਆ। ਕਿਉਂਕਿ ਜਿਹੜੀ ਹੋ ਰਹੀ ਗਈ ਇਨਵੈਸਟੀਗੇਸ਼ਨ ਹੈ ਅਤੇ ਕੇਸ ਨੇ ਉਹ ਤਾਂ ਵੱਖਰੇ ਕੋਰਟਾਂ 'ਚ ਚੱਲ ਹੀ ਰਹੇ ਨੇ। FIR ਕੇਸ ਉੱਤੇ ਚਲਾਨ ਹੋਏ ਨੇ, ਜੇ ਨਹੀਂ ਹੋਏ ਤਾਂ ਉਹਦੇ ਕਾਰਨ ਨੇ ਚਲਾਨ ਹੋਏ। ਚਲੋ ਮੈਂ ਗੱਲ ਕਰ ਰਿਹਾ ਸੀ ਕਿ ਆਪੋ ਆਪਣੇ ਤਰੀਕੇ ਨਾਲ ਅਰਥ ਕੱਢਦੇ ਜੀ। ਹਾਂਜੀ ਬਿਲਕੁਲ। ਅਤੇ ਇੱਕ ਘਟਨਾ ਪਿੱਛੇ ਜੇ ਵਾਪਰੀ ਸੀ ਜਦੋਂ ਮੁਹੰਮਦ ਸਾਹਿਬ ਬਾਰੇ, ਪ੍ਰੋਫਟ ਮੁਹੰਮਦ ਬਾਰੇ BJP ਦੇ ਬੁਲਾਰਿਆਂ ਨੇ, ਨੈਸ਼ਨਲ ਲੈਵਲ ਦੇ ਸਪੋਕਸਪਰਸਨਸ ਨੇ ਕੀਤੀਆਂ ਇਹੋ ਜਿਹੀਆਂ ਗੱਲਾਂ ਜਿਹਦੇ ਨਾਲ ਪੂਰੇ ਵਰਲਡ ਦੇ ਵਿੱਚ ਇੱਕ ਇਹੋ ਜਿਹਾ ਮਾਹੌਲ ਬਣ ਗਿਆ, ਖਾਸ ਕਰਕੇ ਇੰਡੀਆ ਵਿੱਚ ਤਾਂ ਬਣ ਹੀ ਗਿਆ। ਉੱਥੇ ਦਾ ਥਾਂ ਥਾਂ ਅੱਗਾਂ ਲੱਗੀਆਂ, ਮੁਜ਼ਾਹਰੇ ਹੋਏ, ਪੂਰਾ ਰੋਸ ਹੋਇਆ ਇੱਕ ਪਰਟੀਕੂਲਰ ਕਮਿਊਨਿਟੀ ਵੱਲੋਂ। ਅਤੇ ਦੂਜਿਆਂ ਦੇਸ਼ਾਂ ਦੇ ਵਿੱਚ ਵੀ ਇੰਡੀਆ ਗੌਰਮੈਂਟ ਨੂੰ ਉਹਨਾਂ ਦੋਨਾਂ ਕਰਕੇ ਜਿਨ੍ਹਾਂ ਨੇ ਜਿਹੜੇ ਸਪੋਕਸਪਰਸਨ ਜਿਨ੍ਹਾਂ ਨੇ TV ਡਿਬੇਟ ਵਿੱਚ ਜਾ ਕੇ ਹਿੱਸਾ ਲਿਆ ਅਤੇ ਪਤਾ ਨਹੀਂ ਕਿਉਂ ਇੱਦਾਂ ਦੇ ਬਿਆਨ ਦੇ ਦਿੱਤੇ, ਸਿਰ ਨੀਵਾਂ ਹੋਇਆ ਇੰਡੀਆ ਦਾ ਅਤੇ ਜਵਾਬ ਦੇਣਾ ਪਿਆ ਇੰਡੀਆ ਨੂੰ। ਅੱਜ ਉਹ ਕੇਸ ਸੁਪਰੀਮ ਕੋਰਟ ਵਿੱਚ ਚਲਾ ਗਿਆ ਜੀ। ਉਹ ਨੂਪਰ ਸ਼ਰਮਾ ਕਹਿੰਦੀ ਜੀ ਥਾਂ ਥਾਂ 'ਤੇ ਮੇਰੇ 'ਤੇ ਮੁਕੱਦਮੇ ਦਰਜ ਹੋ ਗਏ, FIR, ਮੈਂ ਕਿੱਥੇ ਤਰੀਕਾਂ ਭੁਗਤਾਂ। ਤੁਸੀਂ ਸੁਪਰੀਮ ਕੋਰਟ ਜੀ ਕਿਰਪਾ ਕਰਕੇ ਇੱਕ ਥਾਈਂ ਕੇਸ ਕੰਸੋਲੀਡੇਟ ਕਰ ਲਓ, ਮੈਂ ਇੱਥੇ ਆ ਜਾ ਕਰੂੰ। ਉਹ ਕਹਿੰਦੇ ਤੈਨੂੰ
ਇਦੋਂ ਵੱਧ ਵੀ ਜਿਹੜੀ ਸਜ਼ਾ ਮਿਲਣੀ ਚਾਹੀਦੀ ਸੀ ਤੈਨੂੰ। ਤੇਰੇ ਤੇ ਤਾਂ ਖਿਲਾਫ ਕੇਸ ਘੱਟ ਥਾਵਾਂ ਤੇ ਅਜੇ ਦਰਜ ਹੋਏ ਆ, ਹੋਰ ਵੀ ਹੋ ਜਾਂਦੇ ਤਾਂ ਕੋਈ ਮਾੜੀ ਗੱਲ ਨਹੀਂ ਸੀ। ਸੁਪਰੀਮ ਕੋਰਟ ਨੇ ਸ਼ਰੇਆਮ ਕਿਹਾ ਜੀ ਵੀ ਨੂਪਰ ਦੀ ਜਿਹੜੀ ਤੇਰੀ ਬੇਲਗਾਮ ਜ਼ਬਾਨ ਹੈ ਉਹਨੇ ਪੂਰੀ ਦੁਨੀਆ 'ਚ ਅੱਗ ਲਾਤੀ ਹੈਗੀ ਆ, ਤੇ ਤੈਨੂੰ ਤਾਂ ਲੋਕਾਂ ਕੋਲ ਮਾਫੀ ਮੰਗਣੀ ਚਾਹੀਦੀ। ਹਾਂ ਬਿਲਕੁਲ ਨਾ, ਇੱਕ ਆਪਣੇ ਆਪ 'ਚ ਪਹਿਲਾ ਕੇਸ ਹੈਗਾ ਨੂਪਰ ਸ਼ਰਮਾ ਦਾ ਜਿਹੜਾ ਉੱਥੇ ਗਿਆ ਹੈਗਾ, ਜਿਹੜੀ ਉਹਨੇ ਰਿਲੀਫ ਮੰਗੀ ਪਟੀਸ਼ਨ ਦੇ ਵਿੱਚ, ਉਹ ਤਾਂ ਰਿਜੈਕਟ ਹੋ ਗਈ, ਉਹਦੀ ਰਿਜੈਕਟ ਹੋ ਗਈ। ਉਲਟਾ ਉੱਤੇ ਕਮੈਂਟ ਦਿੱਤੇ, ਉਲਟਾ ਉਹਦੇ ਉੱਤੇ ਜੱਜ ਸਾਹਿਬ ਦੀਆਂ ਆਬਜ਼ਰਵੇਸ਼ਨਸ ਜਿਹੜੀਆਂ ਹੈਗੀਆਂ ਨੇ, ਆਬਜ਼ਰਵੇਸ਼ਨ ਜਿਹੜੀਆਂ ਹੈਗੀਆਂ ਨਾ, ਮੈਨੂੰ ਲੱਗਦਾ ਕਿ ਜਿਹੜੀ ਜੁਡੀਸ਼ਰੀ ਹੈਗੀ ਆ ਉਹਨਾਂ ਨੇ ਵੀ ਸਾਰੇ ਅਖਬਾਰ ਪੜ੍ਹੇ। ਜੁਡੀਸ਼ਰੀ ਦੀ ਜਿੰਨੀ ਇੰਡੀਪੈਂਡੈਂਸ ਹੋਵੇ ਉਨੀ ਹੀ ਡੈਮੋਕ੍ਰੇਸੀ ਵਾਸਤੇ ਚੰਗੀ ਹੈ। ਜੱਜ ਸਾਹਿਬਾਨ ਨੇ ਵੀ ਇਹ ਜ਼ਰੂਰ ਪੜ੍ਹਿਆ ਹੋਊਗਾ ਕਿ ਦੇਸ਼ ਦੀ ਜਿਹੜੀ ਦੂਸਰੇ ਮੁਲਕਾਂ ਦੇ ਵਿੱਚ ਕੰਡੈਮਨੇਸ਼ਨ ਹੋ ਰਹੀ ਹੈਗੀ ਹੈ, ਸਾਡੇ ਹਿਊਮਨ ਰਾਈਟਸ ਦੀ ਗੱਲ ਹੋ ਰਹੀ ਹੈਗੀ, ਸਾਡਾ ਇੰਡੈਕਸ ਜਾ ਰਿਹਾ ਹੈਗਾ। ਇਹ ਇਕੱਲੀ ਕੋਈ ਐਗਜ਼ੈਕਟਿਵ ਦੀ ਜ਼ਿੰਮੇਵਾਰੀ ਨਹੀਂ ਹੁੰਦੀ ਕਿ ਦੇਸ਼ ਦਾ ਸਿਰ ਉੱਚਾ ਕਰਨਾ, ਤੇ ਉਹਦਾ ਹਾਰ ਜਿਹੜਾ ਹੈਗਾ ਸਾਰਾ ਇਕੱਲੀ ਐਗਜ਼ੈਕਟਿਵ ਦੇ ਮਿਨਿਸਟਰਾਂ ਦੇ ਜਾਂ ਪ੍ਰਾਈਮ ਮਿਨਿਸਟਰ ਦੇ ਜਾਂ ਚੀਫ ਮਿਨਿਸਟਰ ਦੇ ਜਾਂ ਉਹਦੇ ਮਿਨਿਸਟਰਾਂ ਦੇ। ਇਹ ਜੁਡੀਸ਼ਰੀ ਦੀ ਵੀ ਉਨੀ ਜ਼ਿੰਮੇਵਾਰੀ ਹੈ। ਤਾਂ ਮੈਨੂੰ ਲੱਗਦਾ ਕਿ ਬਹੁਤ ਪ੍ਰੋਐਕਟਿਵਲੀ, ਮੈਂ ਵੀ ਪੜ੍ਹਿਆ ਸੀ ਉਹ ਉਹਨਾਂ ਦੇ ਜੇ ਕਮੈਂਟ ਨੇ, ਪ੍ਰੋਐਕਟਿਵਲੀ ਉਹਨਾਂ ਨੇ ਉਸ ਨੂੰ ਦੋਸ਼ੀ ਕਿਹਾ ਹੈ ਕਿ ਤੇਰੇ ਕਰਕੇ ਸਾਰੇ ਇੰਡੀਆ ਦੇ ਵਿੱਚ ਜਿਹੜੀ ਅੱਗ ਲੱਗੀ ਆ। ਤੇ ਉਹ ਘਟਨਾਵਾਂ 2-3 ਵਾਪਰ ਗਈਆਂ ਜਿਹੜੀਆਂ ਕਿ ਨਹੀਂ ਵਾਪਰਨੀਆਂ ਚਾਹੀਦੀਆਂ ਸੀ, ਜਿਹਦੇ 'ਚ ਕਿ ਉਹਦੇ ਉੱਪਰ ਵਾਲਾ ਜਿਹੜਾ ਹੈਗਾ ਟੇਲਰ ਹੈਗਾ, ਜਿਹਦਾ ਬਹੁਤ ਭਿਆਨਕ ਰੂਪ ਦੇ ਵਿੱਚ ਕਤਲ ਕੀਤਾ, ਬਹੁਤ ਕੰਡੈਮਨੇਸ਼ਨ ਉਹਦੀ ਬਣਦੀ ਹੈਗੀ ਹੈ। ਇੱਕ ਅਮਰਾਵਤੀ ਤੋਂ ਕੋਈ ਕੇਸ ਐਸਾ ਹੋਇਆ ਹੈਗਾ ਉਹਦੇ ਵਿੱਚ ਵੇਖੋ, ਕਿਸੇ ਨੂੰ ਕਾਨੂੰਨ ਨੂੰ ਆਪਣੇ ਹੱਥ 'ਚ ਲੈਣ ਦਾ ਰਾਈਟ ਨਹੀਂ ਹੈਗਾ। ਇਹ ਨਹੀਂ ਹੈਗਾ, ਇਹਦਾ ਡਿਫੈਂਸ ਕੋਈ ਨਹੀਂ। ਡੈਮੋਕ੍ਰੇਸੀ ਦੇ ਵਿੱਚ ਕਲੋਨੀਅਲ ਸਿਸਟਮ ਵਿੱਚ ਹੁੰਦਾ ਸੀਗਾ, ਰਾਜਿਆਂ ਵੇਲੇ ਹੁੰਦਾ ਸੀ ਵੀ ਸਿਰ ਕਲਮ ਕਰ ਦਿਓ ਜੀ, ਹੱਥ ਵੜ ਦਿਓ ਜੀ। ਪਰ ਡੈਮੋਕ੍ਰੇਸੀ ਦੇ ਵਿੱਚ, ਸਿਵਲਾਈਜ਼ਡ ਸੋਸਾਇਟੀ ਦੇ ਵਿੱਚ ਜਿਹੜੀ ਗੱਲ ਗਲਤ ਆ ਉਹ ਕੰਡੈਮਨੇਸ਼ਨ ਹੁੰਦੀ ਹੈਗੀ ਹੈ। ਤੇ ਜੇ ਨੂਪਰ ਸ਼ਰਮਾ ਨੇ ਵੀ ਗੱਲ ਕਹੀ ਹੈਗੀ, ਇਹਦੇ ਨਾਲ ਮੈਂ ਤੁਹਾਨੂੰ ਬੜੀ ਇੱਕ ਇੰਟਰਸਟਿੰਗ ਗੱਲ ਦੱਸਦਾ। ਮੈਂ ਟਵਿੱਟਰ ਦੇ ਉੱਪਰ ਬੀਜੇਪੀ ਦੀ ਬਹੁਤ ਵੱਡੀ ਫੌਜ ਹੁੰਦੀ ਹੈ, ਤੇ ਮੈਂ ਉਹਨਾਂ ਦੇ ਕਮੈਂਟ ਦੇਖ ਰਿਹਾ ਸੀ ਬੜੇ ਉਹਨਾਂ ਦੇ। ਜਦੋਂ ਦਾ ਕੇਸ ਮਹਾਰਾਸ਼ਟਰ ਵਾਲਾ ਲੱਗਿਆ ਸੀਗਾ, ਇਨਵੋਕੇਸ਼ਨ ਬੈਂਚ ਹੈਗਾ, ਉਦੋਂ ਤਾਂ ਜਦੋਂ ਜੱਜ ਸਾਹਿਬਾਨ ਕਹਿ ਰਹੇ ਸੀ ਵੀ ਫਲੋਰ ਟੈਸਟ ਜਿਹੜਾ ਹੈਗਾ ਬਹੁਤ ਜ਼ਰੂਰੀ ਹੈ, ਤੇ ਫਲੋਰ ਟੈਸਟ ਜਿਹੜਾ ਕਿ ਬੀਜੇਪੀ ਦੇ ਹੱਕ 'ਚ ਜਾ ਰਿਹਾ ਸੀਗਾ, AK ਸ਼ਿੰਦੇ ਜੀ ਦੇ ਹੱਕ 'ਚ, ਤਾਂ ਟਵਿੱਟਰ ਦੇ ਉੱਪਰ ਇਹ ਕਹਿ ਰਹੇ ਸੀ ਕਿ ਜੁਡੀਸ਼ਰੀ ਦੀ ਸਿਫਤ ਹੋ ਰਹੀ ਹੈ, ਜੁਡੀਸ਼ਰੀ ਜਿਹੜੀ ਹੈਗੀ ਹੈ ਸਾਡੀ ਬੜੀ ਇੰਡੀਪੈਂਡੈਂਟ ਆ, ਦੇ ਆਰ ਸੇਵਿੰਗ ਦੀ ਡੈਮੋਕ੍ਰੇਸੀ। ਇਹ ਗੱਲ ਕਹਿ ਰਹੇ ਸੀ, ਦੇ ਆਰ ਸੇਵਿੰਗ। ਵਕੇਸ਼ਨ ਜੱਜ ਨੇ ਵੀ, ਯਾਨੀ ਜਿਹੜੇ ਵਕੇਸ਼ਨ ਬੈਂਚ ਹੈਗਾ, ਉਹਨਾਂ ਨੇ ਸਾਰੇ ਲੋਕ ਰਾਜ ਸਿਸਟਮ ਨੂੰ ਬਚਾ ਲਿਆ ਹੈਗਾ, ਇੰਨੀ ਤਾਰੀਫ ਸੀ। ਕੱਲ ਉਹੀ ਬੰਦੇ ਇਹ ਗੱਲ ਕਹਿ ਰਹੇ ਸੀਗੇ ਅਸੀਂ ਉਸ ਦੇਸ਼ ਵਿੱਚ ਰਹਿ ਰਹੇ ਹਾਂ ਜਿੱਥੇ ਜੁਡੀਸ਼ਰੀ ਕਿਸੇ ਦੇ ਇੰਡੀਵਿਜੂਅਲ ਰਾਈਟਸ ਨੂੰ ਪ੍ਰੋਟੈਕਟ ਨਹੀਂ ਕਰ ਰਹੀ, ਉਹ ਨੂਪਰ ਸ਼ਰਮਾ ਦੇ ਹਿਊਮਨ ਰਾਈਟਸ ਨੂੰ ਪ੍ਰੋਟੈਕਟ ਨਹੀਂ। ਅਸੀਂ ਉਸ ਦੇ ਇੰਨੀ ਹੈਰਾਨੀ ਪ੍ਰਗਟ ਕਰ ਰਹੇ ਸੀਗੇ, ਤੇ ਮੈਂ ਉਹਨਾਂ ਤੇ ਹੈਰਾਨੀ ਪ੍ਰਗਟ ਕਰ ਰਿਹਾ ਸੀਗਾ ਵੀ ਜੋ ਤੁਹਾਡਾ ਕੱਲ ਸਟੈਂਡ ਸੀਗਾ, ਦੋਗਲਾ ਚਿਹਰਾ ਉਹਨਾਂ ਦਾ, ਇਹ ਜਿਹੜਾ ਚਿਹਰਾ ਹੈਗਾ ਨਾ, ਇਹ ਫਿਰ ਵੀ ਐਕਸਪੋਜ਼ ਹੋ ਜਾਂਦਾ ਹੈਗਾ। ਜੇ ਜੱਜ ਸਾਹਿਬ ਨੇ ਕਮੈਂਟ ਕੀਤੇ ਆ ਤੇ ਵੀ ਸ਼ੁਡ ਰਿਸਪੈਕਟ, ਜੇ ਗਲਤੀ ਹੋਈ ਆ ਤਾਂ ਉਹਦੀ ਕਰੈਕਸ਼ਨ ਕਰਨੀ ਬਣਦੀ ਹੈ। ਇਹ ਸਾਰੀਆਂ ਖਬਰਾਂ ਦੇ ਉੱਤੇ ਚਰਚਾ ਅਸੀਂ ਤਾਂ ਕਰਦੇ ਜੀ, ਕੁਝ ਖਬਰਾਂ ਤੁਸੀਂ ਅਖਬਾਰਾਂ ਵਿੱਚ, ਰੇਡੀਓ 'ਤੇ, TV 'ਤੇ ਸੁਣਦੇ ਹੋ, ਵੇਖਦੇ ਹੋ, ਪਰ ਉਹਨਾਂ ਦੀ ਜਿਹੜੀ ਉਹਨਾਂ ਦਾ ਆਪਰੇਸ਼ਨ ਕਰਨਾ ਜਾਂ ਉਹਨਾਂ 'ਤੇ ਕਹਿ ਲਓ ਚੀਰ ਫਾੜ ਕਰਕੇ ਸਾਹਮਣੇ ਕਰਨੀ, ਇਹ ਹਰ ਇੱਕ ਦੇ ਵੱਸ ਦੀ ਗੱਲ ਨਹੀਂ ਹੁੰਦੀ, ਜਾਂ ਹਰ ਇੱਕ ਨੂੰ ਪਤਾ ਨਹੀਂ ਲੱਗਦਾ, ਅਪਰੋਚ ਨਹੀਂ ਉਸ ਤਰੀਕੇ ਦੀ ਹੁੰਦੀ। ਅਸੀਂ ਇਹ ਕੁਝ ਖਾਸ ਘਟਨਾਵਾਂ ਨੂੰ, ਕੁਝ ਖਾਸ ਖਬਰਾਂ ਨੂੰ ਮੁੱਦਾ ਬਣਾ ਕੇ ਇੱਥੇ ਡਿਸਕਸ ਕਰਦੇ ਹਾਂ, ਤਾਂ ਕਿ ਉਹਦੇ ਜਿਹੜਾ ਅਸਲੀ ਰੂਪ ਹੈ ਉਹ ਸਾਡੇ ਦਰਸ਼ਕਾਂ ਦੇ ਸਾਹਮਣੇ ਆ ਸਕੇ। ਅਖੀਰ ਦੇ ਵਿੱਚ ਮੈਂ ਇੱਕ ਹੋਰ ਘਟਨਾ ਦਾ 2 ਮਿੰਟ ਲਈ ਤੁਹਾਡੇ ਨਾਲ ਚਰਚਾ ਕਰਨੀ ਚਾਹੁੰਦਾ ਜੀ। ਕੰਪਿਊਟਰ ਆਡੀਟਰ ਆਫ ਜਰਨਲ ਜਿਹੜਾ ਹੈਗਾ, ਕੈਗ ਜਿਹਨੂੰ ਕਹਿੰਦੇ, ਉਹਨੇ ਇੱਕ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਜਿਹੜੀਆਂ ਸੋਸ਼ਲ ਸਰਵਿਸਿਜ਼, ਸੋਸ਼ਲ ਸੀਗੀਆਂ ਸਕੀਮਾਂ, ਉਹਨਾਂ ਦੇ ਫੰਡਾਂ ਦੀ ਗੱਲ ਕੀਤੀ ਕਿ ਐਡਾ ਵੱਡਾ ਘਪਲਾ ਹੋ ਗਿਆ। ਉਹਦੀ ਇੱਕ ਬਕਾਇਦਾ CD ਬਣੀ, ਉਹ ਕਈਆਂ ਚੈਨਲਾਂ ਦੇ ਉੱਤੇ ਉਹ ਦਿਖਾ ਕੇ ਕਹਿੰਦੇ ਕਿ ਆਹ ਦੇਖੋ ਸਾਡੇ ਕੋਲ CD ਹੈਗੀ ਹੈ। ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਉਹ ਕਹਿੰਦੇ ਸੀ ਪਹਿਲੀ ਸਰਕਾਰ ਨੇ ਇੱਦਾਂ ਕੀਤਾ ਕਿ ਜਿਹੜੇ ਨੌਜਵਾਨਾਂ ਨੂੰ ਬੁਢਾਪਾ ਪੈਨਸ਼ਨਾਂ ਲਾਤੀਆਂ, ਹਾਂਜੀ, ਵਿਆਹੀਆਂ ਕੁੜੀਆਂ ਨੂੰ ਵਿਧਵਾ ਪੈਨਸ਼ਨਾਂ ਲਾਤੀਆਂ, ਨੀਲੇ ਕਾਰਡ ਬਣਾ ਦਿੱਤੇ, ਆਟਾ ਦਾਲ ਸਕੀਮ ਨੂੰ ਮਿਸਯੂਟੀਲਾਈਜ਼ ਇੱਦਾਂ ਕੀਤਾ। ਹੁਣ ਉਹ ਕੈਗ ਦੀ ਰਿਪੋਰਟ ਜਿਹੜੀ ਆ ਗਈ ਜੀ, ਉਹਦੇ ਵਿੱਚ ਉਹਨਾਂ ਨੇ ਉਹ ਕੁਛ ਦੁਹਰਾਇਆ ਜੋ ਉਹਨਾਂ ਨੇ ਕੀਤਾ, ਜੋ ਉਹਨਾਂ ਨੇ ਪਹਿਲਿਆਂ ਨੇ ਕੀਤਾ ਸੀ ਉਹੀ ਦੂਜਿਆਂ ਨੇ ਕੀਤਾ। ਠੀਕ ਹੈ, ਇਹ ਸਾਰਾ ਜਿਹੜਾ ਪੋਲੀਟੀਕਲ ਸੈਟਅਪ ਹੈਗਾ, ਆਪਦੇ ਬੰਦਿਆਂ ਨੂੰ
ਮਦਦ ਦੇਣਾ, ਆਪਦੇ ਬੰਦਿਆਂ ਨੂੰ ਫਾਇਦਾ ਪਹੁੰਚਾਉਣ ਦੀਆਂ ਗੱਲਾਂ ਜਿਹੜੀਆਂ ਹੈਗੀਆਂ ਜੀ, ਇਹ ਦੇਸ਼ ਨੂੰ ਕਿੱਧਰ ਲੈ ਕੇ ਜਾਣਗੇ? ਮੈਂ ਨਾ ਤੁਹਾਨੂੰ ਲਾਈਟ ਮੂਡ 'ਚ ਦੱਸਦਾ ਕਿ ਕਿਸੇ ਦੀ ਨਵੀਂ ਅਪਾਇੰਟਮੈਂਟ ਹੋ ਗਈ ਇੱਕ ਆਫਿਸ ਦੇ ਵਿੱਚ, ਤੇ ਉਹਨੂੰ ਕੰਮ ਆਉਂਦਾ ਨਹੀਂ ਸੀ। ਉਹ ਆਪਦੇ ਸੀਨੀਅਰ ਕੋਲ ਗਏ, ਕਹਿੰਦੇ ਸਰ ਵੀ ਮੈਨੂੰ ਆਹ ਕੰਮ ਨਹੀਂ ਆਉਂਦਾ ਤੇ ਮੈਨੂੰ ਦੱਸੋ ਵੀ ਇਹ ਨੋਟ ਕੀ ਲਾਉਣਾ। ਉਹ ਕਹਿੰਦਾ ਵੈਰੀ ਸਿੰਪਲ, ਕਹਿੰਦਾ ਪਿਛਲਾ ਪੇਜ ਦੇਖ, ਜਿਹੜਾ ਉਹਦੇ ਤੇ ਲਿਖਿਆ ਤੂੰ ਲਿਖ ਦੇ। ਠੀਕ ਹੈ। ਇਸ ਕਿਸਮ ਦੀ ਟ੍ਰੇਨਿੰਗ ਜਿਹੜੀ ਹੈਗੀ ਆ ਨਾ ਸਾਡੇ ਦਫ਼ਤਰਾਂ 'ਚ ਹੈ ਕਿ ਜਿਹੜੀ ਇੱਕ ਸਰਕਾਰ ਕੰਮ ਕਰ ਰਹੀ ਆ ਤੇ ਉਹਨੇ 5 ਸਾਲ ਗਲਤ ਕੰਮ ਕਰ ਲਿਆ ਤੇ ਉਹਨੂੰ ਕਿਸੇ ਨੇ ਪੁੱਛਿਆ ਨਹੀਂ, ਤੇ ਜਦੋਂ 6ਵੀਂ ਸਰਕਾਰ ਨਵੀਂ ਆਉਂਦੀ ਆ ਉਹ ਕਹਿੰਦਾ ਪਹਿਲਾਂ ਕਿਹਨੂੰ ਪੁੱਛਿਆ, ਤੂੰ ਵੀ ਐਵੇਂ ਕਰ। ਠੀਕ। ਐਵੇਂ ਜਿਹੜੀ ਕਰਪਸ਼ਨ ਸਾਡੀ ਆ ਵੀ ਪਹਿਲੇ ਤਹਿਸੀਲਦਾਰ ਸਾਹਿਬ ਪੈਸੇ ਕਿੰਨੇ ਲੈਂਦੇ ਸੀਗੇ, ਉਹ ਕਹਿੰਦੇ ਜੀ ਤਾਂ ਇੰਨੇ ਲੈਂਦੇ ਸੀਗੇ, ਉਹਨਾਂ ਨੂੰ ਤਾਂ ਕਿਸੇ ਨੇ ਪੁੱਛਿਆ ਨਹੀਂ, ਤੂੰ ਕਹਿੰਦੇ ਫਿਰ ਮੇਰੇ ਥੋੜ੍ਹੇ ਜਿਹੇ ਵਧਾ ਲਓ ਤੁਸੀਂ। ਤਾਂ ਇੱਕ ਸਿਸਟਮ ਜਿਹੜਾ ਨਾ ਜਦੋਂ ਅਸੀਂ ਸ਼ੁਰੂ ਕਰ ਲਿਆ ਹੈ, ਜਿਹੜਾ ਉਹ ਕੈਗ ਕਹਿੰਦਾ, ਕੈਗ ਬੇਸਿਕਲੀ ਇਹਨੂੰ ਕਰਪਸ਼ਨ ਹੀ ਕਹਿੰਦਾ। ਕਰਪਸ਼ਨ ਹੀ ਹੈ, ਇਹ ਮਿਸ ਯੂਟੀਲਾਈਜੇਸ਼ਨ ਆਫ ਫੰਡਸ ਹੈਗਾ, ਗਵਰਨਮੈਂਟ ਪਬਲਿਕ ਫੰਡਸ ਜਿਹੜਾ ਹੈਗਾ। ਕਿਉਂਕਿ ਕੈਗ ਦੀ ਰਿਪੋਰਟ ਬਹੁਤ ਬਾਅਦ 'ਚ ਆਉਂਦੀ ਹੁੰਦੀ ਆ, ਪਰ ਉਹ ਇਨ ਡੈਪਥ ਸਟੱਡੀ ਹੁੰਦੀ ਹੈਗੀ ਆ, ਉਹ ਟੈਸਟ ਆਡਿਟ ਤੋਂ ਵੀ ਜ਼ਿਆਦਾ ਹੁੰਦੀ ਹੈਗੀ ਆ। ਤਾਂ ਉਹਨਾਂ ਨੇ ਜਦੋਂ ਦੇਖਿਆ ਹੋਊਗਾ ਕਿ ਕਰੋੜਾਂ ਰੁਪਈਆ ਆਇਆ ਤੇ ਉਹਦੀ ਯੂਟੀਲਾਈਜੇਸ਼ਨ ਕਿਵੇਂ ਹੋਈ ਆ। ਸੈਕੰਡਲੀ ਕੀ ਹੁੰਦਾ, ਕੈਗ ਦੇ ਜਿਹੜੇ ਆਡੀਟਰਸ ਹੁੰਦੇ ਹੈਗੇ ਆ, ਇਹ ਸਾਰੀਆਂ ਸਟੇਟਾਂ 'ਚੋਂ ਆਉਂਦੇ ਆ। ਉਹਨਾਂ ਨੂੰ ਦੇਖਿਆ ਹੁੰਦਾ ਵੀ ਹਰਿਆਣੇ ਵਾਲੇ ਕੀ ਕਰੀ ਜਾਂਦੇ ਨੇ, ਯੂਪੀ ਵਾਲੇ ਕੀ ਕਰੀ ਜਾਂਦੇ ਨੇ, ਤੇ ਪੰਜਾਬ ਵਾਲੇ ਕੀ ਕਰੀ, ਉਹਨਾਂ ਨੂੰ ਫੜਨਾ ਬਹੁਤ ਸੌਖਾ ਹੋ ਜਾਂਦਾ। ਠੀਕ ਹੈ। ਕੰਪੈਰੀਟਿਵ ਡਾਟਾ ਹੁੰਦਾ ਹੈਗਾ। ਤੇ ਫਿਰ ਉਹ ਬਿਲਕੁਲ ਜਿਹੜੀ ਕੈਗ ਦੀ ਰਿਪੋਰਟ, ਇਹ ਤਾਂ ਬਿਲਕੁਲ ਦਰੁਸਤ ਗੱਲ ਆ ਕਿ ਜਿਹੜਾ ਪਿੰਡ ਦਾ ਸਰਪੰਚ ਆ ਉਹਨੇ ਹੀ ਨੀਲੇ ਕਾਰਡ ਬਣਾਉਣੇ, ਪੀਲੇ ਬਣਾਉਣੇ ਆ, ਲਾਲ ਬਣਾ ਲਏ, ਜਿਹੜੇ ਮਰਜ਼ੀ ਬਣਾ ਲਏ, ਉਹਨੇ ਉਹਨਾਂ ਦੇ ਬਣਾਉਣੇ ਆ ਜਿਹੜੇ ਆਪਦੇ ਤੁਹਾਨੂੰ ਸਤਿ ਸ੍ਰੀ ਅਕਾਲ ਬੁਲਾਉਣਗੇ। ਠੀਕ ਹੈ ਨਾ ਗੱਲ? ਬਿਲਕੁਲ। ਹਾਂ, ਇਸੇ ਤਰ੍ਹਾਂ ਜਿਹੜੇ MLA ਸਾਹਿਬ ਨੇ ਉਹਨਾਂ ਦੇ ਮੂਹਰੇ ਲਿਸਟ ਪਈ ਹੁੰਦੀ ਹੈ ਵੀ ਆਹ ਮੇਰੇ ਪਿੰਡ ਨੇ, ਇਹਨਾਂ ਨੇ ਮੈਨੂੰ ਵੋਟਾਂ ਪਾਈਆਂ, ਇਹਨਾਂ ਨੇ ਨਹੀਂ, ਤੇ ਦੂਜੇ ਦਾ ਤਾਂ ਉਹਨਾਂ ਨੇ ਕਾਰਡ ਵੀ ਨਹੀਂ ਬਣਾਉਣਾ। ਤੇ ਜੇ ਕਿਤੇ ਟੈਸਟ ਕਰਾਉਣ ਚਲਿਆ ਜਾਵੇ ਕੋਈ ਬੰਦਾ, ਤਾਂ ਉਹ ਨਾਲ ਦਾ ਕਹਿੰਦਾ ਜਨਾਬ ਇਹਨੇ ਵੋਟ ਨਹੀਂ ਪਾਈ, ਉਹ ਕਹਿੰਦੇ ਫਿਰ ਕੱਲ ਨੂੰ ਆ ਜੀ। ਠੀਕ ਹੈ। ਹਾਂ, ਚਾਰ ਗੇੜੇ ਕਢਾ ਦੇਣੇ ਇਹਨੇ ਜੀ, ਚਾਰ ਗੇੜੇ ਉਹਨੂੰ ਬੰਦੇ ਨੂੰ ਲੱਗਣ ਲੱਗ ਜਾਂਦਾ ਯਾਰ, ਅਗਲੀ ਵਾਰੀ ਉਹ ਡਰਨ ਲੱਗ ਜਾਂਦਾ ਵੀ ਚੋਰੀ ਵੋਟ ਪਾਇਆ ਹੋਊਗਾ, ਜਾਂ ਪਾ ਕੇ ਦੱਸਣ ਜਾਂਦਾ ਵੀ ਜਨਾਬ ਮੈਂ ਪਾਤੀ ਜੀ, ਤੇ ਹੁਣ ਮੈਨੂੰ 5 ਸਾਲ ਤੁਸੀਂ ਇਹ ਸਰਪੰਚ ਤੋਂ ਲੈ ਕੇ ਫਿਰ ਤੁਸੀਂ ਦੇਖ ਲਓ ਸਾਰਾ ਵੀਡੀਓ ਦਾ ਮਹਿਕਮਾ ਹੁੰਦਾ ਇਹਦੇ ਵਿੱਚ, ਉਹਨਾਂ ਦੇ ਥਰੂ ਪੈਸੇ ਆਉਂਦੇ ਆ। ਵੀਡੀਓ ਦੇ ਮਹਿਕਮੇ ਤੁਹਾਨੂੰ ਪਤਾ ਵੀ ਕਿੰਨਾ ਕੁ ਸੱਚ ਆ। ਤਾਂ ਮਹਿਕਮਾ ਕੋਈ ਵੀ ਲੈ ਲਓ, ਕੈਗ ਦੀ ਰਿਪੋਰਟ ਕਿਤੋਂ ਕਰਵਾ ਲਓ ਤੁਸੀਂ, ਕੋਈ ਵੀ ਸਾਫ਼ ਰਿਪੋਰਟ ਨਹੀਂ ਹੋਊਗੀ। ਪਰ ਜੇ ਇਹ ਰਿਪੋਰਟਾਂ ਆਉਂਦੀਆਂ, ਰਿਪੋਰਟ ਆ ਜਾਊਗੀ, ਹੋਣਾ ਕੁਛ ਨਹੀਂ, ਇਹ ਫਾਈਲ ਦਾ ਹਿੱਸਾ ਬਣ ਜੂਗੀ। ਤੇ ਇਹਦੇ ਤੇ ਨਾ ਜੇ ਤਾਂ ਕੋਈ ਸਖਤ ਐਕਸ਼ਨ ਹੋਵੇ ਫਿਰ ਤਾਂ ਫਾਇਦਾ ਹੈ, ਬਿਲਕੁਲ ਹੋਣਾ ਚਾਹੀਦਾ। ਅਦਰਵਾਈਜ਼ ਕੋਈ ਇਹਦੇ ਚ ਕਿੰਨੀਆਂ ਕੈਗ ਦੀਆਂ ਰਿਪੋਰਟਾਂ ਆਈਆਂ ਨੇ, ਕਦੋਂ ਦੇ ਆਜ਼ਾਦ ਹੋਏ ਹੈਗੇ, ਹਰ ਸਾਲ ਆਉਂਦੀਆਂ, ਹਰ 5-5 ਸਾਲ ਬਾਅਦ ਲੈ ਕੇ ਆਉਂਦੇ ਨੇ। ਕੈਗ ਦਾ ਆਰਡਰ ਹੁੰਦਾ, ਅਕਾਊਂਟੈਂਟ ਜਨਰਲ ਦਾ ਆਡਿਟ ਹੁੰਦਾ ਹੈਗਾ, ਫਿਰ ਉਹ ਪਹਿਲਾਂ ਉਹ ਆਬਜੈਕਸ਼ਨ ਲਾ ਜਾਂਦੇ ਨੇ, ਜਦੋਂ ਅਗਲੀ ਵਾਰੀ ਆਉਂਦੇ ਨੇ ਤਾਂ ਉਹਨਾਂ ਨੂੰ ਕੰਡੋਨ ਕਰ ਦਿੰਦੇ ਨੇ, ਇੱਥੇ ਆਹ ਲਿਖ ਦਿਓ ਜੀ, ਇੱਥੇ ਆਹ ਲਿਖ ਦਿਓ ਜੀ। ਤਾਂ ਇੱਕ ਸਿਸਟਮ ਕਰਾ ਪੂਰਾ ਜਵਾਬ ਦਿੰਦੇ ਉਦੋਂ ਦਾ ਰਿਪੋਰਟ ਦਾ। ਹਾਂਜੀ, ਜਵਾਬ ਤਾਂ ਦੇਣਾ ਹੀ ਹੁੰਦਾ, ਉਹੀ ਹੁੰਦਾ ਜਵਾਬ ਜਿਹੜਾ ਉਹ ਦੱਸ ਦਿੰਦੇ ਆ, ਉਹ ਆਪ ਹੀ ਦੱਸ ਦਿੰਦੇ ਵੀ ਇਹਦਾ ਜਵਾਬ ਐਵੇਂ ਲਿਖ ਦਿਓ ਜੇ, ਤੇ ਫਿਰ ਤੁਹਾਡਾ ਅਗਲੀ ਵਾਰੀ ਸੀ ਪ੍ਰੋਫੈਸਰ। ਬਹੁਤ ਮਿਹਰਬਾਨੀ ਜੀ, ਤੁਸੀਂ ਇੰਨੇ ਵਿਸਥਾਰ ਨਾਲ ਮੈਨੂੰ ਲੱਗਦਾ ਚੋਖੀਆਂ ਖਬਰਾਂ ਦੇ ਉੱਤੇ ਆਪਣੇ ਕੌਂਪਟ ਦਿੱਤੇ ਹੈਗੇ, ਕਾਫੀ ਕੁਝ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਅਸੀਂ, ਪਰ ਹੋ ਸਕਦਾ ਬਹੁਤ ਸਾਰੀਆਂ ਇਹੋ ਜਿਹੀਆਂ ਘਟਨਾਵਾਂ ਜਾਂ ਖਬਰਾਂ ਸਾਡੇ ਕੋਲੋਂ ਅੱਖੋਂ ਪਰੋਖੇ ਹੋ ਗਈਆਂ ਹੋਣ, ਧਿਆਨ 'ਚ ਨਾ ਆਈਆਂ ਹੋਣ, ਜਾਂ ਸਮੇਂ ਦੀ ਵੀ ਥੋੜ੍ਹੀ ਜਿਹੀ ਕਈ ਵਾਰੀ ਲਿਮਿਟੇਸ਼ਨਸ ਹੁੰਦੀਆਂ ਕਿ ਅਸੀਂ ਉਸ ਸਮੇਂ ਦੇ ਵਿੱਚ ਹੀ ਆਪਣੀ ਗੱਲ ਕਰਨੀ ਹੁੰਦੀ ਹੈ, ਉਦੋਂ ਵੱਧ ਸਮਾਂ ਅਸੀਂ ਲੈ ਨਹੀਂ ਸਕਦੇ। ਜਿਹੜੀਆਂ ਖਬਰਾਂ ਰਹਿ ਗਈਆਂ ਅਸੀਂ ਕੋਸ਼ਿਸ਼ ਕਰਾਂਗੇ ਅਗਲੀ ਵਾਰੀ ਉਹਨਾਂ ਨੂੰ ਚਰਚਾ ਦਾ ਮੁੱਦਾ ਬਣਾਈਏ, ਪਰ ਜਿਹੜੀਆਂ ਖਬਰਾਂ ਫਿਰ ਵੀ ਸਾਡੇ ਕੋਲ ਰਹਿ ਜਾਂਦੀਆਂ ਹੈਗੀਆਂ ਜਾਂ ਤੁਹਾਨੂੰ ਲੱਗ ਰਿਹਾ ਹੈਗਾ ਕਿ ਇਹਨਾਂ 'ਤੇ ਗੱਲ ਹੋਣੀ ਚਾਹੀਦੀ ਸੀ, ਇਹ ਬਹਿਸ ਦਾ ਮੁੱਦਾ ਬਣਨਾ ਚਾਹੀਦਾ ਸੀਗਾ, ਤੁਸੀਂ ਆਪਣੇ ਕਮੈਂਟ ਵੀ ਦੇ ਸਕਦੇ ਹੋ। ਪ੍ਰੋਗਰਾਮ ਫੇਸਬੁੱਕ 'ਤੇ ਨਾਲੋਂ ਨਾਲ ਚੱਲ ਰਿਹਾ, YouTube 'ਤੇ ਚੱਲ ਰਿਹਾ, YouTube 'ਤੇ ਰਿਪੀਟ ਵੀ ਹੋਣਾ, ਔਰ TV 'ਤੇ ਵਾਇਸ ਆਫ ਇੰਡੀਆ 'ਤੇ ਪ੍ਰੋਗਰਾਮ ਪੂਰਾ ਹਫਤਾ, ਜਦੋਂ ਤੱਕ ਇਹ ਪ੍ਰੋਗਰਾਮ ਦੁਬਾਰਾ ਨਹੀਂ ਆਉਂਦਾ, ਕਿਉਂਕਿ ਵੀਕਐਂਡ 'ਤੇ ਅਸੀਂ ਕਰਦੇ, ਉਦੋਂ ਤੱਕ ਇਹ ਹਰ ਰੋਜ਼ ਰਿਪੀਟ ਹੋਣਾ। ਤੁਸੀਂ ਵੇਖ ਕੇ ਆਪਣੇ ਕਮੈਂਟ ਦੇ ਸਕਦੇ ਹੋ, ਪ੍ਰੋਗਰਾਮ ਨੂੰ ਲਾਈਕ ਕਰ ਲਓ, ਸ਼ੇਅਰ ਕਰ ਲਓ, ਇਹ ਅਸੀਂ ਰਿਕੁਐਸਟ ਕਰ ਸਕਦੇ, ਮਰਜ਼ੀ ਤੁਹਾਡੀ ਆਪਣੀ। ਪ੍ਰੋਫੈਸਰ ਜਾਂਦੇ ਜਾਂਦੇ ਕੋਈ ਸੁੱਖ ਸੁਨੇਹਾ ਦੇਣਾ ਚਾਹੁੰਦੇ ਹੋ? ਮੇਰੇ ਤਾਂ ਵਿਊਅਰਸ ਨੂੰ ਇਹੀ ਹੈ ਕਿ ਸਾਡੀ ਇੱਕ ਕਾਮਨ ਮੈਨਸ ਅਪਰੋਚ ਹੈ ਇਹਦੇ 'ਤੇ, ਸਾਰੀਆਂ ਖਬਰਾਂ ਦੇ ਉੱਪਰ ਜਾਂ ਘਟਨਾਵਾਂ ਦੇ ਉੱਪਰ ਕੋਈ ਪੋਲੀਟੀਕਲ ਅਪਰੋਚ ਨਹੀਂ ਹੁੰਦੀ ਜੀ। ਤਾਂ ਕਾਮਨ ਮੈਨ ਜਿਹੜਾ ਹੁੰਦਾ ਨਾ, ਅਸੀਂ ਤੁਹਾਨੂੰ ਸਾਰਿਆਂ ਨੂੰ ਕਾਮਨ ਮੈਨ ਸਮਝਦੇ ਹੈਗੇ ਆ। ਤੁਹਾਡੀ ਜਿਹੜੀ ਅਪਰੋਚ ਹੈਗੀ ਆ ਉਹ ਪੋਲੀਟੀਕਲ ਪਾਰਟੀਆਂ ਜਾਂ ਦੂਸਰੇ ਬੰਦਿਆਂ ਨਾਲੋਂ ਵੱਖਰੀ, ਔਰ ਮੈਨੂੰ ਲੱਗਦਾ ਕਿ ਜ਼ਿਆਦਾ ਸੁਚਾਰੂ ਹੁੰਦੀ ਹੈ। ਜੇ ਤੁਸੀਂ ਉਹ ਸੁਚਾਰੂ ਜਿਹੜੇ ਸੁਝਾਅ ਸਾਨੂੰ ਭੇਜੋਗੇ ਤਾਂ ਅਸੀਂ ਉਹਨਾਂ ਨੂੰ ਵਿੱਚ ਇਨਕੋਰਪੋਰੇਟ ਕਰਾਂਗੇ,
ਔਰ ਤੁਹਾਡੀ ਵੀ ਵਿੱਚ ਸ਼ਮੂਲੀਅਤ ਹੋਊਗੀ। ਅਸੀਂ ਇਹ ਚਾਹੁੰਦੇ ਹਾਂ ਕਿ ਇਹ ਇੰਟਰੈਕਸ਼ਨ ਬਿਟਵੀਨ ਦੀ ਵਿਊਅਰਸ ਐਂਡ ਦੀ ਐਂਕਰ ਐਂਡ ਦੀ ਗੈਸਟ ਜਿਹੜਾ ਹੈਗਾ ਇਹ ਕਾਫੀ ਯੂਸਫੁਲ ਹੋਊਗਾ, ਕਿਉਂਕਿ ਸੁਸਾਇਟੀ ਦੀ ਬੈਟਰਮੈਂਟ ਤੁਸੀਂ ਸੋਚ ਰਹੇ ਹੋ ਸਾਨੂੰ ਸੁਣ ਕੇ, ਤੇ ਤੁਹਾਨੂੰ ਸੁਣ ਕੇ ਅਸੀਂ ਸੁਸਾਇਟੀ ਦੀ ਬੈਟਰਮੈਂਟ ਦੀ ਇੱਥੇ ਗੱਲ ਕਰ ਪਾਵਾਂਗੇ। ਬਿਲਕੁਲ। ਥੈਂਕ ਯੂ ਵੈਰੀ ਮਚ। ਬਹੁਤ ਮਿਹਰਬਾਨੀ, ਥੈਂਕ ਯੂ ਵੈਰੀ ਮਚ।